ਅਸੀਂ ਪੰਜਾਬ ਰੇਡੀਓ ਤੋਂ ਬੋਲਦੇ, ਜਿਹੜਾ 24 ਘੰਟੇ 7 ਦਿਨ ਪੰਜਾਬੀਆਂ ਦੀ ਸੇਵਾ 'ਚ ਹਾਜ਼ਰ ਰਹਿੰਦਾ ਜੀ। ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰਦਾ ਹੋਇਆ, ਸਾਂਝੀਵਾਲਤਾ ਨੂੰ ਵਧਾਉਂਦਾ ਹੋਇਆ ਅਤੇ ਕਾਨੂੰਨੀ ਸਲਾਹਾਂ ਦਿੰਦਾ ਹੋਇਆ ਤੁਹਾਡਾ ਆਪਣਾ ਪੰਜਾਬ ਰੇਡੀਓ। ਅਤੇ ਸਾਡੇ ਨਾਲ ਹਨ ਬਹੁਤ ਹੀ ਜਿਹੜੇ ਸਾਨੂੰ ਕਾਨੂੰਨੀ ਸਲਾਹ ਦਿੰਦੇ ਨੇ, ਇਮੀਗ੍ਰੇਸ਼ਨ ਦਾ ਪ੍ਰੋਗਰਾਮ ਕਰਦੇ ਨੇ, ਗੁਰਪਾਲ ਉੱਪਲ ਜੀ। ਸਵੀਕਾਰ ਕਰਿਓ ਜੀ ਰਜਿੰਦਰ ਕੌਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਗੁੱਡ ਆਫਟਰਨੂਨ ਗੇਮ ਸ਼ੋ। ਅਤੇ ਹੁਣ ਮੈਂ ਬਹੁਤਾ ਵਕਤ ਨਹੀਂ ਲਵਾਂਗੀ ਕਿਉਂਕਿ ਇਹ ਪ੍ਰੋਗਰਾਮ ਬਹੁਤ ਅਹਿਮ ਗੱਲਾਂ ਇਹਦੇ ਵਿੱਚ ਹੋਇਆ ਕਰਦੀਆਂ, ਕਾਨੂੰਨੀ ਸਲਾਹ ਦਿਆ ਕਰਦੇ ਸਾਡੇ ਗੁਰਪਾਲ ਉੱਪਲ ਜੀ, ਅਤੇ ਅਸੀਂ ਜੀ ਆਇਆਂ ਆਖਦੇ ਹਾਂ। ਹਾਂਜੀ ਗੁਰਪਾਲ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਨਾਲ ਮੇਰੇ ਸਾਰੇ ਪੰਜਾਬੀ ਦੇ ਸਰੋਤੇ ਜਿੱਥੇ ਵੀ ਬੈਠੇ ਹੋਣਗੇ, ਮੇਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਨਾਲ ਸਾਡੇ ਇੰਡੀਆ ਪੰਜਾਬ 'ਚ ਵੀ ਜਿੰਨੇ ਵੀ ਸਾਡੇ ਭੈਣ ਭਰਾ ਹੈਗੇ, ਉਹਨਾਂ ਨੂੰ ਵੀ ਇੱਕ ਸਪੈਸ਼ਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਪਹਿਲਾਂ ਤਾਂ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ, ਬਹੁਤ ਹੀ ਵਾਰਮ ਵੈਲਕਮ। ਠੀਕ ਹੈ ਜੀ, ਹੁਣ ਮੈਂ ਤੁਹਾਡੇ ਵਿੱਚ ਤਾਂ ਸਰੋਤਿਆਂ ਵਿੱਚ ਨਹੀਂ ਆਵਾਂਗੀ ਕਿਉਂਕਿ ਉਹਨਾਂ ਨੇ ਵੀ ਬਹੁਤ ਕਾਹਲੇ ਹੋਣੇ ਆ ਤੁਹਾਨੂੰ ਮਿਲਣੇ ਨੂੰ ਜੀ। ਪੰਜਾਬ ਰੇਡੀਓ ਜੀ, ਹਾਂਜੀ ਇਹ ਤਾਂ ਚਲੇ ਗਏ। ਪੰਜਾਬ ਰੇਡੀਓ ਜੀ, ਜੀ ਆਇਆਂ ਨੂੰ। ਮੈਂ ਉੱਪਲ ਸਾਹਿਬ ਨਾਲ ਗੱਲ ਕਰਨੀ ਸੀ। ਕਰੋ ਜੀ, ਕਰੋ ਗੱਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਉੱਪਲ ਸਾਹਿਬ ਬੋਲ ਰਿਹਾ ਜੀ? ਜੀ ਹਾਂਜੀ। ਅੱਛਾ ਜੀ, ਮੈਂ ਪਿਆਰਾ ਸਿੰਘ ਬੋਲਦਾ ਉੱਪਲ ਸਾਹਿਬ ਜੀ। ਵੈਸੇ ਮੈਂ ਇਹ ਤੁਹਾਤੋਂ ਵਧੀਆ ਕੋਈ ਸਲਾਹ ਨਹੀਂ ਦੇ ਸਕਦਾ। ਮੈਂ ਵੈਸੇ ਇਸ ਮੁਲਕ 'ਚ 1961 'ਚ ਆਇਆ ਸੀ ਜੀ, ਤੇ ਮੇਰੇ ਪਾਸਪੋਰਟ ਜਿਹੜੇ ਮਤਲਬ ਬਦਲਦੇ ਚੱਲਦੇ ਰਹੇ। ਹੁਣ ਜਿਹੜੇ ਨਵੇਂ ਪਾਸਪੋਰਟ ਬਣਦੇ ਆ ਉਹਨਾਂ ਦੇ ਇੰਡੈਫੀਨਿਟ ਸਟੇ ਨਹੀਂ ਲੱਗਦੀ। ਹਾਂਜੀ ਜੀ। ਤੇ ਜਦੋਂ ਅਸੀਂ ਟਰੈਵਲ ਕਰਦੇ ਹਾਂ ਤਾਂ ਅਸੀਂ ਪੁਰਾਣਾ ਪਾਸਪੋਰਟ ਲੈ ਕੇ ਜਾਂਦੇ ਹਾਂ ਜੀ। ਠੀਕ ਹੈ ਜੀ। ਤੇ ਹੁਣ ਕੀ ਹੋਇਆ, ਮੈਨੂੰ ਮਤਲਬ ਇੱਥੇ ਮਤਲਬ ਕਿਸੇ ਬੰਦੇ ਨੇ ਸਲਾਹ ਇਹ ਦਿੱਤੀ, ਵੈਸੇ ਉਹ ਵੀ ਕਾਨੂੰਨ ਦਾ ਇੰਨਾ ਮਾਹਰ ਨਹੀਂ ਤੁਹਾਡੇ ਜਿੰਨਾ ਨਹੀਂ। ਉਹ ਕਹਿੰਦੇ ਵੀ ਤੁਸੀਂ ਮਤਲਬ ਰੈਜ਼ੀਡੈਂਸ ਪਰਮਿਟ ਬਣਾ ਲਓ। ਠੀਕ ਹੈ ਜੀ। ਵੀ ਜਿਹਦੇ ਨਾਲ ਮਤਲਬ ਤੁਹਾਨੂੰ ਇਹ ਹੋਊਗਾ ਵੀ ਦੂਜਾ ਪਾਸਪੋਰਟ ਨਾ ਚੱਕਣਾ ਪਊਗਾ, ਤੇ ਉਹ ਕਾਰਡ ਤੁਸੀਂ ਨਾਲ ਲਿਜਾ ਸਕਦੇ ਆ। ਠੀਕ ਹੈ ਜੀ। ਤੇ ਉਹ ਮੈਂ ਇੱਕ ਗੱਲ ਮੇਰੀ ਕਨਫਿਊਜ਼ਨ ਹੈ, ਮੇਰਾ ਕਾਰਡ ਤਾਂ ਬਣ ਕੇ ਆਇਆ ਚਿਰਦਾ ਜੀ, ਜਿਹੜਾ ਕਿ ਉਹ ਤੇ ਲਿਖਿਆ ਵੈਲਿਡ ਅੰਟਿਲ 31 December 2024 ਜੀ। ਤੇ ਜਿੱਥੇ ਮਤਲਬ ਪਲੇਸ ਐਂਡ ਡੇਟ ਆਫ ਇਸ਼ੂ ਆ ਉਹ ਯੂਕੇ ਤੋਂ ਹੈਗਾ 2020 ਦਾ ਕੀਤਾ ਹੈ। ਬਿਲਕੁਲ ਠੀਕ ਹੈ ਜੀ। ਤੇ ਫਿਰ ਹੈਗਾ ਟਾਈਪ ਆਫ ਪਰਮਿਟ, ਉਹ ਲਿਖਿਆ ਸੈਟਲਮੈਂਟ ਰਿਮਾਰਕਸ, ਨੋ ਟਾਈਮ ਲਿਮਿਟ। ਮੈਂ ਇਹ ਸੋਚਦਾ ਵੀ ਜਦੋਂ 2024 ਨੂੰ ਨਹੀਂ ਲਿਖਿਆ ਵੀ ਵੈਲਿਡ ਅੰਟਿਲ 2024 ਤਾਈਂ ਆ, ਉਹ ਤੋਂ ਬਾਅਦ ਫਿਰ ਮੈਨੂੰ ਫੇਰ ਬਣਾਉਣਾ ਪਊ ਨਵਾਂ ਚੀਜ਼ਾਂ। ਮੈਂ ਇਹ ਵੀ ਦੱਸਦਾ ਸਾਡੇ ਸਰੋਤਿਆਂ ਨੂੰ ਜਿਹਨਾਂ ਕੋਲ BRP ਕਾਰਡ ਹੁਣ ਮਿਲਣ ਵਾਲੇ ਹੈਗੇ ਆ, ਤੇ ਜਿਹਨਾਂ ਦੀ ਮਿਆਦ ਸ਼ਾਇਦ ਹੱਲੇ ਵੀ 31 ਦਸੰਬਰ 2024 ਤੱਕ ਹੈ। ਉਹਦਾ ਵੀ ਇੱਕ ਕਾਰਨ ਹੈ, ਇੱਕ ਰੀਜ਼ਨ ਹੈ। ਹਾਂਜੀ। ਉਹ ਤਾਂ ਹੈ ਬਿਕਾਜ਼ 31 ਦਸੰਬਰ 2024 ਤੋਂ ਬਾਅਦ, ਮੀਨਿੰਗ ਫਰਮ 1 January 2025 ਤੋਂ ਸਭ ਕੁਛ ਆਨਲਾਈਨ ਹੋ ਜਾਣਾ। ਠੀਕ ਆ। ਕਿਸੇ ਕੋ BRP ਕਾਰਡ ਦੀ ਵੈਲਿਡਿਟੀ ਦੀ ਲੋੜ ਨਹੀਂ ਪੈਣੀ ਹੈਗੀ। ਅੱਛਾ ਜੀ। ਸੋ ਜਿੱਥੇ ਵੀ ਤੁਸੀਂ ਜਾਓਗੇ, ਤੁਹਾਡੇ ਫਿੰਗਰਪ੍ਰਿੰਟਸ ਰਾਹੀਂ, ਤੁਹਾਡੀ ਡੇਟਾਬੇਸ ਰਾਹੀਂ, ਸ਼ੇਡ ਕੋਡ ਵੀ ਹੁਣ ਇੰਪਲੋਇਡ ਜਿੱਥੇ ਕੰਮ ਕਰਦੇ ਆ, ਲੈਂਡਲੋਡ ਜਿੱਥੇ ਤੁਸੀਂ ਕਿਰਾਏ 'ਤੇ ਰਹਿਣਾ ਹੈਗਾ, ਡਾਕਟਰ 'ਤੇ ਅੱਗੇ ਜਾਣਾ ਹੈਗਾ, ਟਰੈਵਲ ਕਰਨਾ ਹੈਗਾ, ਤੁਹਾਡੀ ਸਭ ਕੁਛ ਆਨਲਾਈਨ ਹੋ ਜਾਣਾ। ਤੇ ਇਹ ਫਿਰ ਕਾਰਡ ਇਹ ਤਾਂ ਐਕਸਪਾਇਰ ਹੋ ਜਾਣੇ, ਜਨ ਫਿਰ ਚੱਲੂਗਾ ਜੀ? ਕਾਰਡ ਐਕਸਪਾਇਰ ਹੋਈ ਨਾ, ਪਰ ਤੁਹਾਡੀ ਸਟੇ ਐਕਸਪਾਇਰ ਨਹੀਂ ਹੋਣੀ ਹੈਗੀ ਜੀ। ਅੱਛਾ ਜੀ। ਅੱਛਾ। ਤਾਂ ਉਹਦੀ ਚੈੱਕ ਕਰਨ ਵਾਸਤੇ ਤੁਹਾਨੂੰ ਆਨਲਾਈਨ ਹੋ ਜਾਣਾ ਸਭ ਕੁਛ। ਅੱਛਾ। ਮੈਂ ਇਹ ਮਤਲਬ ਅਜੇ ਤਾਂ ਮੈਂ ਯੂਜ਼ ਨਹੀਂ ਕੀਤਾ ਕਿਉਂਕਿ ਕਰੋਨਾ ਕਰਕੇ ਮੈਂ ਇੰਡੀਆ ਗਿਆ ਨਹੀਂ ਹੈ। ਹਾਂਜੀ। ਮੈਂ ਇਹ ਸੋਚਦਾ ਵੀ ਜੇ ਇਹਨੂੰ ਹੁਣ ਮੈਨੂੰ ਜ਼ਰੂਰ ਯੂਜ਼ ਕਰਨਾ ਚਾਹੀਦਾ, ਜਾਂ ਜਿਹੜੇ ਜਿੱਦਾਂ ਅੱਗੇ ਕਰਦੇ ਦੂਜਾ ਪਾਸਪੋਰਟ ਇੰਡੈਫੀਨਿਟ ਸਟੇ ਦਾ ਲੈ ਕੇ ਚੱਲ ਜਾਵਾਂ, ਉਹ ਵੀ ਕੰਮ ਦੇ ਦਊਗਾ। ਤੁਹਾਡੇ ਕੋਲ ਦੋਵੇਂ ਆਪਸ਼ਨਸ ਹੈਗੇ ਆ। ਜਿਹਦਾ BRP ਕਾਰਡ ਹੁੰਦਾ ਜਾਂ ਜਿਹਦੇ ਅੱਗੇ ਪਾਸਪੋਰਟ ਅੱਗੇ ਚੈੱਕ ਕਰਨਾ, ਉਹ ਜਮਾਣੀ ਪਹਿਲੀ ਹੁੰਦੀ ਹੈ ਏਅਰਲਾਈਨ ਦੀ। ਜਦੋਂ ਵੀ ਆਪਾਂ ਕੋਈ ਟਿਕਟ ਜਾ ਕੇ ਆਪਾਂ ਦਿਖਾਲਦੇ ਹਾਂ ਜਾਂ ਆਪਾਂ ਆਪਣੀ ਲਗੇਜ ਚੈੱਕ ਇਨ ਕਰਦੇ ਹਾਂ, ਉਸ ਵਕਤ ਏਅਰਲਾਈਨ ਵਾਲਿਆਂ ਨੇ ਚੈੱਕ ਕਰਨਾ ਹੁੰਦਾ ਹੈਗਾ। ਅਤੇ ਉਹਦੇ ਬਾਅਦ 'ਚ ਅੱਗੇ ਜਾਈਏ, ਇੰਡੀਆ ਦੀ ਗੱਲ ਕਰਦੇ ਹੈਗੇ ਆ, ਤਾਂ ਉੱਥੇ ਇਮੀਗ੍ਰੇਸ਼ਨ ਹੁੰਦੀ ਹੈਗੀ ਆ। ਯੂਕੇ ਤੇ ਇਮੀਗ੍ਰੇਸ਼ਨ ਹੁੰਦੀ ਨਹੀਂ ਹੈਗੀ ਜਾਂਦੇ ਇੱਥੇ ਤਾਂ ਚੈੱਕ ਕਰਦੇ ਹੀ ਨਹੀਂ ਹੈਗੇ ਤੁਹਾਨੂੰ। ਤਾਂ ਅੱਗੇ ਨਾ ਤੁਸੀਂ ਯੂਰਪ 'ਚ ਵਾਪਸ ਹੁੰਦੇ ਹੈਗੇ ਆ, ਸਿਰਫ ਤੁਹਾਨੂੰ ਔਨ ਅਰਾਈਵਲ ਕੇ ਚੈੱਕ ਕਰਨਾ ਹੈਗਾ, ਉਹ ਵੀ ਆਨਲਾਈਨ ਜਾਂ ਉਹ ਆਪ ਅੱਗੇ ਚੈੱਕ ਕਰ ਲੈਂਦੇ ਹੈਗੇ ਆ। ਅੱਛਾ ਜੀ। ਠੀਕ ਆ। ਪਰ ਉਹਦਾ ਤਾਂ ਮੈਂ ਲੈ ਕੇ ਜਾਊਂਗਾ। ਤੁਸੀਂ ਵਰੀ ਨਾ ਕਰੋ, ਤੁਸੀਂ ਜਾਓ ਤੁਸੀਂ ਘੁੰਮ ਫਿਰ ਕੇ ਆ ਜਾਓ, ਤੁਹਾਡੇ ਪੁਰਾਣੇ ਪਾਸਪੋਰਟ ਨਾਲ ਲੈ ਜਾਓ, ਤੇ ਨਾਲ ਆਪਣੇ BRP ਕਾਰਡ ਵੀ ਲੈ ਜਾਓ ਨਾਲ। ਠੀਕ ਆ ਜੀ। ਠੀਕ ਜੀ, ਬਹੁਤ ਧੰਨਵਾਦ ਜੀ। ਠੀਕ ਆ। ਇਹਦਾ ਮਤਲਬ ਇਹ ਵਰੀ ਕਰਨ ਦੀ ਲੋੜ ਨਹੀਂ, ਪਰ ਮਤਲਬ ਮੈਨੂੰ ਤੇ ਐਕਸਪਾਇਰ ਹੋ ਗਿਆ ਜਾਂ ਨਾ। ਟੈਨਸ਼ਨ ਨਾ ਲਓ ਜੀ, ਗੁਰਪਾਲ ਹੈ ਨਾ ਇੱਥੇ। ਮੈਂ ਹੂੰ ਨਾ ਬਹੁਤ ਦੇਰ ਦਾ ਜਾਣਦਾ, ਬਲਕਿ ਜੇ ਕਹੀਏ ਹੁਣ ਮੈਂ ਦੂਰ ਨਹੀਂ ਜਾਣਾ ਚਾਹੁੰਦਾ ਜੀ। ਇਹਨਾਂ ਦੇ ਡੈਡ, ਉਹਨਾਂ ਨਾਲ ਵੀ ਮੁਲਾਕਾਤ ਹੋ ਚੁੱਕੀ ਹੈ, ਉਹਨਾਂ ਦੇ ਫਰੈਂਡ ਸਾਡੇ ਕਾਫੀ ਫਰੈਂਡਸ ਆ ਜੀ। ਬਹੁਤ ਧੰਨਵਾਦ ਵੀਰ ਜੀ ਤੁਹਾਡਾ। ਮੇਰਾ ਨਾਮ ਪਿਆਰਾ ਸਿੰਘ ਕਾਂਗਾ, ਮੈਂ 61 ਤੋਂ ਇੱਥੇ ਰਹਿਣਾ। ਮੈਂ ਸਾਊਥਾਲ 'ਚ ਵੀ ਰਹਿ ਗਿਆ 5 ਸਾਲ, ਇੱਥੇ ਰਬੜ 'ਚ ਕੰਮ ਕਰਦਾ ਸੀ। ਹੁਣ ਮੈਂ ਕੈਂਟ 'ਚ ਮੂਵ ਹੋਇਆ ਹਾਂ ਜੀ। ਵੈਸੇ ਤੁਹਾਡਾ ਪ੍ਰੋਗਰਾਮ ਬਹੁਤ ਪਿਆਰ ਨਾਲ ਸੁਣਦੇ ਆ, ਬੜਾ ਵਧੀਆ ਪ੍ਰੋਗਰਾਮ ਤੁਸੀਂ ਤੇ ਘੁੰਮਣ ਸਾਹਿਬ ਵੀ
ਬਸ ਸਾਰੇ ਜਿੰਨੇ ਵੀ ਮਤਲਬ ਤੁਹਾਡੇ ਪ੍ਰੋਗਰਾਮ ਦੇਣ ਵਾਲੇ ਮਤਲਬ ਬ੍ਰੌਡਕਾਸਟਰ ਸਾਰੇ ਬਹੁਤ ਵਧੀਆ, ਇੱਕ ਦੂਜੇ ਤੋਂ ਵੱਧ ਕੇ ਹੀ ਆ। ਧੰਨਵਾਦ ਜੀ ਤੁਹਾਡੇ ਪਿਆਰ ਕੋਈ ਇਦਾਂ ਦਾ ਲਫ਼ਜ਼ ਨਹੀਂ ਵੀ ਜਿਹਨਾਂ ਨਾਲ ਮੈਂ ਤੁਹਾਨੂੰ ਇਹ ਸੰਤੁਸ਼ਟ ਕਰ ਦਵਾਂ ਪਹਿਲਾਂ ਵੀ ਮੈਂ ਬਹੁਤ ਵਧੀਆ ਕਿਹਾ, ਪਰ ਮੈਂ ਕੋਈ ਇਦਾਂ ਦਾ ਕੋਈ ਲਫ਼ਜ਼ ਨਹੀਂ ਆ। ਬਹੁਤ ਸ਼ੁਕਰੀਆ, ਬਹੁਤ ਵਧੀਆ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਔਰ ਬੜੀ ਥੋੜੀ ਤਰੱਕੀ ਬਖਸ਼ੇ। ਧੰਨਵਾਦ ਜੀ। ਗੋਪਾਲ ਜੀ ਸਪੈਸ਼ਲੀ ਜੋ ਸੇਵਾ ਤੁਸੀਂ ਕਰ ਰਹੇ ਆ ਤੇ ਹਰ ਆਦਮੀ ਨਹੀਂ ਕਰ ਸਕਦਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਇਹ ਸਨ ਪਿਆਰਾ ਸਿੰਘ ਕੰਗ ਜੀ। ਬਿਲਕੁਲ ਤੁਹਾਡੀ ਸੇਵਾ ਤਾਂ ਬਹੁਤ ਵੱਡੀ ਆ। ਪੰਜਾਬ ਰੇਡੀਓ ਜੀ, ਹੈਲੋ ਜੀ, ਲਾਈਨ ਲੱਗ ਗਈ ਤੁਹਾਡੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰੇਡੀਓ, ਹਾਂਜੀ, ਤੁਸੀਂ ਕੌਣ ਬੋਲਦੇ ਹੋ? ਜੀ ਤੁਹਾਡੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ, ਅਸੀਂ ਹੁਣ ਜਿੱਦਾਂ ਆਪਾਂ ਤੁਹਾਡੇ ਥਰੂ ਲਾਇਆ ਸੀ ਜਬਰਾਨੋ ਦਾ ਕੇਸ ਜੀ, ਹਾਂ ਉਹਦੀ ਹੁਣ ਅਸੀਂ ਅਪਡੇਟ ਤਾਂ ਸੁਣੀ ਲਈ ਆ ਵੀ ਕੀ ਹੋਣਾ, ਇਹਦਾ ਨੈਕਸਟ ਕੀ ਕਰਾਂਗੇ ਭਾਜੀ? ਆਪਾਂ ਅਪੀਲ ਲਾ ਸਕਦੇ ਹਾਂ? ਆਪਾਂ ਤਾਂ ਤਿਆਰ ਹਾਂ ਅਪੀਲ ਲਾਉਣ ਭਾਜੀ। ਭਾਜੀ ਮੇਰੀ ਪਹਿਲੀ ਸਲਾਹ ਤੇ ਹੈਗੀ ਪਹਿਲਾਂ ਤਾਂ ਵੇਟ ਕਰਕੇ ਦੇਖੀਏ ਐਗਜ਼ੈਕਟਲੀ ਜੋ ਡਿਸੀਜਨਸ ਹੁੰਦੇ ਨਾ ਸਰਕਾਰ ਵੱਲੋਂ ਕੀ ਲਿਖਤੀ ਰੂਪ ਕੀ ਕਹਿੰਦੇ ਆ। ਹਾਂਜੀ, ਜਦੋਂ ਪਹਿਲੀ ਵਾਰੀ ਵੀ ਕੇਸ ਨੂੰ ਅੱਗੇ ਜਾਣ ਵਾਸਤੇ ਕਿਸੇ ਨੇ ਅਪੀਲ ਕੀਤੀ ਸੀ, ਦੇਖੀ ਇਹ ਵੀ ਅਪੀਲ 'ਚ ਲੱਗ ਜਾਣਾ ਹੈਗਾ। ਤੇ ਇੱਕ ਨੇ ਅਪੀਲ ਕੀਤੀ ਹੋਊਗੀ, ਜਦੋਂ ਅੱਗੇ ਫਾਈਲ ਜਾਓਗੇ ਨਾ ਉਹ ਫਿਰ ਗਰੁੱਪ ਇੱਕ ਕਲੈਕਸ਼ਨ ਦੇ ਨਾਲ ਨਾ ਇਕੱਠੇ ਹੋ ਕੇ ਨਾ ਦੇਖੀ ਅਪੀਲਾਂ ਚੱਲ ਜਾਣੀਆਂ ਹੈਗੀਆਂ। ਬਿਕੋਜ਼ ਅਗੇ ਤੁਸੀਂ ਮੈਨੂੰ ਪੁੱਛੋਗੇ ਆਪਾਂ ਫੈਂਸਰ ਡਿਸੀਜਨ ਦੇਖੀਏ, ਜੋ ਜੱਜ ਨੇ ਕਿਹਾ ਸੀ ਡਿਸੀਜਨ ਦੇ ਵਿੱਚ ਇੱਦਾਂ ਲੱਗਦਾ ਹੈਗਾ ਪ੍ਰੀਤੀ ਪਟੇਲ ਨੇ ਹਾਲੇ ਵੀ ਉਹਦਾ ਧਿਆਨ ਦਿੱਤਾ ਨਹੀਂ ਚੰਗੀ ਤਰ੍ਹਾਂ, ਜਿਹਦੇ ਸਾਹਮਣੇ ਡਿਸੀਜਨ ਦੇਣਾ ਚਾਹੀਦਾ ਸੀ ਉੱਦਾਂ ਹੋਇਆ ਨਹੀਂ ਹੈਗਾ। ਮਗਰ ਹਾਲੇ ਵੀ ਕਈ ਲੋਕਾਂ ਨੂੰ ਉਮੀਦ ਹੈਗੀ ਜੋ ਸੌਰੀ ਮੈਂ ਤੁਹਾਡੀ ਗੱਲ ਕੱਟਦਾ, ਮੈਂ ਸੋਚਦਾ ਹੁੰਦਾ ਇੰਡੀਆ ਵਿੱਚ ਮੰਤਰੀ ਜਾਂ ਕੁਛ ਹੋਣ ਉਹ ਵੀ ਜੱਜ ਦਾ ਡਿਸੀਜਨ ਦਾ ਹਮੇਸ਼ਾ ਕਹਿੰਦੇ ਸੀ ਸਵਾਗਤ ਕਰਦੇ ਆ, ਲੰਘਣਾ ਕਰਨੀ ਔਖੀ ਆ, ਮਤਲਬ ਉਹਨੂੰ ਓਪੋਜੀਸ਼ਨ ਉਹਨੇ ਜਾਣਾ ਹੈ ਨਾ। ਇਹਨੇ ਜੱਜ ਦੇ ਫੈਸਲੇ ਨੂੰ ਬਹੁਤ ਛੇਤੀ ਕਹਿ ਦਿੱਤਾ ਵੀ ਅਸੀਂ ਇਹਨੂੰ ਨਹੀਂ ਮੰਨਦੇ, ਬਹੁਤ ਮਤਲਬ ਗਲਤ ਆ ਇਹ ਭਾਜੀ। ਇੱਕ ਪਾਸੇ ਵੀ ਦੇਖੇ ਨਾ ਜੱਜ ਨੇ ਹਾਈ ਕੋਰਟ ਦੇ ਉਹਨੇ ਗੱਲ ਇਹ ਵੀ ਨਹੀਂ ਕਹੀ ਸੀ, ਉਹਨੇ ਇਹ ਕਿਹਾ ਸੀ ਕਹਿੰਦੇ ਇਹ ਪੁਆਇੰਟ ਜੋ ਹੈਗਾ ਕਾਨੂੰਨੀ ਤੌਰ ਤੇ ਇਹ ਗੱਲ ਕਲੀਅਰ ਨਹੀਂ ਕੀਤੀ ਸਰਕਾਰ ਨੇ, ਤਾਂ ਉਹਨੇ ਇੱਕ ਓਪਰਚੁਨਿਟੀ ਦਿੱਤੀ ਸੀ, ਇੱਕ ਆਪਸ਼ਨ ਦਿੱਤੀ ਸੀ, ਤੁਸੀਂ ਇਹ ਗੱਲ ਦਾ ਹੁਣ ਫੈਸਲਾ ਜੋ ਹੈਗਾ ਇੱਕ ਵਾਰੀ ਸਾਫ਼ ਢੰਗ ਨਾਲ ਪੇਸ਼ ਕਰ ਦਿਓ। ਬਿਕੋਜ਼ ਜਿਹਦੇ ਲਿਮਿਟਡ ਲੀਵ ਟੂ ਰਿਮੇਨ, ਜਿਹਨਾਂ ਕੋਲ 2.5 ਦੇ ਵੀਜ਼ੇ ਸੀ, ਜਿਹਨੂੰ ਸ਼ਾਇਦ ਹੱਕ ਹੈਗਾ ਸੀ ਜ਼ਬਾਨਾਂ ਦੇ ਹੇਠਾਂ, ਉਹਨਾਂ ਦੇ ਤੁਹਾਡੇ ਕੀ ਵਿਚਾਰ ਆ? ਤਾਂ ਉਹਨੇ ਆਪਣੇ ਵਿਚਾਰ ਦੱਸਦੇ ਆ, ਉਹਨੇ ਇਹ ਵਿਚਾਰ ਦੱਸੇ ਆ ਕਹਿਣ ਵਾਸਤੇ ਕਿ ਤੁਹਾਡੇ ਕੋਲ ਸਟੇ ਆਲਰੇਡੀ ਹੈਗੀ ਆ, ਤੁਸੀਂ ਜ਼ਬਰਾਨੋ ਦੇ ਵਿੱਚ ਫਿਰ ਨਹੀਂ ਅਪਲਾਈ ਕਰ ਸਕਦੇ ਹੈਗੇ। ਤਾਂ ਅੱਗੇ ਜਿਹਨਾਂ ਨੇ ਹਾਲੇ ਤੱਕ ਫੈਸਲੇ ਜਾਂ ਐਪਲੀਕੇਸ਼ਨ ਨਹੀਂ ਦਰਜ ਕੀਤੀਆਂ, ਕਹਿੰਦੇ ਉਹਨੂੰ ਆਪਾਂ ਦੇਖੀ ਅੱਗੇ 6 ਹਫ਼ਤੇ ਅੱਗੇ ਦੇਖ ਕੇ ਆਈ ਥਿੰਕ 22 ਜੁਲਾਈ ਸੀ ਉਦੋਂ ਤੱਕ ਮੌਕਾ ਦੇਣਾ ਆਪਣੀ ਐਪਲੀਕੇਸ਼ਨ ਪਾਉਣ ਵਾਸਤੇ। ਮਗਰ ਜਿਹੜੀ ਪ੍ਰਿੰਸੀਪਲ ਜ਼ਬਰਾਨੋ ਕਿ ਤੁਸੀਂ ਪੜ੍ਹੋ ਨਾ, ਉਹ ਇੱਕ ਹੱਕ ਦਿੱਤਾ ਗਿਆ ਸੀ ਜਿਹੜੇ ਬੱਚੇ ਇੱਥੇ ਰਹਿੰਦੇ ਹੈਗੇ ਪੱਕੇ ਤੌਰ 'ਤੇ, ਉਹ ਕਹਿੰਦੇ ਸੀ ਉਹ ਮਾਪਿਆਂ ਨੂੰ ਤੁਸੀਂ ਬੱਚਿਆਂ ਤੋਂ ਜੁਦੇ ਕਰ ਨਹੀਂ ਸਕਦੇ, ਉਹਨਾਂ ਨੂੰ ਇੱਕ ਡਿਰੀਵੇਟਿਵ ਰਾਈਟ ਸੀ ਬੱਚਿਆਂ ਦੇ ਉੱਪਰ। ਤਾਂ ਉਹ ਜੋ ਰਾਈਟ ਹੈਗਾ ਮੈਂ ਕਹਿੰਦਾ ਹਾਲੇ ਵੀ ਹੈਗਾ, ਇਨਫੈਕਟ ਹਰ ਇੱਕ ਮਾਂ ਪਿਓ ਕੋਲ ਹੈਗਾ ਜਿਹੜਾ ਬੱਚਾ ਬ੍ਰਿਟਿਸ਼ ਆ। ਸੋ ਇਹ ਇੱਕ ਜ਼ਬਰਾਨੋ ਪ੍ਰਿੰਸੀਪਲ ਭਾਜੀ ਬੜੇ ਚਿਰ ਦੇ ਉੱਪਰ ਇਹਨਾਂ ਦੀ ਬੈਂਸਾਂ ਹੋਈਆਂ ਹੈਗੇ। ਇਹ ਜੋ ਕੇਸ ਲੋ ਹੈਗਾ ਭਾਜੀ ਅੱਗੇ ਤੁਸੀਂ ਦੇਖੋਗੇ ਤੁਸੀਂ ਹੈਰਾਨ ਹੋਗੇ ਕਿੰਨੇ ਕੇਸ ਤੇ ਕੇਸ ਉਹ ਪ੍ਰਿੰਸੀਪਲ ਨੂੰ ਅੱਗੇ ਲੈ ਕੇ ਜਾ ਕੇ ਚੇਂਜ ਹੁੰਦੇ ਰਹੇ ਹੈਗੇ ਆ। ਸੋ ਮੇਰੇ ਹਿਸਾਬ ਨਾਲ ਭਾਜੀ ਇਹ ਹਲੇ ਸ਼ੁਰੂਆਤੀ ਹੈ, ਹਲੇ ਗੱਲ ਖਤਮ ਨਹੀਂ ਹੋਏਗੀ ਹਲੇ। ਸੋ ਇਹ ਕਿਊ 'ਚ ਲੱਗਾ, ਮੈਂ ਹਮੇਸ਼ਾ ਕਿਹਾ ਕਿ ਕਿਊ 'ਚ ਹੀ ਲੱਗਾ ਹੈਗਾ ਭਾਜੀ, ਕਿਊ 'ਚ ਰਹਿਣ ਦਿਓ, ਕੋਈ ਨਾ ਕੋਈ ਹੱਲ ਇੱਕ ਨਾ ਇੱਕ ਦਿਨ ਨਿਕਲੂਗਾ ਜੀ। ਠੀਕ, ਮੈਂ ਇਹਨਾਂ ਪੁੱਛਣਾ ਭਾਜੀ ਇਹ ਜੱਜ ਨੇ ਤਾਂ ਫੈਸਲਾ ਦਿੱਤਾ ਸੀ ਵੀ ਇਹਨਾਂ ਨੂੰ ਦਿਓ ਸਟੇ ਆ ਜਬਰਾਨੋ ਦੇ? ਨਹੀਂ, ਉਹਨੇ ਇਹ ਨਹੀਂ ਕਿਹਾ ਸੀ ਸਟੇ ਦਿਓ, ਉਹਨੇ ਇਹ ਕਿਹਾ ਸੀ ਸਰਕਾਰ ਨੇ ਇਸ ਪੁਆਇੰਟ ਇਹ ਕਾਨੂੰਨ ਦੇ ਉੱਪਰ ਗੱਲ ਕਲੀਅਰ ਨਹੀਂ ਹੈਗੀ, ਕਹਿੰਦੇ ਇਹ ਸਾਬਤ ਨਹੀਂ ਹੁੰਦਾ ਕਿ ਇਸ ਲੋਕਾਂ ਨੂੰ ਹੱਕ ਹੈਗਾ ਜਾਂ ਨਹੀਂ ਹੈਗਾ। ਕਹਿੰਦੇ ਸਰਕਾਰ ਇੱਕ ਕਿਸਮ 'ਚ ਇਸ ਪੁਆਇੰਟ ਵਿਊ ਦੇ ਉੱਪਰ ਚੁੱਪ ਸੀ, ਤਾਂ ਉਹਨੇ ਕਹਿੰਦੇ ਸੀ ਇੱਕ ਗੱਲ ਕਲੀਅਰ ਕਰ ਦਿਓ ਹੁਣ। ਚਲੋ ਭਾਈ ਜਿੱਦਾਂ ਅੱਗੇ ਲੈਟਰ ਅਸੀਂ ਤੁਹਾਡੀ ਸਲਾਹ ਲੈ ਕੇ ਆਪਾਂ ਤਾਂ ਅਪੀਲ ਲਾਉਣ ਨੂੰ ਤਿਆਰ ਹਾਂ, ਜ਼ਰੂਰ ਕਰਾਂਗੇ ਜੀ। ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਾਏ ਜੀ। ਹਾਂਜੀ, ਤੇ ਹੁਣ ਪੰਜਾਬ ਰੇਡੀਓ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਚਰਨਜੀਤ ਬੋਲ ਰਿਹਾ ਸਰ ਬੇਟਾ ਤੋਂ। ਗੁਰਪਾਲ ਭਾਜੀ ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਮੇਰੀ ਨੀਸ ਦੀ ਐਪਲੀਕੇਸ਼ਨ ਭਰੀ ਸੀਗੀ ਸਕਿਲਡ ਵਰਕ ਵੀਜ਼ੇ ਵਾਸਤੇ। ਠੀਕ ਹੈ ਜੀ। ਤੇ ਉਹਦੀ ਨਾ ਅਸੀਂ ਇੱਥੋਂ ਫੀਸ ਪੇ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਕੋਲ ਇੰਡੀਆ ਦੇ ਕਾਰਡ ਤੇ ਥੋੜੀ ਪੇਮੈਂਟ ਰੌਲਾ ਪੈਂਦਾ ਨਾ ਕਿ ਉਹ ਵੀਜ਼ੇ ਕਾਰਡ ਨਹੀਂ ਹੁੰਦੇ ਉੱਥੇ ਤੋਂ ਚੱਕਦੇ ਨਹੀਂ ਆ, ਨਹੀਂ ਕਰਦੇ। ਠੀਕ ਹੈ ਜੀ। ਪਰ ਇੱਥੋਂ ਪੇਪਾਲ ਦੁਆਰਾ ਪੇਮੈਂਟ ਕੀਤੀ ਤੇ ਉਹ 3 ਦਿਨ ਹੋ ਗਏ ਆ ਤੇ ਮਤਲਬ ਉਹਨਾਂ ਨਾਲ ਕੋਈ ਕਨਫਰਮੇਸ਼ਨ ਆਈ ਆ। ਜਦੋਂ ਆਪਾਂ ਦੁਬਾਰਾ ਉੱਥੇ ਪੇਮੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਆਪਸ਼ਨ ਨਹੀਂ ਆ ਰਿਹਾ ਭਾਜੀ। ਜਦੋਂ ਤੁਸੀਂ ਪੇਮੈਂਟ ਕਰਦੇ ਨਾ ਨਾਲ ਅਪਾਇੰਟਮੈਂਟ ਦੀ ਡੇਟਾ ਮੋੜੇ ਆ ਜਾਂਦੀ ਆ। ਨਹੀਂ ਉਹ ਪੇਮੈਂਟ ਉਹ ਕਹਿੰਦੇ ਕਿ ਐਰਰ ਆ, ਪੇਮੈਂਟ ਤੁਹਾਡੀ ਐਕਸੈਪਟ ਨਹੀਂ ਹੋਈ, ਪਰ ਪੇਪਾਲ ਤੋਂ ਪੇਮੈਂਟ ਚਲੇ ਗਈ ਆ। ਤੇ ਮੈਂ ਉਹਨਾਂ ਨੂੰ 3 ਵਾਰੀ ਫੋਨ ਵੀ ਕਰ ਚੁੱਕਾ ਵਾ, ਉਹ ਕਹਿੰਦੇ ਕਿ ਸਾਡੇ ਕੋਲ ਕੋਈ ਅਸੀਂ ਤੁਹਾਡੀ ਐਪਲੀਕੇਸ਼ਨ ਦੇਖ ਨਹੀਂ ਸਕਦੇ। ਤੇ ਮੈਂ ਤੁਹਾਨੂੰ ਇਹ ਪੁੱਛਣਾ ਸੀ ਆਪਾਂ ਉਹਨੂੰ ਐਪਲੀਕੇਸ਼ਨ ਦੁਬਾਰਾ ਕਰ ਸਕਦੇ ਹਾਂ?
ਭਾਜੀ ਉਹ ਤਾਂ ਇੱਕ ਵਾਰੀ ਤੁਹਾਡੀ ਐਪਲੀਕੇਸ਼ਨ ਖੋਲ ਕੇ ਦੇਖਣਾ ਪਊਗਾ, ਉਹ ਤਾਂ ਮੈਂ ਹੁਣ ਰੇਡੀਓ ਤੇ ਨਹੀਂ ਕਰ ਸਕਦਾ, ਪਰ ਟਾਈਮ ਕੱਢ ਕੇ ਆ ਜਾਓ, ਆਪਾਂ ਐਪਲੀਕੇਸ਼ਨ ਖੋਲ ਕੇ ਦੇਖ ਲੈਂਦੇ ਕੀ ਕਹਿੰਦੇ ਆ ਤੇ ਕੀ ਆਪਸ਼ਨ ਦਿੰਦੇ ਹੈਗੇ ਆ। ਕਿਉਂਕਿ ਫੀਸ ਵਾਸਤੇ ਗਾਹ ਨਹੀਂ ਤੁਰ ਰਿਹਾ, ਬਾਕੀ ਸਾਰਾ ਉਦਾਂ ਹੀ ਐਪਲੀਕੇਸ਼ਨ ਪਈ ਹੋਈ ਆ। ਇਹ ਭਾਜੀ ਕਿ ਫੀਸ ਨਹੀਂ ਲਈ ਹੈਗੀ ਨਾ, ਫਿਰ ਮਤਲਬ ਐਪਲੀਕੇਸ਼ਨ ਗਈ ਨਹੀਂ ਹੈਗੀ। ਹਾਂ, ਇਹਦਾ ਮਤਲਬ ਤੁਸੀਂ ਫਿਰ ਉਹਨੂੰ ਨਵੇਂ ਸਿਰੋਂ ਪਾ ਸਕਦੇ ਫਿਰ ਨਵੇਂ ਸਿਰੋਂ ਆਪਾਂ ਦੁਬਾਰਾ ਅਪਲਾਈ ਕਰ ਸਕਦੇ ਜੀ। ਤੇ ਈਮੇਲ ਸੇਮ ਹੀ ਪਾਈਏ ਕਿ ਈਮੇਲ ਡਿਫਰੈਂਟ? ਨਹੀਂ, ਸੇਮ ਪਾ ਸਕਦੇ ਭਾਜੀ ਤੁਸੀਂ, ਕੋਈ ਚੱਕਰ ਨਹੀਂ ਜੀ। ਬਹੁਤ ਧੰਨਵਾਦ ਜੀ। ਠੀਕ ਭੈਣ ਜੀ, ਓਕੇ, ਸਤਿ ਸ਼੍ਰੀ ਅਕਾਲ ਜੀ। ਗੁਰਪਾਲ, ਆਪਾਂ ਹੁਣ ਸੁਨੇਹਾਵਾਲ ਜਾਣਾ, ਪਰ ਪਹਿਲਾਂ ਇੱਕ ਵਾਰੀ ਦੱਸ ਦਿਓ ਕਿ ਤੁਹਾਨੂੰ ਕਿੱਥੇ ਮਿਲ ਸਕਦੇ ਆ। ਤੁਸੀਂ ਬਰਮਿੰਘਮ ਕਦੋਂ ਹੋਣਾ? ਤੁਸੀਂ ਇਲਫਰਡ ਵੀ ਜਾਂਦੇ ਹੋ? ਜੀ ਹਾਂਜੀ, ਸਾਡਾ ਮੇਨ ਹੈੱਡ ਆਫਿਸ ਹੈਗਾ ਹੀ ਇਲਫਰਡ ਹੀ ਹੈ। ਠੀਕ ਹੈ ਜੀ। ਸੋ ਮੰਡੇ, ਟਿਊਜ਼ਡੇ, ਫਰਾਈਡੇ ਤਾਂ ਹਾਫ ਡੇ, ਸੈਟਰਡੇ ਮੈਂ ਇਲਫਰਡ 'ਚ ਹੁੰਦਾ ਹੈਗਾ। ਐਵਰੀ ਵੈਨਸਡੇ ਆਪਾਂ ਜਾਈਦਾ ਹੈਗਾ ਬਰਮਿੰਘਮ। ਥਰਸਡੇ ਅੱਜ ਦੇ ਦਿਨ ਸਾਊਥ ਫੁਲ ਛੋਈਦਾ ਤਾਂ 2 ਘੰਟੇ ਲਈ ਪੰਜਾਬ ਰੇਡੀਓ ਆਈਦਾ। ਠੀਕ ਹੈ ਜੀ। ਹਾਂਜੀ, ਪੰਜਾਬ ਰੇਡੀਓ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ? ਮੈਂ ਏਅਰਪੋਰਟ ਤੋਂ ਗੁਰਜੀਤ ਬੋਲ ਰਿਹਾ ਜੀ। ਜੀ ਗੁਰਜੀਤ ਜੀ। ਜੀ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ, ਗੁਰਪਾਲ ਬੋਲਦਾ। ਭਾਜੀ ਐਕਚੁਅਲੀ ਮੇਰਾ ਸਵਾਲ ਇਹ ਸੀਗਾ, ਜਿਹੜਾ ਜੁਬਰਾਨੋ ਆ ਹੁਣ ਜਿਹੜਾ 22 ਜੁਲਾਈ ਤੇ ਆ ਜੀ, ਇਹਦੇ ਚ ਵਨ ਡੇ ਸਰਵਿਸ ਵੀ ਲਾਗੂ ਆ ਕਿ ਨਹੀਂ? ਭਾਜੀ ਜਿੰਨੇ ਵੀ ਨਾ EU ਦੇ ਹਿੰਟ ਐਪਲੀਕੇਸ਼ਨਸ ਆ, ਇਹ ਕੋਈ ਵੀ ਵਨ ਡੇ 'ਚ ਨਹੀਂ ਹੈਗੇ। ਤਾਂ ਜੁਬਰਾਨੋ ਦੀ ਐਪਲੀਕੇਸ਼ਨ ਹੈਗੀ ਤਾਂ EU ਸੈਟਲ ਸਟੇਟਸ ਦਾ ਐਪਲੀਕੇਸ਼ਨ ਹੀ ਆ। ਸੋ ਭਾਜੀ ਨਹੀਂ, ਜਿਨ੍ਹਾਂ ਨੇ ਹੁਣ ਕਰਨੇ ਹੈਗੇ ਮੇਨ ਕੈਟੇਗਰੀ ਰਹਿ ਗਏ ਉਹ ਆ ਜਿਨ੍ਹਾਂ ਨੇ ਨਵੇਂ ਹੁਣ ਹੀ ਆਪਣੇ ਐਪਲੀਕੇਸ਼ਨ ਬੱਚਿਆਂ ਦੇ ਬੇਸ ਉੱਪਰ ਮਨਜ਼ੂਰੀਆਂ ਲਾਈਆਂ ਹੈਗੀਆਂ, ਤਾਂ ਬੱਚੇ ਕਿ ਬ੍ਰਿਟਿਸ਼ ਹੋ ਚੁੱਕੇ ਹੈਗੇ ਆ। ਮਤਲਬ ਉਹੀ ਇੱਕ ਕੈਟੇਗਰੀ ਰੀਅਲੀ ਇੱਕ ਰਹਿ ਚੁੱਕੀ ਕਿ ਆਪਾਂ ਅੱਜ ਦੇ ਦਿਨ ਉਹ ਕਾਨੂੰਨੀ ਤੌਰ 'ਤੇ ਉਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੀਏ। ਸੋ ਉਹਦਾ ਚੀਜ਼ ਤੁਹਾਨੂੰ ਖਿਆਲ ਰੱਖਣਾ ਪਊਗਾ। ਠੀਕ ਆ ਭਾਜੀ। ਉਹਦੇ 'ਚ ਆਪਾਂ ਨੂੰ ਜਿੱਦਾਂ ਵੀ ਜਿਹੜੇ ਨਵੇਂ ਬੱਚਿਆਂ ਦੇ ਮਿਲੇ ਆ ਉਹਨਾਂ ਦੇ ਬੇਸ ਤੇ ਲਾ ਕੇ ਆਪਾਂ ਆਪਣੀ ਵਨ ਡੇ ਸਰਵਿਸ ਲੈ ਸਕਦੇ ਆ। ਭਾਜੀ ਚ ਵਨ ਡੇ ਸਰਵਿਸ ਨਹੀਂ ਭਾਜੀ, ਇਹ 'ਚ ਵਨ ਡੇ ਸਰਵਿਸ ਨਹੀਂ ਹੈਗੀ, ਤੇ ਇਹ ਉਹਨਾਂ ਨੂੰ ਲਾਗੂ ਹੈਗੀ ਜਿਹਨਾਂ ਕੋਲ ਹਲੇ ਤੱਕ ਹੋਰ ਕੋਈ ਵੀਜ਼ਾ ਨਹੀਂ ਹੈਗਾ। ਓਕੇ, ਜਿਹਨਾਂ ਕੋਲ ਹੋਰ ਕੋਈ ਵੀਜ਼ਾ ਨਹੀਂ ਹੈ। ਦੈਟਸ ਰਾਈਟ ਭਾਜੀ। ਆਲਰਾਈਟ। ਤੇ ਭਾਜੀ ਇਹਦਾ ਸਮਾਂ ਕਿੰਨਾ ਵਾ? ਭਾਜੀ ਜਿਹਨੇ ਵੀ EU ਸੈਟਲ ਸਟੇਟਸ ਦੀ ਐਪਲੀਕੇਸ਼ਨ ਭਾਜੀ 6 ਮਹੀਨੇ ਤਾਂ ਲੱਗੀ ਜਾਂਦੇ ਆ। ਹੈਲੋ ਭਾਜੀ 6 ਮਹੀਨੇ ਅਪ ਟੂ ਟਾਈਮ ਤਾਂ ਲੱਗ ਹੀ ਜਾਂਦਾ ਆ। ਓਕੇ, 6 ਮਹੀਨੇ ਅਪ। ਠੀਕ ਹੈ ਜੀ। ਆਲਰਾਈਟ ਭਾਈ, ਥੈਂਕ ਯੂ। ਮੈਂ ਇਹੋ ਜਾਣਨਾ ਸੀ ਭਾਈ। ਬਹੁਤ ਧੰਨਵਾਦ ਗੁਰਜੀਤ ਸਿੰਘ ਜੀ। ਹਾਂਜੀ, ਇਹ ਸਨ ਗੁਰਜੀਤ ਸਿੰਘ ਜੀ। ਤੇ ਹੋਰ ਕੋਈ ਨਵਾਂ ਕਾਨੂੰਨ ਆਇਆ ਗੁਰਪਾਲ? ਭਾਜੀ ਨਵਾਂ ਕਾਨੂੰਨ ਤਾਂ ਨਹੀਂ ਲਿਆਇਆ ਹਲੇ, ਤਾਂ ਜੋ ਅੱਗੇ ਪੁਰਾਣੇ ਕਾਨੂੰਨ ਸੀ ਉਹਦੀਆਂ ਪਾਲਿਸੀਆਂ ਉਹਦੀਆਂ ਸ਼ੁਰੂਆਤ ਹੋ ਗਈਆਂ ਹੈਗੀਆਂ। ਕਈ ਪਿਛਲੇ ਮਹੀਨੇ ਤੋਂ ਵੀ ਸ਼ੁਰੂ ਹੋ ਗਈਆਂ ਸੀ, ਕਈ ਇਸ ਮਹੀਨੇ ਤੋਂ ਸ਼ੁਰੂ ਹੋ ਚੁੱਕੀਆਂ ਹੈਗੀਆਂ। ਮੇਨ ਕਿ ਸ਼ਾਇਦ ਕਿ ਸਾਨੂੰ ਲਾਗੂ ਹੈਗਾ ਤਾਂ ਉਹੀ ਹੈ ਜਦੋਂ ਨਵੇਂ ਗੇ FLRFP ਦੇ ਰੂਲ ਸੀ ਨਾ, ਉਹਨੂੰ ਹੁਣ ਚੇਂਜ ਕਰ ਚੁੱਕੇ ਹੈਗੇ, ਉਹਨੂੰ ਨਵੇਂ ਅਪੈਂਡਿਕਸ ਦੇ ਰੂਲਸ ਤਿਆਰ ਕੀਤੇ ਹੈਗੇ। ਤਾਂ ਹੁਣ ਕਈਆਂ ਨੂੰ ਇਹ ਹੈਗਾ ਜੋ ਕਿ ਪਹਿਲੋਂ 10 ਸਾਲ ਦੇ ਰੂਟ ਸੀ, ਕਈਆਂ ਨੂੰ 5 ਸਾਲ ਦਾ ਵੀ ਮੌਕਾ ਮਿਲਣਾ, ਪਰ ਉਹ ਜ਼ਿਆਦਾ ਯੰਗ ਇੰਡੀਵਿਜੂਅਲਸ ਹੈਗੇ ਜਿਹੜੇ ਕਿ 18 ਤੋਂ ਅੱਗੇ 25 ਸਾਲ ਦੇ ਵਿੱਚ ਹੈਗੇ ਆ। ਬੱਚੇ ਬੱਚੇ ਇੱਥੇ ਹੁਣ ਰਹਿੰਦੇ ਹੈਗੇ, ਹੁਣ 7 ਸਾਲ ਹੋ ਗਿਆ, ਹੁਣ ਸਿੱਧਾ ਡਾਇਰੈਕਟ PR ਦਾ ਮੌਕਾ ਮਿਲਦਾ ਹੈਗਾ ਕਿ ਤੁਸੀਂ 18-25 ਸਾਲ ਦੇ ਵਿੱਚ ਕਿ ਤੁਸੀਂ ਹੈਗੇ ਆ ਕਿ ਤੁਹਾਨੂੰ ਆਲਰੇਡੀ 2.5 ਸਾਲ ਦਾ ਕਿ ਤੁਸੀਂ ਲੈ ਚੁੱਕੇ ਹੈਗੇ ਆ, ਤਾਂ ਤੁਸੀਂ ਹੁਣ ਉਹ ਵੀ ਡਾਇਰੈਕਟਲੀ ਅਪਲਾਈ ਕਰ ਸਕਦੇ। ਸੋ ਕਈ ਇਸ਼ੂਜ਼ ਚੇਂਜਿਸ ਆਏ ਹੈਗੇ ਆ, ਪਰ ਕਿ ਆਪਾਂ ਦੇਖੀਏ ਜੋ ਮੇਨ ਹੈ ਕਿ ਸਾਨੂੰ ਸਵਾਲ ਇਹ ਪੁੱਛਦੇ ਸਾਨੂੰ 10 ਸਾਲ ਤੇ ਸਿੱਧਾ ਆਪਾਂ ਡਾਇਰੈਕਟ ਕਨਵਰਟ ਹੋ ਸਕਦੇ ਹਾਂ, ਬਿਕਾਜ਼ ਪਹਿਲਾਂ ਜਦੋਂ ਚੇਂਜ ਕਰਦੇ ਸੀ ਤੁਹਾਡੀ ਜੋ 5 ਸਾਲ ਦੀ ਗਿਣਤੀ ਦੁਬਾਰਾ ਸ਼ੁਰੂ ਹੋ ਜਾਂਦੀ ਸੀ। ਇਹ ਨਵੇਂ ਰੂਲਸ ਦੇ ਵਿੱਚ ਕਹਿੰਦੇ ਹੈਗੇ ਤੁਹਾਨੂੰ ਦੁਬਾਰਾ ਸ਼ੁਰੂ ਕਰਨ ਦੀ ਲੋੜ ਨਹੀਂ ਹੈਗੀ, ਪਰ ਉਹ ਵੀ ਲਿਮਿਟਿਡ ਹੈਗੇ ਆ। ਰਿਲੈਕਸ ਕਰ ਦਿੱਤਾ ਨਵਾਂ, ਚਲੋ ਰਿਲੈਕਸ ਵੀ ਕਰਤਾ। ਮੈਂ ਕਹਿੰਦਾ ਕਈ ਪਾਸੇ ਥੋੜੀ ਸਿਆਣਪ ਵੀ ਵਰਤੀ ਹੈਗੀ ਆ। ਹੁਣ ਬੱਚੇ ਜੋ ਮੈਂ ਦੇਖਾਂ ਅੱਗੇ ਤੁਸੀਂ ਹੁਣ ਅੱਗੇ 18 ਸਾਲ ਦੇ ਉੱਪਰ ਆ, ਤੁਸੀਂ ਹਲੇ ਯੂਨੀਵਰਸਿਟੀ ਜਾਣਾ ਹੈਗਾ, ਯੂਨੀਵਰਸਿਟੀ ਜਾਣ 'ਚ ਫੀਸਾਂ ਦੀ ਤੁਹਾਨੂੰ ਇਸ਼ੂ ਬਣਦੀ ਹੈਗੀ। ਅਸੀਂ ਤਾਂ ਹਲੇ ਤੁਸੀਂ ਹੈ ਤਾਂ ਸੈਟਲ ਸੀ, ਤੁਸੀਂ ਆਏ ਹੈਗੇ ਕਿ ਗਲਤੀ ਕੁਛ ਹੋਈ ਹੈਗੀ, ਸ਼ਾਇਦ ਤੁਹਾਡੀ ਆਪਣੀ ਤਾਂ ਨਹੀਂ ਹੋਈ, ਤੁਹਾਡੇ ਮਾਪੇ ਦੀ ਹੋਈ ਹੈਗੀ ਆ, ਪਨਿਸ਼ਮੈਂਟ ਵੀ ਉਹ ਬੱਚੇ ਨੂੰ ਨਾਲ ਮਿਲ ਰਹੀ ਸੀ। ਸੋ ਇਸੇ ਆਰਗੂਮੈਂਟਸ ਕਈ ਚੀਜ਼ਾਂ ਸਾਡੇ ਫਾਇਦੇ 'ਚ, ਸਾਡੇ ਬੱਚਿਆਂ ਲਈ ਯੰਗਸਟਰਸ ਉਹਨਾਂ ਲਈ ਫਾਇਦੇ 'ਚ ਹੋ ਚੁੱਕੀ ਹੈ। ਮਗਰ ਜਦੋਂ ਸਟੇ ਮਿਲਦੀ ਉਹਦੇ ਬਾਅਦ 'ਚ ਹੀ ਇਹ ਫਾਇਦੇ ਜੋ ਪਲੱਸ ਪੁਆਇੰਟ ਸ਼ੁਰੂ ਹੁੰਦੇ ਤੋਂ ਪਹਿਲਾਂ ਨਹੀਂ ਸ਼ੁਰੂ ਹੁੰਦੇ। ਠੀਕ ਹੈ ਜੀ। ਪੰਜਾਬ ਰੇਡੀਓ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਗੁਰਪਾਲ ਭਾਜੀ, ਮੈਂ ਪੁੱਛਣਾ ਸੀ ਤੁਹਾਨੂੰ ਜੀ ਬ੍ਰਿਟਿਸ਼ ਪਾਸਪੋਰਟ ਜਿਹੜੀ ਹੁਣ ਅਪਲਾਈ ਕੀਤੀ ਐਕਸਪਾਇਰ ਹੋ ਗਈ ਸੀ ਸਾਡੀ ਜੀ, ਇਹਨੂੰ 6 ਮਹੀਨੇ ਰਹਿੰਦੇ ਸੀ, ਉਹ ਮੈਂ ਅਪਲਾਈ ਕੀਤੀ ਆਨਲਾਈਨ ਜੀ। ਮੈਂ ਕਰਦਾ ਸੀ ਫਾਸਟ ਟਰੈਕ, ਪਤਾ ਨਹੀਂ ਕੋਈ ਪੇਜ ਮੈਸ ਹੋ ਗਿਆ ਸੀ ਪੇਜ ਤੇ ਹੋ ਗਈ ਸੀ ਨੋਰਮਲ ਜੀ, ਤੇ ਉਹਨੂੰ 10 ਵੀਕ ਲੱਗਦੇ ਆ, ਤੇ ਮੈਂ ਦੁਬਾਰਾ ਫਾਸਟ ਟਰੈਕ ਤੇ ਦੁਬਾਰਾ ਮੈਂ ਅਪਾਇੰਟਮੈਂਟ ਬੁੱਕ ਕੀਤੀ ਸੀ, ਤੇ ਉਹ ਕਹਿੰਦੇ ਪਹਿਲੇ ਜੋ ਅਪਲਾਈ ਕੀਤੀ ਉਹਨੂੰ ਕੈਂਸਲ ਕਰ ਲਓ। ਮੈਂ ਉਹਨੂੰ ਕੈਂਸਲ ਵੀ ਕੀਤੀ ਹੈ, ਤੇ ਕੱਲ ਮੈਂ ਜਾ ਕੇ ਦੂਸਰੇ ਪੇਜ ਜਮ੍ਹਾਂ ਕਰਾ ਕੇ ਆਇਆ, ਤੇ ਹੁਣ ਵੀ ਮੈਨੂੰ ਉਸੇ ਜਿਹੜਾ ਪੁਰਾਣਾ ਵਾਲਾ ਰੈਫਰੈਂਸ ਨੰਬਰ ਹੈ ਉਸੇ ਹੀ ਮੈਨੂੰ ਦੁਬਾਰਾ ਮੈਸੇਜ ਆ ਰਿਹਾ ਹੈ, ਉਹਨਾਂ ਨੇ ਉਹਨੂੰ ਕੈਂਸਲ ਨਹੀਂ ਕੀਤਾ। ਇਹਦਾ ਕੁਝ ਪਤਾ ਹੈ ਤੁਹਾਨੂੰ ਇਹਦੇ ਵਿੱਚ?
ਭਾਜੀ ਮੈਂ ਪਹਿਲੀ ਚੀਜ਼ ਤਾਂ ਇਹ ਕਹੂੰਗਾ ਨਾ, ਜਿਹੜਾ ਰਸ਼ ਹੈਗਾ ਸੀ ਪਾਸਪੋਰਟ ਦਾ, ਉਹ ਤਾਂ ਆਪਾਂ ਹਮੇਸ਼ਾ ਦੇਖੀ ਦਾ ਜਦ ਬੱਚਿਆਂ ਦੀ ਛੁੱਟੀਆਂ ਹੁੰਦੀਆਂ, ਪਿੱਛੇ ਹਾਫ ਟਾਈਮ ਹੋ ਗਿਆ ਸੀ, ਮੋੜੇ ਹੁਣ ਸਮਰ ਹੋਲੀਡੇਜ਼ ਆ ਰਹੇ ਹੈਗੇ ਆ, ਤਾਂ ਪਿਛਲੇ ਜੋ ਮੈਂ ਕਹੂੰਗਾ ਲੋਕਡਾਊਨ ਦੇ ਵਿੱਚ ਲੋਕਾਂ ਨੇ ਆਪਣੇ ਪਾਸਪੋਰਟ ਰੀਨਿਊ ਕੀਤੇ ਨਹੀਂ, ਉਹ ਇੱਕਦਮ ਰਾਤੋਂ ਰਾਤ ਸੋਚਦੇ ਸਾਰੇ ਇਕੱਠੇ ਕਰੀਏ। ਤਾਂ ਇੱਦਾਂ ਇਹ ਲੱਗਦਾ ਹੈਗਾ ਪਾਸਪੋਰਟ ਵਾਲਾ ਸਟਾਫ ਜੋ ਹੈਗਾ ਉਹ ਵੀ ਘਰ ਬੈਠੇ ਹੈਗੇ, ਉਹ ਵੀ ਆਪਣਾ ਤੇਜ਼ੀ ਦੇ ਨਾਲ ਕੰਮ ਕਰ ਨਹੀਂ ਰਹੇ ਜਿੰਨਾ ਕਰਨਾ ਚਾਹੀਦਾ। ਅਤੇ ਇਹਦੇ ਵਿੱਚ ਆਪਾਂ ਬੈਕਲੌਗ ਕਾਫੀ ਦੇਖਿਆ ਸੀ, ਕਾਫੀ ਮੀਡੀਆ 'ਚ ਵੀ ਆਪਾਂ ਗੱਲਾਂ ਸੁਣੀਆਂ ਸੀ। ਮਗਰ ਮੈਂ ਜਿੰਨੇ ਵੀ ਹੁਣ ਪਿਛਲੇ ਮਹੀਨੇ 6 ਹਫ਼ਤਿਆਂ 'ਚ ਕੇਸਿਸ ਕੀਤੇ, ਮੈਂ ਨੋਰਮਲ ਐਪਲੀਕੇਸ਼ਨਾਂ ਕਰਕੇ ਦੇਖੀਆਂ ਗਈਆਂ ਭਾਜੀ, ਵਿਦਿਨ 3 to 4 ਵੀਕਸ ਆ ਰਹੇ ਆ। ਸੋ ਉੱਦਾਂ ਉਹ ਕਹਿੰਦੇ ਸੀ 10 ਵੀਕਸ ਲੱਗ ਰਹੇ ਹੈਗੇ ਆ, ਇਨ ਪ੍ਰੈਕਟਿਸ ਮੈਂ ਦੇਖਿਆ ਇੰਨੀ ਚਿਰ ਵੀ ਨਹੀਂ ਲੱਗਦਾ ਹੈਗਾ। ਤਾਂ ਅੱਗੇ ਤੁਸੀਂ ਫਾਸਟ ਟਰੈਕ ਵਰਤਣਾ ਹੈਗਾ, ਯੈਸ ਕਰ ਸਕਦੇ ਹਾਂ, ਪਰ ਮੈਨੂੰ ਇਹ ਵੀ ਨਹੀਂ ਪਤਾ ਕਿ ਫਾਸਟ ਟਰੈਕ ਦੀ ਆਪਸ਼ਨ ਤੁਹਾਨੂੰ ਮਿਲ ਵੀ ਰਹੀ ਹੈਗੀ ਆ। ਪਰ ਅਦਰਵਾਈਜ਼ ਕਿ ਨੋਰਮਲ ਐਪਲੀਕੇਸ਼ਨ ਕਰਨਾ ਚਾਹੁੰਦੇ ਆ ਉਹ ਵੀ ਕਰਕੇ ਦੇਖ ਲਓ। ਮੇਰੇ ਹਿਸਾਬ ਨਾਲ ਤੁਹਾਡੇ 2-3 ਹਫ਼ਤੇ ਤਾਂ ਵੈਸੇ ਹੁਣ ਬਚਾਅ ਹੋ ਜਾਣੇ ਸੀ ਜਿੰਨੇ ਤੁਸੀਂ ਹੁਣ ਐਪਲੀਕੇਸ਼ਨ ਦਿੱਤੀ ਹੈ। ਨਹੀਂ ਅਸੀਂ ਦੋਨੋਂ ਅਪਲਾਈ ਕਰ ਚੁੱਕੇ ਹਾਂ। ਹੁਣ ਮੈਂ ਆਫਿਸਰ ਨੂੰ ਫੋਨ ਕੀਤਾ ਸੀ, ਉਹ ਕਹਿੰਦਾ ਮੈਂ ਤੁਹਾਨੂੰ ਕੱਲ ਹੀ ਗੱਲ ਹੋਈ, ਉਹ ਕਹਿੰਦਾ ਮੈਂ 2 ਘੰਟੇ ਤੁਹਾਡਾ ਪਹਿਲਾਂ ਵਿਡਰਾਅ ਕਰ ਦਾਂਗਾ। ਉਹ ਹੁਣ ਮੈਂ ਚੈੱਕ ਕਰਦਾ ਵਿਡਰਾਅ ਹੋਇਆ ਨਹੀਂ। ਦੈਨ ਭਾਜੀ ਯੂ ਹੈਵ ਟੂ ਵੇਟ ਫॉर ਦ ਸਿਸਟਮ ਟੂ ਬੀ ਅਪਡੇਟਡ, ਜਾਂ ਤੁਸੀਂ ਦੁਬਾਰਾ ਫਿਰ ਫੋਨ ਕਰਕੇ ਦੇਖ ਲਓ। ਓਕੇ ਜੀ, ਓਕੇ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ। ਪੰਜਾਬ ਰੇਡੀਓ ਜੀ, ਹੈਲੋ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਨਾਲ ਗੱਲ ਕਰ ਸਕਦੇ ਜੀ ਜ਼ਰੂਰ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ ਠੀਕ ਠਾਕ? ਹਾਂਜੀ ਠੀਕ ਠਾਕ। ਭਾਜੀ ਮੈਂ ਇਹ ਜਬਰਾਨੋ ਕੇਸ ਬਾਰੇ ਪਤਾ ਕਰਨਾ ਸੀਗਾ, ਜਿਹੜੀ ਨਵੀਂ ਅਪਡੇਟ ਆਈ ਆ। ਜੀ ਦੱਸੋ ਜੀ। ਸਾਡਾ ਜਿਹਦਾ ਬੱਚਾ ਜਿੱਦਾਂ ਉਹ ਬ੍ਰਿਟਿਸ਼ ਹੋਇਆ, ਜਿਹਦਾ ਸਾਨੂੰ ਹੁਣ ਮਿਲਿਆ, ਤੇ ਸਾਡੇ ਕੋਲ ਹਜੇ ਕੁਛ ਹੈ ਨਹੀਂ, ਤਾਂ ਅਸੀਂ ਕੁਆਲੀਫਾਈ ਕਰ ਸਕਦੇ ਉਹਦੇ ਵਿੱਚ? ਇਹ ਤੁਹਾਡੇ ਕੋਲ ਨਹੀਂ ਹੈਗਾ, ਯੈਸ ਤੁਸੀਂ ਫਿਰ ਕਰ ਸਕਦੇ ਹੈਗੇ। ਠੀਕ ਹੈ, ਪਰ ਤੁਹਾਡੇ ਕੋਲ 22 ਜੁਲਾਈ ਤੱਕ ਹੀ ਟਾਈਮ ਹੈ ਐਪਲੀਕੇਸ਼ਨ ਦਰਜ ਕਰਨ ਵਾਸਤੇ। ਠੀਕ ਹੈ, ਹਾਂਜੀ। ਜਿੱਦਾਂ ਸਾਨੂੰ ਵੀ ਹੁਣੀ ਲੈਟਰ ਆਇਆ, ਤੇ ਫਿਰ ਜਿੱਦਾਂ ਮਤਲਬ ਕਿ ਫਿਰ ਜਿੱਦਾਂ ਹਜੇ ਸਾਡੇ ਕੋਲ ਹੈਗਾ ਟਾਈਮ। ਲੈਟਰ ਕਿਹਦਾ ਆਇਆ ਜੀ? ਇਹ ਹਾਂਜੀ ਜਿੱਦਾਂ ਮਤਲਬ ਕਿ ਉਹ ਕਨਫਰਮੇਸ਼ਨ ਈਮੇਲ ਆਈ ਹੈ। ਕਿਹਦੀ ਕਨਫਰਮੇਸ਼ਨ ਆਈ ਈਮੇਲ ਆਈ ਹੈ? ਸਟੇਟਸ ਬੱਚੇ ਦੀ, ਜਿੱਦਾਂ ਬੱਚੇ ਦੀ ਯੂਜ਼ੀ ਸਟੇਟਸ ਕਨਫਰਮੇਸ਼ਨ ਨਹੀਂ ਹੁੰਦੀ, ਉਹਨੂੰ ਤੁਹਾਨੂੰ ਸਿੱਧੀ ਯੂਜ਼ੀ ਲੈਟਰ ਤੇ ਨਾਲ ਸਰਟੀਫਿਕੇਟ ਹੁੰਦੀ ਹੈ। ਹਾਂਜੀ, ਨਹੀਂ ਪਹਿਲਾਂ ਈਮੇਲ ਹੀ ਸਾਨੂੰ ਆਈ ਉਹਨਾਂ ਦੀ। ਅੱਛਾ ਜੀ, ਪਰ ਸਰਟੀਫਿਕੇਟ ਵੀ ਆ ਗਈ ਨਾਲ ਮਨਜ਼ੂਰੀ ਦੀ? ਨਹੀਂ ਉਹ ਨਹੀਂ ਆਈ, ਜਿੱਦਾਂ ਮਤਲਬ ਕਿ ਹਜੇ ਆਈ ਨਹੀਂ, ਜਿੱਦਾਂ ਮੈਂ ਵੀ ਹਜੇ ਉਹ ਨਹੀਂ ਆਈ ਹੈਗੀ। ਚਲੋ ਯੂਜ਼ਲੀ ਉਹ ਨਾਲ ਉਹੀ ਹੁੰਦੀ ਹੈ, ਪਰ ਅੱਗੇ ਆ ਗਈ ਕਨਫਰਮੇਸ਼ਨ, ਫਿਰ ਤੁਸੀਂ ਅਪਲਾਈ ਕਰ ਲਿਓ ਬੇਸ਼ੱਕ। ਇਹ ਠੀਕ ਹੈ। ਅੱਛਾ ਭਾਜੀ, ਜਿੱਦਾਂ ਇੱਕ ਇਹਦੇ ਵਿੱਚ ਪੁੱਛਣਾ ਸੀਗਾ, ਇਹ ਜੇ ਜਬਰਾਨੋ ਆਪਾਂ ਕਰਦੇ ਹਾਂ ਅਪਲਾਈ, ਤੇ ਇਹਦੇ ਵਿੱਚ 1 ਡੇ ਸਰਵਿਸ ਤੁਸੀਂ ਦੱਸ ਦਿੱਤਾ ਹੈ ਨਾ ਵੀ ਨਹੀਂ ਹੁੰਦੀ ਭਾਜੀ। ਇੱਕ 1 ਡੇ ਸਰਵਿਸ ਨਹੀਂ ਹੈਗੀ, ਦੂਸਰੇ ਪਾਸੇ ਇਹਦੀ ਡਿਸੀਜਨ ਵੀ ਦੇਖੀ 6 months to ਸਾਲ ਲੱਗ ਸਕਦਾ ਹੈਗਾ। ਸੋ ਉਨੇ ਸਮੇਂ ਦੇ ਵਿੱਚ ਤੁਸੀਂ ਟਰੈਵਲ ਨਹੀਂ ਕਰ ਪਾਓਗੇ, ਬਿਕੋਜ਼ ਤੁਹਾਡੀ ਕੋਈ ਮਨਜ਼ੂਰੀ ਨਹੀਂ ਆਈ ਹੈਗੀ। ਹਰ ਇੱਕ ਐਕਸਟੈਂਸ਼ਨ ਟਾਈਮ ਦੇ ਵਿੱਚ ਅਪਲਾਈ ਕਰਦੇ ਹੈਗੇ ਆ, ਤੁਹਾਡੀ ਉਹਨੂੰ 39C ਲੀਵ ਕਹਿੰਦੇ ਹੈਗੇ, ਕਾਨੂੰਨੀ ਇੱਕ ਲਫ਼ਜ਼ ਆ, ਉਹ ਥੋੜੀ ਸਟੇ ਉਹਨੇ ਚਿਰ ਗਿਣਤੀ 'ਚ ਰਹਿੰਦੀ ਹੈਗੀ। ਇਹ ਟੁੱਟਦੀ ਨਹੀਂ ਹੈਗੀ, ਗੈਪ ਨਹੀਂ ਹੁੰਦਾ, ਇਹ ਖਰਾਬ ਨਹੀਂ ਹੁੰਦਾ। ਓਕੇ, ਮਤਲਬ ਇਹ ਤਾਂ ਸਿਰਫ ਤੁਸੀਂ ਆਪਣੇ ਹਿਸਾਬ ਨਾਲ ਸੋਚ। ਤੁਸੀਂ ਇਦਾਂ ਕਰੋ ਨਾ ਕਿ ਇਹਨਾਂ ਨੂੰ ਮਿਲ ਹੀ ਲਓ, ਮਿਲ ਕੇ ਜ਼ਿਆਦਾ ਗੱਲ ਹੋ ਜਾਂਦੀ ਹੈ ਨਾ ਡਿਟੇਲ 'ਚ। ਸੌਰੀ, ਮੈਂ ਥੋੜਾ ਕੁਐਸਚਨ ਜ਼ਿਆਦਾ ਪੁੱਛ ਰਿਹਾ ਸੀ। ਨਹੀਂ ਕੋਈ ਨਹੀਂ, ਉਹ ਤਾਂ ਜੀ ਬਹੁਤ ਧੰਨਵਾਦ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਪੰਜਾਬ ਰੇਡੀਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਲੈਸਟਰ ਤੋਂ ਬੋਲਦੀ ਹਾਂ, ਮਨਜਿੰਦਰ। ਹਾਂਜੀ ਮਨਜੀਤ। ਹਾਂਜੀ, ਮੈਂ ਪਤਾ ਕਰਨਾ ਸੀ, ਕਦੇ ਮੇਰਾ ਬ੍ਰਦਰ ਆਇਆ ਸੀਗਾ 10 ਸਾਲ ਪਹਿਲਾਂ, ਤਾਂ ਉਹਨੂੰ ਕਦੇ ਕੰਟਰੀ 'ਚ ਬਾਹਰ ਨਹੀਂ ਦਿੱਤਾ, ਕਰਕੇ ਉਹਦੇ ਪਤਾ ਨਹੀਂ ਬਿਆਨ ਨਹੀਂ ਮਿਲੇ ਸੀਗੇ ਜੀ, ਤਾਂ ਉਹਨਾਂ ਨੇ ਟੈਂਸ਼ਨ ਸੈਂਟਰ 'ਚ ਲੈ ਗਏ ਸੀ, ਤੇ ਦੂਏ ਦਿਨ ਚੜਾ ਦਿੱਤਾ ਸੀਗਾ। ਹੁਣ ਕਿਤੇ 10-12 ਸਾਲ ਹੋ ਗਏ ਆ, ਤਾਂ ਕਿੱਦਾਂ ਜੇ ਅਸੀਂ ਮੁੜ ਕੇ ਉਹਨੂੰ ਰਾਹਦਾਰੀ ਪਾਈਏ, ਉਹ ਪੁਰਾਣਾ ਰੈਕੋਰਡ ਤਾਂ ਨਹੀਂ ਕੱਢ ਲਿਓਗੇ? ਭੈਣ ਜੀ, ਪਹਿਲੀ ਚੀਜ਼ ਤਾਂ ਕਦੇ ਝੂਠ ਨਹੀਂ ਆਪਾਂ ਬੋਲੀ ਦਾ ਐਪਲੀਕੇਸ਼ਨ ਫਾਰਮ ਦੇ ਵਿੱਚ। ਸੋ ਪੁੱਛਦੇ ਹੁੰਦੇ ਕਦੇ ਅਪਲਾਈ ਕੀਤਾ ਸੀ, ਕਦੇ ਨਾ ਹੋਈ ਆ, ਕਦੇ ਨਹੀਂ ਨਾ ਹੋਈ, ਹੈ ਨਾ। ਉਹਦੇ ਬਾਅਦ 'ਚ ਗਏ ਤੁਸੀਂ ਕੇਸ ਲਾਉਣੇ ਵੀ ਹੈਗੇ ਆ। ਹਿਸਟਰੀ ਤਾਂ ਤੁਹਾਡੀ ਕਦੇ ਚੇਂਜ ਹੁੰਦੀ ਨਹੀਂ ਹੈਗੀ। ਹਾਂਜੀ, ਤੁਹਾਡੀ ਹਿਸਟਰੀ ਜੋ ਹੈਗੀ ਕਦੇ ਚੇਂਜ ਹੁੰਦੀ ਨਹੀਂ, ਪਰ ਉਹਦੇ ਅਗਲਾ ਵੀ ਫਿਰ ਕਦਮ ਤੁਹਾਨੂੰ ਦੇਖਣਾ ਪਊਗਾ। ਓਕੇ, ਕਦੇ ਦੁਬਾਰਾ ਅਪਲਾਈ ਉਹਦਾ ਕਰ ਸਕਦੇ, ਪਰ ਉਹਨਾਂ ਨੇ ਕੱਢ ਸਕਦੇ ਨਾ, ਪਰ ਉਹਨਾਂ ਕੋ ਹੁੰਦਾ ਨਾ ਰੈਕੋਰਡ। ਚਲੋ ਕੱਢੇ ਨਾ ਕੱਢੇ ਭੈਣ ਜੀ, ਆਪਾਂ ਤਾਂ ਫਿਰ ਦੱਸਣਾ ਹੀ ਪਊਗਾ ਨਾ। ਹੈ ਨਾ। ਸੋ ਐਪਲੀਕੇਸ਼ਨ 'ਚ ਪੁੱਛਦੇ ਹੈਵ ਯੂ ਐਵਰ ਬੀਨ ਰਿਫਿਊਜ਼ਡ, ਹੈਵ ਯੂ ਐਵਰ ਰਿਕੁਆਇਰਡ ਟੂ ਲੀਵ ਦੀ UK, ਇਹ ਫਿਰ ਚੀਜ਼ਾਂ ਦੱਸਣਾ। ਕਿੱਦਾਂ 10 ਸਾਲ ਹੀ ਕਹਿੰਦੇ ਹੁੰਦੇ ਰੈਕੋਰਡ 'ਚੋਂ ਕੱਢ ਦਿੰਦੇ ਆ, ਫਿੰਗਰਪ੍ਰਿੰਟ ਵੀ ਉਹਨਾਂ ਨੇ ਫਿੰਗਰਪ੍ਰਿੰਟ ਵੀ ਲਏ ਸੀ ਮੁੱਲਾ। ਭੈਣ ਜੀ ਕੱਢੇ ਨਾ ਕੱਢੇ ਸਾਨੂੰ ਤਾਂ ਦੱਸਣਾ ਹੀ ਪਊਗਾ ਨਾ। ਹਾਂਜੀ, ਪਰ ਉਹਨੂੰ ਚੇਤਾ ਨਹੀਂ ਹੈ ਜੇ ਮਿਲੇ ਅੱਜ ਨਹੀਂ ਲਏ। ਭੈਣ ਜੀ ਫਿਰ ਐਪਲੀਕੇਸ਼ਨ 'ਚ ਲਿਖ ਦੋ ਹੋਏ ਆ, ਪਰ ਨਾਲ ਤੁਸੀਂ ਲਿਖ ਸਕਦੇ ਹੈ ਕਿ ਉਹ ਪੁੱਛਦੇ ਕੀ ਸਰਕਮਸਟੈਂਸਸ ਸੀ, ਕਿੱਦਾਂ ਸੀ, ਤੇ ਫਿਰ ਅੱਗੇ ਲਿਖ ਸਕਦਾ ਆਈ ਡੂ ਨਾਟ ਰਿਮੈਂਬਰ ਦਿਸ ਐਗਜ਼ੈਕਟ ਡੇਟ। ਅਬੇ ਮੈਨੂੰ ਯਾਦ ਨਹੀਂ ਹੈ ਨਾ ਐਗਜ਼ੈਕਟ। ਯਾਦ ਨਹੀਂ ਹੈ ਨਾ। ਹਾਂਜੀ, ਓਕੇ ਜੀ, ਥੈਂਕ ਯੂ। ਬਹੁਤ ਧੰਨਵਾਦ ਜੀ। ਨਾ ਹੋ ਬੇਕਰ ਪਾਓ, ਕਿੱਥੇ ਮੇਰੇ ਸਾਥ ਵਿੱਚ? ਤੁਸੀਂ ਕਿੱਥੋਂ ਬੋਲ ਰਹੇ ਹੋ? ਮੈਂ ਲੈਸਟਰ ਤੋਂ ਬੋਲ ਰਹੀ ਹਾਂ। ਬਰਮਿੰਘਮ ਐਵਰੀ ਵੈਨਸਡੇ ਹੁੰਦਾ ਹੈ। ਬਰਮਿੰਘਮ ਐਵਰੀ ਵੈਨਸਡੇ, ਦੈਟਸ ਰਾਈਟ। ਠੀਕ ਹੈ, ਥੈਂਕ ਯੂ ਜੀ। ਬਹੁਤ ਧੰਨਵਾਦ ਮਨਜੀਤ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਕਿਰਪਾਲ ਆਪਣਾ ਨੰਬਰ ਵੀ ਦੇ ਦਿਓ ਹਨਾ। 0208 ਜੀ 514 ਜੀ 0000 5140000 ਤਾਂ ਤੁਹਾਡੇ ਨਾਲ ਅਪਾਇੰਟਮੈਂਟ ਬਣਾ ਸਕਦੇ ਆ। ਜਦੋਂ ਅਪਾਇੰਟਮੈਂਟ ਬਣਾਉਣ 'ਚ ਹਮੇਸ਼ਾ ਫਾਇਦਾਮੰਦ ਹੈਗਾ, ਫਿਰ ਬੰਦਾ ਡਿਸਅਪੋਇੰਟ ਨਹੀਂ ਹੁੰਦਾ। ਸਾਨੂੰ ਵੀ ਬੰਦਾ ਕਲਾਇੰਟਸ ਆ ਰਹੇ ਹੈਗੇ ਆ, ਸੋ ਕਈ ਵਾਰੀ ਅੱਗੇ ਪਿੱਛੇ ਵੀ ਅਪਾਇੰਟਮੈਂਟਸ ਕਰਵਾਉਣੀ ਹੁੰਦੇ, ਆਪਾਂ ਫਿਰ ਫੋਨ ਕਰਾ ਕੇ ਕਰ ਵੀ ਸਕਦੇ ਹਾਂ, ਖੁੱਲਾ ਵਕਤ ਮਿਲ ਜਾਂਦਾ। ਜੀ 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 ਹਾਂਜੀ। ਪੰਜਾਬ ਰੇਡੀਓ ਜੀ, ਹੈਲੋ ਜੀ, ਤੁਹਾਡੀ ਹਾਂਜੀ ਤੁਹਾਡੀ ਲਾਈਨ ਲੱਗ ਗਈ, ਤੁਸੀਂ ਦੁੱਧ ਨਾ ਰੜਕੋ। ਜੀ ਆਇਆਂ ਨੂੰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪਤਾ ਕਰਨਾ ਸੀ ਭਾਜੀ, ਮੇਰੇ ਕੋਲ ਹੈ ਨਾ ਇੰਡੀਅਨ ਪਾਸਪੋਰਟ ਆ ਤੇ ਉਹਦੇ ਤੇ ਮੇਰਾ ਕੋਈ ਲਾਸਟ ਨੇਮ ਨਹੀਂ ਹੈਗਾ। ਅੱਛਾ। ਜਸਟ ਕੌਰ ਹੀ ਚੱਲਦਾ, ਪਰ ਮੈਨੂੰ ਉਹਦੇ ਕਰਕੇ ਪ੍ਰੋਬਲਮ ਜਿੱਦਾਂ ਬਹੁਤ ਹੁੰਦੀ ਜਦੋਂ ਇੱਥੇ ਕੁਛ ਵੀ ਮੇਰੇ ਜਿੱਦਾਂ ਹੁਣ ਮੈਂ ਲਾਇਸੈਂਸ। ਭੈਣ ਜੀ ਤੁਸੀਂ ਜੋ ਕੌਰ ਦੀ ਗੱਲ ਕਰਦੇ ਆ ਉਹ ਤੁਹਾਡੇ ਫਰਸਟ ਨੇਮ ਤੇ ਲਿਖਿਆ ਜਾਂ? ਹਾਂਜੀ ਜਿਹੜਾ ਗਿਵਨ ਨੇਮ ਹੈ ਨਾ ਇੰਡੀਅਨ ਪਾਸਪੋਰਟ ਵਿੱਚ। ਸੋ ਤੁਹਾਡੇ ਸਰਨੇਮ ਤੇ ਕੋਈ ਖਾਲੀ ਰੱਖਿਆ ਨਾ? ਖਾਲੀ ਆ ਹਾਂਜੀ। ਤੇ ਉਹ ਮੈਨੂੰ ਫਿਰ ਐਵਰੀ ਟਾਈਮ ਮੈਨੂੰ ਜਿੱਦਾਂ ਨਾਲ ਕਵਰ ਲੈਟਰ ਲਾਉਣਾ ਪੈਂਦਾ ਜਾਂ ਕੁਛ ਨਾ ਤੇ ਪ੍ਰੋਬਲਮ ਹੁੰਦੀ। ਮੈਂ ਪਤਾ ਕਰਨਾ ਸੀ ਕਿ ਜੇ ਮੈਂ ਆਪਣਾ ਹੁਣ ਉਹਦੇ ਵਿੱਚ ਨੇਮ ਚੇਂਜ ਕਰਨਾ ਇੰਡੀਅਨ ਪਾਸਪੋਰਟ ਤੇ ਉਹਦਾ ਪ੍ਰੋਸੈਸ ਕੀ ਆ? ਭੈਣ ਜੀ ਮੈਂ ਪਹਿਲਾਂ ਤਾਂ ਨਾ ਆਪਣੇ ਸਾਰੇ ਸਰੋਤਿਆਂ ਨੂੰ ਇੱਕ ਐਡਵਾਈਸ ਦੇਣਾ ਚਾਹੁੰਦਾ ਹਾਂ, ਸਪੈਸ਼ਲੀ ਇੰਡੀਆ ਦੇ ਵਿੱਚ ਜੋ ਹੁਣ ਨਵੇਂ ਆਪਣੇ ਪਾਸਪੋਰਟਸ ਬਣਾ ਰਹੇ, ਮੈਂ ਬਹੁਤ ਦੇਖਿਆ ਇਨਫੈਕਟ ਇੱਦਾਂ ਲੱਗਦਾ 80-90% ਲੋਕ ਨਾ ਜੋ ਸਰਨੇਮ ਹੁੰਦਾ ਖਾਲੀ ਰਹਿੰਦੇ ਇੰਡੀਆ ਦੇ ਪਾਸਪੋਰਟ ਦੀ ਐਪਲੀਕੇਸ਼ਨ ਵਿੱਚ। ਮੈਨੂੰ ਇਹ ਨਹੀਂ ਅੱਜ ਤੱਕ ਸਮਝ ਪਈ ਇਹ ਕਿਉਂ ਆ। ਤੇ ਭਾਜੀ ਇਹਦਾ ਪ੍ਰੋਬਲਮ ਇਹ ਹੈ ਜਦੋਂ ਉੱਥੇ ਅਸੀਂ ਆਪਣਾ ਬਰਥ ਸਰਟੀਫਿਕੇਟ ਦਿੰਦੇ ਆ ਤੇ ਆਪਣਾ 10th ਜਾਂ ਦਾ ਸਰਟੀਫਿਕੇਟ ਦਿੰਦੇ ਆ, ਉਹਦੇ ਵਿੱਚ ਹੁੰਦਾ ਹੀ ਨਹੀਂ ਲਾਸਟ ਨੇਮ, ਸੋ ਉਹੀ ਪ੍ਰੋਸੈਸ ਚੱਲਦਾ ਹੈ। ਐਂਡ ਉੱਥੇ ਇੰਨਾ ਜ਼ਿਆਦਾ ਜ਼ਰੂਰੀ ਵੀ ਨਹੀਂ ਹੈਗਾ, ਪਰ ਜਦੋਂ ਹੁਣ ਅਸੀਂ ਇੱਥੇ ਆਉਂਦੇ ਆ ਜਾਂ ਜਿੱਦਾਂ ਹੁਣ ਕੈਨੇਡਾ ਇੱਦਾਂ ਜਾਂਦੇ ਉੱਥੇ ਸਾਰੇ। ਪਰ ਭੈਣ ਜੀ ਇਹ ਤੁਹਾਡਾ 2 ਨੇਮ ਹੈਗੇ ਆ, ਤੁਸੀਂ ਜੋ ਸੈਕੰਡ ਨੇਮ ਹੈ ਉਹ ਤੁਸੀਂ ਸਰਨੇਮ ਦੇ ਰੂਪ ਚ ਵਰਤ ਹੀ ਸਕਦੇ ਨਾ? ਹਾਂਜੀ ਉਹੀ ਮੈਂ ਕਰਨਾ ਚਾਹੁੰਦੀ ਜਿੱਦਾਂ ਮੈਂ ਪਰਮਾਨੈਂਟਲੀ ਹੈ ਨਾ। ਮੈਂ ਭੈਣ ਜੀ ਪਤਾ ਕੀ ਹੁਣ ਇਹ ਤੁਸੀਂ ਹੁਣ ਇਕੱਲੇ ਨਹੀਂ ਹੈਗੇ, ਬਹੁਤ ਲੋਕ ਇੱਥੇ ਆਉਂਦੇ ਹੈਗੇ ਆ ਇਸੇ ਸਿਨੈਰੀਓ ਦੇ ਵਿੱਚ। ਤਾਂ ਹੁੰਦਾ ਕੀ ਹੈ ਜਦੋਂ ਤੁਸੀਂ ਫਾਰਮ ਵੀ ਭਰਨਾ ਆ, ਤੁਸੀਂ ਫਾਰਮ ਦੇ ਵਿੱਚ ਸਰਨੇਮ ਤਾਂ ਭਰਨਾ ਹੀ ਪੈਂਦਾ, ਕਿਉਂਕਿ ਉਹ ਤੋਂ ਬਗੈਰ ਤੁਸੀਂ ਕੰਪਲੀਟ ਹੀ ਨਹੀਂ ਕਰ ਸਕਦੇ। ਫਿਰ ਤੁਸੀਂ ਪਾਸਪੋਰਟ ਦੇ ਬਾਅਦ 'ਚ ਅੱਗੇ ਬੈਂਕ ਅਕਾਊਂਟ ਖੋਲ੍ਹਣਾ, ਉਹਨੇ ਪੁੱਛਣਾ ਤਾਂ ਆਈਡੀ ਕਿ ਮੈਚ ਨਹੀਂ ਹੁੰਦੀ, ਫੇਸ ਇਸ਼ੂਜ਼ ਬਣਨੀਆਂ। ਸੋ ਇੱਥੇ ਆ ਕੇ ਹਰ ਇੱਕ ਨੂੰ ਆਪਣਾ ਫਿਰ ਕਰਨਾ ਕੀ ਪੈਂਦਾ, ਪਹਿਲਾਂ ਤਾਂ ਆਪਣਾ ਨੇਮ ਚੇਂਜ ਡੀਡ ਪੋਲ ਬਣਾਉਣਾ ਪੈਂਦਾ, ਫਿਰ ਉਹਦੇ ਰੂਪ ਦੇ ਵਿੱਚ ਤੁਹਾਨੂੰ ਇੰਡੀਆ 'ਚ ਕੋਈ ਕਾਗਜ਼ ਤਿਆਰ ਕਰਨਾ ਪੈਂਦਾ ਦਿਖਾਉਣ ਵਾਸਤੇ ਤੁਸੀਂ ਉੱਥੇ ਸਰਨੇਮ ਵਰਤਿਆ ਹੈਗਾ, ਫਿਰ ਜਾ ਕੇ ਤੁਹਾਡਾ ਪਾਸਪੋਰਟ ਦੁਬਾਰਾ ਚੇਂਜ ਹੁੰਦਾ। ਸੋ ਮੈਂ ਤਾਂ ਹੀ ਕਹਿੰਦਾ ਇਨ ਐਡਵਾਂਸ ਹੈਗੇ ਸਾਰੇ ਆਪਣੇ ਰਿਸ਼ਤਿਆਂ ਨੂੰ ਕਹਿ ਸਕਦੇ ਇੰਡੀਆ ਦੇ ਵਿੱਚ ਸਰਨੇਮ ਜ਼ਰੂਰ ਐਡ ਕਰ ਲਿਓ। ਹਾਂਜੀ ਹੁਣ ਮੈਂ ਉਹੀ ਮੇਰੇ ਬ੍ਰਦਰ ਨੇ ਹੁਣ ਰੀਸੈਂਟਲੀ ਇੰਡੀਆ ਦੇ ਵਿੱਚ ਪਾਸਪੋਰਟ ਅਪਲਾਈ ਕੀਤਾ, ਮੈਂ ਉਹਨੂੰ ਆਲਰੇਡੀ ਕਿਹਾ ਕਿ ਜੋ ਵੀ ਪ੍ਰੋਸੈਸ ਹੈਗਾ ਹੁਣ ਨਾਲ ਲੱਗਦਾ ਹੀ ਜੋ ਵੀ ਨਿਊਜ਼ ਪੇਪਰ 'ਚ ਕਢਾਉਣਾ ਪੈਣਾ ਆ। ਆਪਣੇ ਸਟੂਡੈਂਟਸ ਹੈਗੇ ਆ, ਆਪਣੇ ਨਵੇਂ ਜੋ ਵਰਕ ਪਰਮਿਟ ਤੇ ਆ ਰਹੇ ਹੈਗੇ ਆ, ਕੋਈ ਵਿਆਹ ਦੇ ਰੂਪ 'ਚ ਆ ਰਹੇ, ਮੇਰੀ ਹਰ ਇੱਕ ਦੀ ਬੇਨਤੀ ਹੈਗੀ ਆ ਕਰ ਲਿਓ, ਅਦਰਵਾਈਜ਼ ਯੂ ਵਿਲ ਫਾਈਂਡ ਮੋਰ ਇਸ਼ੂਜ਼ ਆ। ਤਾਂ ਇੱਥੇ ਇੰਡੀਅਨ ਹਾਈ ਕਮਿਸ਼ਨ ਦੇ ਸਾਹਮਣੇ ਜਾ ਕੇ ਕਾਗਜ਼ ਤਿਆਰ ਕਰਨਾ ਉਹ ਵੀ ਸੌਖਾ ਕੰਮ ਨਹੀਂ ਹੈਗਾ, ਇਟਸ ਨਾਟ ਐਨ ਈਜ਼ੀ ਟਾਸਕ। ਸੋ ਇਨ ਐਡਵਾਂਸ ਇੰਡੀਆ 'ਚ ਜਿੰਨੇ ਵੀ ਹੈਗੇ ਰਿਸ਼ਤਿਆਂ ਨੂੰ ਕਹਿ ਦਿਓ, ਪਰ ਅਦਰਵਾਈਜ਼ ਯੂਕੇ 'ਚ ਕੀ ਹੈਗਾ ਸਿਰਫ ਨੇਮ ਭੈਣ ਜੀ ਹੁਣ ਡੀਡ ਪੋਲ ਦਾ ਨਹੀਂ ਚੱਲਦਾ ਕੰਮ। ਫਿਰ ਇੰਡੀਅਨ ਹਾਈ ਕਮਿਸ਼ਨ ਇਹ ਵੀ ਕਹਿੰਦੇ ਇੰਡੀਆ 'ਚ ਪਹਿਲਾਂ ਕੋਈ ਕਾਗਜ਼ ਦਿਖਾਓ ਜੋ ਤੁਸੀਂ ਪਹਿਲਾਂ ਚੇਂਜ ਕੀਤਾ ਆ। ਜੀ ਬਿਲਕੁਲ, ਉਹਨਾਂ ਨੂੰ ਪ੍ਰੂਫ ਚਾਹੀਦਾ ਹੁੰਦਾ ਹੈ ਨਾ। ਠੀਕ ਹੈ ਜੀ। ਤੇ ਉਹੀ ਤਾਂ ਹੀ ਕਰਕੇ ਮੈਂ ਹੁਣ ਸੋਚ ਰਹੀ ਹਾਂ ਕਿ ਮੇਰਾ ਜਿਹੜਾ ਫਰਸਟ ਨੇਮ ਹੈਗਾ ਉਹ ਤਾਂ ਮੈਂ ਇੱਦਾਂ ਹੀ ਰੱਖ ਲਵਾਂ, ਕੌਰ ਨੂੰ ਮੇਰੇ ਲਾਸਟ ਨੇਮ। ਯੂ ਕੈਨ ਆਈਦਰ ਯੂਜ਼ ਕੌਰ ਐਜ਼ ਯਰ ਸਰਨੇਮ, ਜਾਂ ਜੇ ਤੁਹਾਡਾ ਗੋਦ ਹੈਗਾ ਤੁਸੀਂ ਉਹ ਵੀ ਐਡ ਕਰ ਸਕਦੇ, ਤੁਹਾਡਾ ਜਾਂ ਤੁਹਾਡੇ ਹਸਬੈਂਡ ਹੈਗਾ ਤੁਸੀਂ ਉਹ ਅਡਾਪਟ ਕਰਨਾ। ਮੈਂ ਕਰਨਾ ਨਹੀਂ ਚਾਹੁੰਦੀ, ਮੈਂ ਜ਼ਿਆਦਾ ਲੰਬਾ ਨਾਮ ਵੀ ਨਹੀਂ ਰੱਖਣਾ ਚਾਹੁੰਦੀ। ਦੈਟਸ ਫਾਈਨ। ਬਹੁਤ ਧੰਨਵਾਦ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਓਕੇ ਜੀ। ਹਾਂਜੀ ਇਹ ਨਾ ਸਾਡੀ ਵਾਰੀ ਤਾਂ ਲਿਖੇ ਹੁੰਦੇ ਸੀ ਸਰਨੇਮ, ਹੁਣ ਨਵਾਂ ਮੈਨੂੰ ਉੱਥੇ ਦਾ ਸਿਸਟਮ ਪਤਾ ਨਹੀਂ, ਜਾਂ ਫਿਰ ਇਹਨਾਂ ਨੂੰ ਕੋਈ ਸਲਾਹ ਦੇ ਦਿੰਦਾ ਹੈ। ਨਹੀਂ ਐਕਚੁਅਲੀ ਭੈਣ ਜੀ ਦੀ ਗੱਲ ਡਸ ਮੇਕ ਸੈਂਸ ਨਾ, ਕਿਉਂਕਿ ਇੰਡੀਆ ਦੇ ਵਿੱਚ ਨਾ ਜਿੱਦਾਂ ਕਿ ਇਨੀਸ਼ੀਅਲ ਤੁਹਾਡੇ ਡਾਕੂਮੈਂਟਸ ਹੁੰਦੇ ਉੱਥੇ ਜਾਂ ਤਾਂ ਰਾਸ਼ਨ ਕਾਰਡ ਹੁੰਦਾ ਆ ਜੀ, ਸਨਾਖਸ਼ੀ ਕਾਰਡ ਹੋ ਗਿਆ, ਪੈਨ ਕਾਰਡ ਹੋ ਗਿਆ, ਕਿ ਤੁਸੀਂ ਉੱਥੇ ਨਹੀਂ ਐਡਵਾਂਸ ਸ਼ੁਰੂ ਤੋਂ ਸਹੀ ਕੀਤਾ ਹੈਗਾ, ਫਿਰ ਉੱਦਾਂ ਹੀ ਚੱਲਦਾ ਰਹਿੰਦਾ। ਤਾਂ ਉੱਥੇ ਮੈਨੂੰ ਲੱਗਦਾ ਸ਼ਾਇਦ ਪਾਸਪੋਰਟ ਆਫਿਸ ਜਾਂ ਜਿਹਦੇ ਫਾਰਮ ਭਰਦੇ ਉਹਨੂੰ ਹੀ ਸੌਖਾ ਲੱਗਦਾ ਹੈ ਇੱਦਾਂ ਹੀ ਰਹਿਣ ਵਾਸਤੇ। ਪਰ ਆਈ ਥਿੰਕ ਗੁਰਪਾਲ ਉੱਥੇ ਪਾਸਪੋਰਟ ਵੀ ਆਪ ਨਹੀਂ ਭਰਦੇ ਹੈ ਨਾ, ਏਜੰਟ ਹੁੰਦੇ ਉਹਨਾਂ ਕੋਲ ਭਰਾਉਣ ਚਲ ਜਾਂਦੇ ਆ। ਮੇਰੇ ਹਿਸਾਬ ਨਾਲ ਉੱਥੇ ਪਾਸਪੋਰਟ ਆਫਿਸ ਦਾ ਵੀ ਇੱਕ ਜਿਹੜਾ ਫਾਰਮ ਵੀ ਆਪ ਨਹੀਂ ਭਰਦੇ। ਮੈਂ ਕਹਿੰਦਾ ਉਹਨੂੰ ਪਾਸਪੋਰਟ ਇਸ਼ੂ ਕਰਨਾ ਹੀ ਨਹੀਂ ਚਾਹੀਦਾ ਜਦੋਂ ਤੱਕ ਲੋਕਾਂ ਨੇ ਆਪਣੇ ਸਰਨੇਮ ਐਡ ਨਹੀਂ ਕੀਤੇ ਹੈਗੇ। ਸੋ ਮੇਬੀ ਦਿਸ ਇਜ਼ ਅ ਥਿੰਗ ਫॉर ਦ ਅਥਾਰਟੀਜ਼ ਟੂ ਲੁੱਕ ਐਟ ਐਜ਼ ਵੈਲ। ਕਿਉਂਕਿ ਕਿਸੇ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ ਤੇ ਉਹਨੇ ਕਿਹਾ ਵੀ ਉਹਨੇ ਉਹਨਾਂ ਦੀ ਇਨਕਮ ਲਿਖੀ, ਵਿਧਵਾ ਔਰਤ ਔਰ ਕੰਮ ਕਰਦੀ ਨਹੀਂ, ਪੈਨਸ਼ਨ 200 ਰੁਪਈਆ ਮਿਲਦੀ, ਤੇ ਇਨਕਮ ਲਿਖਤੀ 20,000 ਪਾਉਂਡ ਏ ਮੰਥ। ਉਹਦਾ ਰਿਫਿਊਜ਼ ਹੋ ਗਿਆ। ਐਕਚੁਅਲੀ ਨਾ ਉਹ ਕਈ ਵਾਰੀ ਲਿਖਣ ਦੇ ਵਿੱਚ ਪੜ੍ਹਨ 'ਚ ਵੀ ਫਰਕ ਪੈ ਜਾਂਦਾ, ਬਿਕਾਜ਼ ਕਈ ਵਾਰੀ ਸਵਾਲ ਪੁੱਛਦੇ ਹੁੰਦੇ ਆ ਪੌਂਡਾਂ 'ਚ ਹਨਾ, ਤਾਂ ਉੱਥੇ ਚਲੋ ਅੱਗੇ 20,000 ਪਾਉਂਡ ਤੋਂ ਲੈ ਕੇ ਸ਼ਾਇਦ ਉਹਦਾ 2,000 ਰੁਪਈਆ ਦਾ ਹੀ ਮਤਲਬ ਸੀ, ਪਤਾ ਨਹੀਂ। ਪਰ ਜਿਹਨੇ ਫੋਰਮ ਭਰਨਾ ਹੈਗੇ ਉਹ ਵੀ ਮੁੜੇ ਅੱਗੇ ਪੜ੍ਹੇ ਲਿਖਿਆ ਹੈਗਾ, ਉਹਨੇ ਵੀ ਉਸੇ ਹਿਸਾਬ ਨਾਲ ਲਿਖਣਾ ਨਾ। ਪੰਜਾਬ ਰੇਡੀਓ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਭਾਜੀ ਮੈਂ ਨਾ ਪੁੱਛਣਾ ਚਾਹੁੰਦਾ ਸੀਗਾ, ਜਿੱਦਾਂ ਮੇਰੇ ਕੋਲ ਨਾ ਰੈਜ਼ੀਡੈਂਸ ਪਰਮਿਟ ਸੀਗਾ, ਜਿੱਦਾਂ ਮੈਂ ਯੂਰਪੀਅਨ ਕੇਸ ਤੇ ਪਹਿਲੋਂ ਪ੍ਰੀ ਸੈਟਲਮੈਂਟ ਸੀਗਾ, ਫਿਰ ਸੈਟਲਮੈਂਟ ਆ ਗਈ ਉਹਦੀ ਨਾ ਲਾਸਟ ਈਅਰ, ਤੇ ਬਟ ਜਿਹੜਾ BRP ਕਾਰਡ ਆ ਉਹ ਮੈਂ ਇਸ਼ੂ ਨਹੀਂ ਕਰਵਾਇਆ ਉਹਨਾਂ ਕੋਲ, ਜਿਹੜਾ ਪਰਮਨੈਂਟ ਰੈਜ਼ੀਡੈਂਸੀ ਵਾਲਾ, ਬਿਕੋਜ਼ ਟਰੈਵਲ ਨਹੀਂ ਕੀਤਾ ਜਾਂ ਉਹਨਾਂ ਨੇ ਦੱਸਿਆ ਨਹੀਂ ਮੈਨੂੰ। ਭਾਜੀ ਤੁਹਾਡਾ ਨੈਸ਼ਨੈਲਿਟੀ ਕੀ ਹੈ, ਯੂਰਪੀਅਨ ਹੈ ਜਾਂ ਤੁਸੀਂ ਇੰਡੀਅਨ? ਠੀਕ ਹੈ, ਮਿਸਿਸ ਯੂਰਪੀਅਨ ਆ। ਸੋ ਤੁਹਾਨੂੰ ਆਪਣਾ BRP ਰਿਪਲੇਸਮੈਂਟ ਦਾ ਫਾਰਮ ਭਰ ਕੇ ਨਵਾਂ ਕਰਵਾਉਣਾ ਪਊਗਾ। ਹਾਂਜੀ ਉਹ ਮੈਂ ਕਰਵਾ ਲਿਆ, ਤੇ ਉਹ ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਕਿਉਂਕਿ 1 ਸਾਲ ਆਲਰੇਡੀ ਹੋ ਜਾਣਾ ਜਦੋਂ ਮੇਰੇ ਕੋਲ ਉਹਨਾਂ ਦਾ ਡਿਸੀਜਨ ਲੈਟਰ ਨਹੀਂ ਆਉਂਦਾ ਜਿਹੜਾ USS ਦਾ। ਦੈਟਸ ਰਾਈਟ, ਯੈਸ। ਸੋ ਮੈਂ ਉਹਦਾ ਪੁੱਛਣਾ ਸੀਗਾ ਜੇ ਮੈਂ ਬ੍ਰਿਟਿਸ਼ ਪਾਸਪੋਰਟ ਕਰਨਾ ਫਿਰ ਮੈਨੂੰ ਟਾਈਮ ਸਕੇਲ BRP ਕਾਰਡ ਤੋਂ ਕਾਊਂਟ ਕਰਨਾ ਪੈਣਾ? ਨਹੀਂ, ਜਿਹੜੀ ਤੁਹਾਡੀ ਮਨਜ਼ੂਰੀ ਆਈ ਸੀ ਚਿੱਠੀ ਦੀ, ਠੀਕ ਹੈ ਜੀ, ਦੈਟ ਇਜ਼ ਅ ਡੇਟ ਆਫ ਗ੍ਰਾਂਟ। ਸੋ ਡੇਟ ਆਫ ਗ੍ਰਾਂਟ ਤੋਂ ਨਾ 1 ਸਾਲ ਵੇਟ ਕਰਨੀ ਪਊਗੀ, ਤੇ 1 ਸਾਲ ਦੇ ਬਾਅਦ ਅਪਲਾਈ ਕਰ ਸਕਦੇ ਹਾਂ। ਤਾਂ ਨਾਲ ਹਾਂਜੀ ਉਹ ਤਾਂ ਲੰਘ ਗਈ ਹੈ ਡੇਟ, ਸੋ ਆਇਆ Get your life in UK, B1 ਦਾ ਟੈਸਟ ਪਾਸ ਕਰ ਲਓ, ਆਪਣੇ ਪਿਛਲੇ 5 ਸਾਲ ਦੀ P60 ਜਾਂ ਕਾਉਂਸਲ ਟੈਕਸ ਪ੍ਰੂਫ ਆਫ ਰੈਜ਼ੀਡੈਂਸ ਹੈਗਾ ਉਹ ਨਾਲ ਤਿਆਰ ਕਰਾ ਕੇ ਫਿਰ ਜਮ੍ਹਾਂ ਕਰਾ ਲਓ ਫਾਈਲ। ਠੀਕ ਹੈ ਜੀ, ਠੀਕ ਹੈ ਜੀ, ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬ ਰੇਡੀਓ ਜੀ, ਹੈਲੋ ਜੀ। ਹੈਲੋ, ਆਪਣੇ ਉੱਪਲ ਸਿੰਘ ਬੈਠੇ? ਹਾਂਜੀ ਹਾਂਜੀ ਬੈਠੇ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ, ਕਿਰਪਾਲ ਬੋਲਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਪੁੱਛਣਾ ਸੀਗਾ, ਮੈਂ ਪਾਸਪੋਰਟ ਦੇ ਜਿਹੜਾ ਬ੍ਰਿਟਿਸ਼ ਪਾਸਪੋਰਟ ਬਣਿਆ ਉਹਦੇ ਉੱਤੇ ਹੀ ਜੋ ਇੰਡੀਅਨ ਐਮਬੈਸੀ ਵਾਲਿਆਂ ਨੇ ਸ਼ੁਰੂ ਤੋਂ ਗਲਤੀ ਕੀਤੀ ਪਾਸਪੋਰਟ ਕਰਕੇ, ਉੱਥੇ ਸਰਨੇਮ ਨਹੀਂ ਪਹਿਲਾਂ ਪਾਇਆ ਸੀਗਾ, ਤੇ ਹੁਣ ਬ੍ਰਿਟਿਸ਼ ਦੇ ਉੱਤੇ ਸਰਨੇਮ ਚੱਲਦਾ ਜੀ। ਇੱਥੇ ਹੁਣ ਉਹਨਾਂ ਨੇ ਸਰਨੇਮ ਮੇਰਾ ਹਰਪ੍ਰੀਤ ਸਿੰਘ ਪਾਤਾ ਜੀ, ਜਿਹੜਾ ਫੋਰਨੇਮ ਹੈ ਉੱਥੇ XXX ਪਾਤਾ ਜੀ, ਉਹਦਾ ਕੀ ਹੱਲ ਹੋਊਗਾ ਜੀ? ਭਾਜੀ ਇਹ ਗਲਤੀ ਇੰਡੀਅਨ ਹਾਈ ਕਮਿਸ਼ਨ ਦੀ ਹੈ ਜਾਂ ਫਾਰਮ ਭਰਨ ਵਾਲਿਆਂ ਦੀ ਹੈ? ਹੁਣ ਸ਼ੁਰੂ ਤੋਂ ਹੀ ਜਾਂਦੇ ਏਦਾਂ ਵੀ ਆਪਾਂ ਉਂਗਲ ਬਗੈਰ ਮਤਲਬ ਚੱਕ ਕੇ ਨਾ ਪੁਆਇੰਟ ਕਰੀਏ। ਉਦੋਂ ਦੀ ਮੈਂ ਵੀ ਧਿਆਨ ਮਾਰਿਆ ਜਿੱਥੇ ਵੀਜ਼ੇ ਲੱਗਦੇ ਆ। ਹਾਂ ਇਹ ਤਾਂ ਸਾਡਾ ਜੱਦੀ ਹੱਕ ਆ। ਤੇ ਉਹਦਾ ਹੁਣ ਕੀ ਹੱਲ ਕੀਤਾ ਆਪਾਂ? ਭਾਜੀ ਦੇਖ, ਪਹਿਲੀ ਚੀਜ਼ ਮੈਂ ਕਹਿ ਦਿੰਦਾ, ਆਪਾਂ ਕੋਈ ਵੀ ਮਹਿਕਮਾ ਕੋਈ ਵੀ ਡਿਪਾਰਟਮੈਂਟ ਨੂੰ ਆਪਾਂ ਕਈ ਵੀ ਉਂਗਲ ਚੱਕ ਕੇ ਕਹਿ ਨਹੀਂ ਸਕਦੇ ਇਹ ਗਲਤ ਹੈ। ਆਪਾਂ ਖੁਦ ਐਪਲੀਕੇਸ਼ਨ ਫਾਰਮ ਗਲਤ ਭਰਦੇ ਹਾਂ, ਆਪਾਂ ਡੇਟ ਆਫ ਬਰਥ ਨਹੀਂ ਚੈੱਕ ਕਰਦੇ, ਪਲੇਸ ਆਫ ਬਰਥ ਨਹੀਂ ਚੈੱਕ ਕਰਦੇ, ਹੈ ਨਾ, ਫਿਰ ਗਲਤੀ ਕਈ ਵੀ ਸਾਡੀ ਹੁੰਦੀ ਹੈ। ਸੋ ਇੱਕ ਬ੍ਰਿਟਿਸ਼ ਪਾਸਪੋਰਟ ਮਿਲ ਪਿਆ ਭਾਜੀ, ਯੂ ਨੀਡ ਟੂ ਐਡ ਯੋਰ ਸਰਨੇਮ। ਸੋ ਉਹਦੇ ਵਾਸਤੇ ਇੱਕ ਨੇਮ ਉਹ ਚੇਂਜ ਡੀਡ ਪੋਲ ਅਪਲਾਈ ਕਰ ਲਿਓ। ਹਾਂਜੀ, ਉਹ ਅਪਲਾਈ ਕਰਾ ਕੇ ਉਹਨੂੰ ਫਿਰ ਦੁਬਾਰਾ ਐਪਲੀਕੇਸ਼ਨ ਜਮ੍ਹਾਂ ਕਰਾ ਦਿਓ। ਹਮੇਸ਼ਾ ਹੋਰ ਪ੍ਰੂਫ ਵੀ ਲੱਗਣਾ ਜੀ? ਨਹੀਂ ਭਾਜੀ, ਜੋ ਨੇਮ ਚੇਂਜ ਡੀਡ ਪੋਲ, ਬਿਕੋਜ਼ ਤੁਸੀਂ ਬ੍ਰਿਟਿਸ਼ ਪਾਸਪੋਰਟ ਚੇਂਜ ਕਰਨ ਲੱਗੇ ਉਹ ਇੰਨੇ ਕਾਗਜ਼ ਨਹੀਂ ਮੰਗਦੇ ਹੈਗੇ। ਇੰਡੀਅਨ ਚ ਥੋੜੀ ਜਿਹੀ ਦਿੱਕਤ ਪੈਂਦੀ ਹੈ, ਬਟ ਵਿਦ ਬ੍ਰਿਟਿਸ਼ ਪਾਸਪੋਰਟ ਭਾਜੀ ਇਟਸ ਅ ਲੋਟ ਈਜ਼ੀਅਰ। ਹਾਂ ਠੀਕ ਹੈ। ਸੋ ਨੇਮ ਚੇਂਜ ਡੀਡ ਪੋਲ ਅਪਲਾਈ ਕੀਤਾ ਸੀ ਨਾ, ਉਦੋਂ ਵੀ ਮੈਂ ਕਿਹਾ ਸੀ ਉਹਨਾਂ ਨੂੰ, ਜਦੋਂ ਉਹਨਾਂ ਨੇ ਕਿਹਾ ਕਿ ਤੇਰੇ ਸਾਨੂੰ XXX ਲਿਖਣਾ ਪੈਣਾ ਦੂਏ ਦੇ ਨੇਮ, ਮੇਨ ਨੇਮ ਦੇ ਵਿੱਚ, ਤੇ ਸਰਨੇਮ ਅਸੀਂ ਹਰਪ੍ਰੀਤ ਸਿੰਘ ਲਿਖ ਦਿੰਦੇ, ਉਦੋਂ ਮੈਂ ਉਹਨਾਂ ਨੂੰ ਕਿਹਾ ਕਿ ਡੀਡ ਪੋਲ ਬਣਾ ਦੇ, ਕਹਿੰਦੇ ਨਹੀਂ ਅਸੀਂ ਕਰ ਨਹੀਂ ਸਕਦੇ। ਨਹੀਂ ਭਾਜੀ ਉਹ ਪਤਾ ਕਿ ਇਹ ਵੀ ਦੱਸਦਾ ਭਾਜੀ, ਇਹ ਤੁਸੀਂ ਇੰਡੀਅਨ ਪਾਸਪੋਰਟ ਦੇ ਬੇਸ ਦੇ ਉੱਪਰ ਇੱਕ ਤੁਸੀਂ ਨੈਸ਼ਨੈਲਿਟੀ ਲੈਣੀ ਆ UK ਦੀ, ਪਹਿਲਾਂ ਤੁਹਾਨੂੰ ਆਪਣਾ ਇੰਡੀਅਨ ਪਾਸਪੋਰਟ ਚੇਂਜ ਕਰਨਾ ਪੈਂਦਾ, ਫਿਰ ਤੁਹਾਨੂੰ ਆਪਣੇ ਇੰਗਲਿਸ਼ ਟੈਸਟ ਪਾਸ ਕਰਾ ਕੇ ਫਿਰ ਅਪਲਾਈ ਕਰਨਾ ਪੈਂਦਾ। ਯੂ ਕਾਂਟ ਡੂ ਆਲ ਦ ਟੈਸਟ ਐਂਡ ਦੈਨ ਸੇ ਲੈਟਸ ਮੀ ਚੇਂਜ ਯਰ ਡੀਡ ਪੋਲ। ਹਾਂਜੀ ਠੀਕ ਹੈ ਜੀ। ਹੁਣ ਜਿੱਦਾਂ ਮੇਰਾ ਪਾਸਪੋਰਟ ਬਣਿਆ, ਹੁਣ ਮੈਂ ਸਿਰਫ ਡੀਡ ਪੋਲ ਉਹਨਾਂ ਨੂੰ ਸੈਂਡ ਕਰ ਦਵਾਂ ਨਾ ਜੀ? ਦੈਟਸ ਰਾਈਟ। ਹਾਂਜੀ ਠੀਕ ਹੈ ਜੀ। ਓਕੇ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਪੰਜਾਬ ਰੇਡੀਓ ਜੀ, ਜੀ ਆਇਆਂ ਨੂੰ। ਗੁਰਪਾਲ ਜੀ, ਇਹ ਮੇਰੀ ਡਾਟਰ ਇਨ ਲਾ ਦਾ ਐਕਸਟੈਂਸ਼ਨ ਹੈ ਜੀ, ਫਸਟ ਐਕਸਟੈਂਸ਼ਨ, ਸਪਾਊਸ ਐਕਸਟੈਂਸ਼ਨ ਭਾਜੀ, ਮੈਰਿਜ ਬੇਸ ਤੇ, ਸਪਾਊਸ ਬੇਸ ਤੇ ਆਈ ਸੀ ਨਾ ਜੀ। ਬੇਟਾ ਤੁਹਾਡਾ ਇੱਥੇ ਬ੍ਰਿਟਿਸ਼ ਹੋਣਾ ਨਾ? ਹਾਂਜੀ ਜੀ। ਤੇ ਉਹਨੂੰ ਕਿਹੜਾ ਕੋਈ ਪੇਪਰ ਕਰਨਾ ਪਏਗਾ? ਉਹਨੇ ਕੋਈ ਇੰਡੀਆ 'ਚ ਕੋਈ ਡਿਗਰੀ ਕੀਤੀ ਹੈ? ਡਿਗਰੀ ਤਾਂ ਕੀਤੀ ਹੋਈ ਹੈ, ਪਰ ਉਹ ਇੰਗਲਿਸ਼ ਵਿੱਚ ਨਹੀਂ ਹੈ, ਜਿਵੇਂ BA ਕੀਤੀ ਹੋਈ ਹੈ ਉੱਥੋਂ ਨਾਰਮਲ। ਅੱਛਾ, ਮੈਂ ਤਾਂ ਪੁੱਛਿਆ, ਕਿਸੇ ਕੀਤੀ ਹੁੰਦੀ ਨਾ ਤਾਂ ਤੁਸੀਂ ਨਾਲ ਇੱਕ ਦੀ ਸਰਟੀਫਿਕੇਟ ਲੈ ਸਕਦੇ ਹਾਂ, ਤਾਂ ਉਹ ਦੱਸ ਦਿੰਦੇ UK ਦੇ ਕਿਹਦੇ ਪੜ੍ਹਾਈ ਦੇ ਬਰਾਬਰ ਹੈ। ਸੋ ਅੱਗੇ ਉਹਦੇ 'ਚ ਅੱਗੇ ਆਪਾਂ ਦਿਖਾ ਦਈਏ C1 ਹੈ, ਫਿਰ ਤਾਂ ਲੋੜ ਨਹੀਂ ਪਊਗੀ। ਅਦਰਵਾਈਜ਼ ਇੱਕ ਟੈਸਟ ਕਰਨਾ ਵੀ ਹੈਗਾ ਤਾਂ ਉਹਨੂੰ A2 ਲਾਈਫ ਸਕਿੱਲਸ ਦਾ ਕਰਨਾ ਪਊਗਾ, ਜੋ ਤੁਸੀਂ Trinity ਕਾਲਜ ਆਨਲਾਈਨ ਜਾ ਕੇ ਬੁੱਕ ਕਰ ਸਕਦੇ ਹੈਗੇ। ਓਕੇ, ਤੇ ਉਹਨੇ ਵੈਸੇ A1 ਤੇ B1 ਕੀਤਾ ਹੋਇਆ ਉੱਥੋਂ। A1 ਤੇ B1? B1 ਵੀ ਕੀਤਾ ਸੀ ਉਹਨੇ ਆਉਣ ਵੇਲੇ। ਅੱਛਾ, 2019 ਵਿੱਚ। B1 ਤੇ ਮਤਲਬ ਫਿਰ ਇੰਗਲਿਸ਼ ਉਹਦੀ ਫਿਰ ਉਹਨੂੰ ਲੋੜ ਨਹੀਂ ਹੈ ਅੱਗੇ ਕਰਨ ਵਾਸਤੇ, ਪਰ ਇਸ਼ੂ ਸਿਰਫ ਇਹ ਬਣਦੀ ਹੈ ਜੇ ਤਾਂ B1 ਦੀ ਸਰਟੀਫਿਕੇਟ ਦੀ ਮਨਾਦ ਸਿਰਫ 2 ਸਾਲ ਦੀ ਹੁੰਦੀ ਹੈ। ਹਾਂ, ਉਹ ਫਿਰ ਖਤਮ ਹੋ ਗਈ। ਹਾਂ, ਸੋ ਮੈਂ ਚਲੋ ਵੈਸੇ ਤਾਂ A2 ਦਾ ਕਰਨਾ ਹੀ ਪਊਗਾ, ਪਰ ਮੈਂ ਨਾਲ ਇਹ ਵੀ ਸਲਾਹ ਦਊਂਗਾ ਜਿਹਦੀ ਉਹਦੇ ਅੱਗੇ ਡਿਗਰੀਜ਼ ਹੈਗੇ ਆ ਇੰਡੀਆ ਦੇ, ਉਹਦੀ ਤੁਸੀਂ ਆਨਲਾਈਨ ਜਾ ਕੇ ਨਾਲ ਇੱਕ ਐਕਟਿਸ ਕਹਿੰਦੇ ਨੇ ECCTIS ਉਹ ਤੁਸੀਂ ਆਨਲਾਈਨ ਜਾ ਕੇ ਨਾ ਜਮ੍ਹਾਂ ਕਰਾ ਕੇ ਉਹਦੀ UK ਦੀ ਕੰਪੈਟੇਬਿਲਿਟੀ ਨਾ ਕਰਾ ਲਿਓ, ਮਤਲਬ ਕਿ ਤੁਸੀਂ UK ਦੇ ਕਿਹਦੇ ਡਿਗਰੀ ਦੇ ਬਰਾਬਰ ਆ। ਓਕੇ ਜੀ, ਹੈ ਨਾ, ਉਹ ਫਿਰ ਕਮ ਸੇ ਕਮ ਅੱਜ ਵੀ ਤੇ ਕੱਲ ਵੀ ਉਹਨੂੰ ਕਮ ਸੇ ਕਮ ਕੰਮ ਆ ਜੂਗੇ। ਚਲੋ,
ਤੇ ਉਹਨੂੰ ਐਕਸਟੈਂਸ਼ਨ ਕਰਨ ਲਈ ਕਿਹੜੇ ਫਾਰਮ ਭਰਨਾ ਹੋਏਗਾ? It's going to be the form FLRM, further leave to remain on marriage. FLRM ਜੀ, FLRM ਹਾਂਜੀ। ਤੇ ਅਸੀਂ ਉਹਦਾ ਜੇ ਸਰਨੇਮ ਚੇਂਜ ਕਰਵਾਉਣਾ ਹੋਏ ਤੇ ਹੁਣ ਕਰਵਾਈਏ ਕਿ ਜਿਸਲੇ ਨਹੀਂ ਪਹਿਲੋਂ ਕਰ ਲਿਓ, ਕਰਕੇ ਨਾ ਤਾਂ ਉਸੇ ਹਿਸਾਬ ਨਾਲ ਫਿਰ ਅਗਲਾ ਇੰਗਲਿਸ਼ ਦਾ ਟੈਸਟ ਦੇਣਾ, ਉਹ ਵੀ ਉਸੇ ਹਿਸਾਬ ਨਾਲ ਫਿਰ ਕਰਵਾ ਸਕਦੇ ਹੈਗੇ ਆ। ਤਾਂ ਫਿਰ ਜੋ ਕਾਗਜ਼ ਹੋ ਗਏ, ਜੋ ਐਪਲੀਕੇਸ਼ਨ ਫਾਰਮ ਵੀ ਭਰਨਾ ਨਾ, ਉਹ ਪੁੱਛ ਲੈਂਦੇ ਹੈਗੇ ਤੁਸੀਂ ਅਦਰ ਨੇਮ ਕਦੇ ਵਰਤੇ ਆ, ਤਾਂ ਉਹਦੇ ਵਿੱਚ ਫਿਰ ਦੋਵੇਂ ਨੇਮਸ ਐਡ ਕਰ ਦਿਓ। ਓਕੇ ਜੀ। ਐਕਸਟੈਂਸ਼ਨ ਦੀ ਡੈਡਲਾਈਨ ਕਦੋਂ ਹੈ ਜੀ? ਉਹ ਸਤੰਬਰ ਵਿੱਚ। ਓਕੇ, ਟਾਈਮ ਤੁਹਾਡੇ ਵਿੱਚੋਂ ਲਿਟਰਲੀ 2 ਮਹੀਨੇ ਰਹਿ ਗਏ ਆ, ਸੋ ਇਟ ਮੇ ਬੀ ਬੈਟਰ ਪਹਿਲਾਂ ਆਪਣੀ ਐਕਸਟੈਂਸ਼ਨ ਕਰਾ ਲਵੇ, ਐਕਸਟੈਂਸ਼ਨ ਕਰਾਉਣ ਦੇ ਬਾਅਦ ਫਿਰ ਕਰੇ, ਕਿਉਂਕਿ ਟਾਈਮ ਥੋੜਾ ਤੁਹਾਡਾ, ਕਿਉਂਕਿ ਉਹ ਫਿਰ ਉਹ ਜਿਸ ਵੇਲੇ ਰਿਮੇਨ ਟੂ ਲੀਵ ਦਾ ਲੈਣਾ ਉਸ ਵੇਲੇ ਕਰਵਾ ਲਈਏ। ਹਾਂਜੀ, ਜਦੋਂ ਵੀ ਮਨਜ਼ੂਰੀ ਆ ਗਈ ਨਾ ਬਾਅਦ, ਬਿਕਾਜ਼ ਐਨੀਥਿੰਗ ਫਰਮ 2 to 3 ਮੰਥ ਤਾਂ ਲੱਗ ਹੀ ਜਾਂਦੇ ਨਾ ਡਿਸੀਜਨਸ ਦਾ ਇੰਡੀਅਨ ਹਾਈ ਕਮਿਸ਼ਨ ਤੋਂ ਜਵਾਬ ਆਉਣ ਤੇ। ਹਾਂਜੀ ਜੀ, ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਓਕੇ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਮੈਮ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰੇ 2 ਕੁਐਸਚਨ ਆ ਜਿੱਦਾਂ। ਹਾਂਜੀ। ਪਹਿਲਾ ਕੁਐਸਚਨ ਭਾਜੀ, ਜਿੱਦਾਂ ਮੈਂ ਇੱਥੇ ਓਵਰਸਟੇ ਹੋਇਆ ਨਾ 14 ਸਾਲ ਹੋ ਗਏ ਆ, ਤੇ ਭਾਈ ਤਾਂ ਮੇਰੀ ਵਾਈਫ ਇੱਥੇ ਬ੍ਰਿਟਿਸ਼ ਬੋਰਨ ਆ। ਹਾਂਜੀ। ਤੇ ਭਾਈ ਜਿੱਦਾਂ ਬੇਬੀ ਡਿਊ ਆ ਜਿੱਦਾਂ ਨਵੰਬਰ ਦੇ ਵਿੱਚ ਜੀ, ਤੇ ਭਾਈ ਮੈਂ ਪੁੱਛਣਾ ਇਹਦਾ ਕਿਹੜੇ ਪੇਪਰ ਦੀ ਲੋੜ ਪੈਂਦੀ ਉਸ ਆਫਟਰ ਬੇਬੀ ਜਿੱਦਾਂ? ਭਾਜੀ ਤੁਹਾਡਾ ਫਰਸਟ ਮੈਰਿਜ ਹੈ ਤੁਹਾਡੇ ਵਾਈਫ ਦਾ? ਹਾਂਜੀ। ਓਕੇ ਜੀ। ਤੁਹਾਡੇ ਪਹਿਲੇ ਬੱਚੇ ਪਹਿਲੇ ਰਿਲੇਸ਼ਨ ਤੇ ਕੋਈ ਨਹੀਂ ਹੈ ਨਾ? ਨਹੀਂ ਭਾਜੀ। ਭਾਜੀ ਮੈਂ ਤਾਂ ਪੁੱਛਦਾ ਬਿਕਾਜ਼ ਇਹ ਤੁਹਾਡਾ ਪਾਰਟਨਰ ਬ੍ਰਿਟਿਸ਼ ਆ, ਤੁਸੀਂ ਓਵਰਸਟੇ ਹੋਏ ਹੈਗੇ, ਇੱਕ ਵਿਆਹ ਦੇ ਰੂਪ 'ਚ ਇੱਥੇ ਰਹਿ ਕੇ ਨਾ ਐਪਲੀਕੇਸ਼ਨ ਅੱਗੇ ਕਰੋਗੇ ਨਾ, ਉਹਨੇ ਤੁਹਾਨੂੰ ਵਿਆਹ ਦੇ ਰੂਪ 'ਚ ਨਹੀਂ ਉਹਦੀ ਗਿਣਤੀ ਹੁੰਦੀ ਇੱਕ ਹਿਊਮਨ ਰਾਈਟਸ ਦੇ ਰੂਪ 'ਚ। ਤਾਂ ਹਿਊਮਨ ਰਾਈਟਸ ਦੇ ਰੂਪ ਦੇ ਵਿੱਚ ਉਹਨੇ ਕਹਿੰਦੇ ਹੈਗੇ ਕਿ ਤੁਹਾਡੇ ਕੋਲ ਵਿਆਹ ਹੋਇਆ ਤਾਂ ਤੁਸੀਂ ਓਵਰਸਟੇ ਹੋਏ ਹੈਗੇ ਆ, ਉਹ ਤੁਹਾਨੂੰ ਵਿਆਹ ਦੇ ਰੂਪ 'ਚ ਨਹੀਂ ਦੇਖੋਗੇ ਤੁਹਾਡੀ ਐਪਲੀਕੇਸ਼ਨ। ਤਾਂ ਉਹਨੇ ਹਮੇਸ਼ਾ ਕਹਿੰਦੇ ਇੰਡੀਆ ਜਾ ਕੇ ਕਿਊ ਚਲਾ ਕੇ ਆਓ। ਇੱਥੇ ਸਿਰਫ ਤਾਂ ਹੀ ਤੁਹਾਡੀ ਕੰਡੀਸ਼ਨ ਪੂਰੀ ਹੋਗੀ ਜਾਂ ਤਾਂ ਤੁਹਾਨੂੰ 20 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਤੁਹਾਡੀ ਏਜ ਅੰਡਰ 25 ਤਾਂ ਹਾਫ ਲਾਈਫ ਕੱਟੀ ਹੈ, ਜਾਂ ਤੁਹਾਡਾ ਬੱਚਾ ਹੈ ਤਾਂ ਬੱਚਾ ਬ੍ਰਿਟਿਸ਼ ਆ, ਬਿਕਾਜ਼ ਉਹ ਫਿਰ ਐਪਲੀਕੇਸ਼ਨ ਇੱਕ ਹਸਬੈਂਡ ਵਾਈਫ ਦੇ ਰੂਪ 'ਚ ਨਹੀਂ ਹੁੰਦੀ, ਉਹ ਹੁੰਦੀ ਐਜ਼ ਅ ਪੇਰੈਂਟ ਆਫ ਅ ਬ੍ਰਿਟਿਸ਼ ਚਾਈਲਡ। ਉਹ ਇੱਕ ਹੁਣ ਨਵੇਂ ਅਪੈਂਡਿਕਸ ਰੂਲਸ ਹੈ ਜਾਂ ਪੁਰਾਣੇ FLRFP ਦੇ ਰੂਲ ਸੀ, ਪ੍ਰਾਈਵੇਟ ਐਂਡ ਫੈਮਿਲੀ ਲਾਈਫ ਦੇ ਰੂਪ 'ਚ। ਸੋ ਜਿਸ ਦਿਨ ਬੱਚੇ ਦਾ ਜਨਮ ਹੁੰਦਾ ਹੈਗਾ, ਕਿ ਬ੍ਰਿਟਿਸ਼ ਬੱਚਾ ਹੈਗਾ, ਤਾਂ ਉਹਦੇ ਬੇਸ 'ਤੇ ਕੇਸ ਲਾ ਸਕਦੇ ਆ। ਤੁਹਾਨੂੰ ਸਿਰਫ ਸਬੂਤ ਦਿਖਾਉਣਾ ਪਊਗਾ ਤੁਸੀਂ ਇਕੱਠੇ ਰਹਿੰਦੇ ਰਹੇ ਹੈਗੇ ਆ, ਤਾਂ ਬੱਚੇ ਦਾ ਗਾਂ ਇੱਕ ਪੈਰੈਂਟਲ ਰਿਸਪੋਂਸਿਬਿਲਿਟੀ ਜੋ ਜ਼ਿੰਮੇਵਾਰੀ ਹੁੰਦੀ ਹੈ ਇੱਕ ਮਦਰ ਫਾਦਰ ਦੀ, ਉਹ ਤੁਸੀਂ ਅਪਣਾਉਣੀ ਆ। ਸੋ ਆਪਣਾ ਪਾਸਪੋਰਟ ਤਿਆਰ ਰੱਖਿਓ, ਪਾਰਟਨਰ ਦਾ ਪਾਸਪੋਰਟ, ਤੁਸੀਂ ਇਕੱਠੇ ਰਹਿੰਦੇ ਰਹੇ ਹੈਗੇ ਆ, ਲੈਟਰਸ ਇਨ ਯੂਰ ਵਾਈਫਸ ਨੇਮ, ਤੁਹਾਡੀ ਰੈੱਡ ਬੁੱਕ NHS ਦੀਆਂ ਚਿੱਠੀਆਂ ਹੋਣੀਆਂ, ਫੋਟੋਗ੍ਰਾਫਸ ਹੋ ਗਏ, ਅਤੇ ਜਿਸ ਬੱਚੇ ਦਾ ਜਨਮ ਹੋਇਆ ਉਹਦਾ ਪਾਸਪੋਰਟ ਅਪਲਾਈ ਕਰ ਲਿਓ, ਤਾਂ ਨਾਲ ਫਿਰ ਤੁਸੀਂ ਆਪਣੇ 1 ਡੇ ਦੇ ਵਿੱਚ ਐਪਲੀਕੇਸ਼ਨ ਦਰਜ ਕਰ ਸਕਦੇ ਆ। ਠੀਕ ਆ ਭਾਜੀ, ਬਹੁਤ ਧੰਨਵਾਦ ਜੀ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਭਾਜੀ ਹੈ ਨਾ ਸੈਕਿੰਡ ਵਨ ਜੀ। ਭਾਜੀ ਤਾਂ ਮੇਰਾ ਲਾਸਟ ਈਅਰ ਵਿਆਹ ਕੀਤਾ ਸੀਗਾ ਨਾ, ਤੇ ਉਦੋਂ ਮੰਮੀ ਡੈਡੀ ਨੇ ਕੀਤਾ ਸੀ ਅਪਲਾਈ ਇੰਡੀਆ ਤੋਂ, ਤੇ ਇਹਨਾਂ ਨੇ ਇਹਦਾ ਰਿਫਿਊਜ਼ ਲਾਤਾ ਸੀਗਾ, ਤੇ ਉਦੋਂ ਮੇਰਾ ਮੈਂਸ਼ਨ ਕੀਤਾ ਸੀ ਵਿੱਚ। ਜੇ ਭਾਜੀ ਪੇਪਰਾਂ ਤੋਂ ਬਾਅਦ ਜੇ ਮੈਂ ਅਪਲਾਈ ਕਰਾਂ ਆਪਣੇ ਤੋਂ, ਤੇ ਚੱਕਰ ਪਊਗਾ ਕਿੱਦਾਂ? ਨਹੀਂ, ਕੋਈ ਚੱਕਰ ਨਹੀਂ, ਚੱਕਰ ਤਾਂ ਹਮੇਸ਼ਾ ਹੀ ਪੈ ਸਕਦਾ, ਪਰ ਐਜ਼ ਲੌਂਗ ਤੁਸੀਂ ਸੱਚ ਬੋਲਦੇ ਕਿ ਨਾ ਕਰੋਗੇ ਫਿਰ ਤੁਸੀਂ ਚੈਲੰਜ ਵੀ ਕਰ ਸਕਦੇ ਆ। ਅੱਛਾ, ਪਿਛਲੀ ਵਾਰੀ ਨਾ ਦਾ ਰੀਜ਼ਨ ਕੀ ਲਿਖਿਆ ਸੀ ਰਿਫਿਊਜ਼ਲ ਲੈਟਰ 'ਚ? ਉਹ ਭਾਜੀ ਆਪਣੇ ਉਹੀ ਆਪਣੇ ਕੀ ਪੇਮੈਂਟ ਕਿੱਥੋਂ ਆਈ, ਕਿੱਦਾਂ ਆਈ, ਜਿੱਦਾਂ ਇਹੀ ਸੀਗਾ। ਸੋ ਇਹਦਾ ਮਤਲਬ ਤੁਸੀਂ ਇੱਥੇ ਓਵਰਸਟੇ ਹੈਗੇ, ਤੁਹਾਡਾ ਕੋਈ ਜ਼ਿਕਰ ਨਹੀਂ ਕੀਤਾ ਐਪਲੀਕੇਸ਼ਨ 'ਚ? ਮੇਰਾ ਨਹੀਂ ਵੀ ਕੀਤਾ ਭਾਜੀ। ਹਾਂਜੀ, ਚਲੋ ਲੱਕੀ ਭਾਜੀ ਫॉर दैट ਪੁਆਇੰਟ ਆਫ ਵਿਊ। ਫਿਰ ਤਾਂ ਮੈਂ ਇਹ ਕਹੂੰਗਾ ਇੰਡੀਆ ਦੇ ਵਿੱਚ ਆਈ ਚਲਾਈ ਕਮਾਈ ਕਿੱਥੋਂ ਹੁੰਦੀ ਉਹਨਾਂ ਦੀ? ਖੇਤੀਬਾੜੀ ਭਾਜੀ। ਖੇਤੀ ਉਹਨਾਂ ਦੇ ਆਪਣੇ ਨਾਂ 'ਚ ਜਾਂ ਹੋਰ ਕਿਸੇ ਨਾਂ 'ਚ ਹੈ? ਭਾਈ ਆਪਣੇ ਨਾਂ 'ਤੇ। ਓਕੇ, ਜ਼ਮੀਨ ਦੀ ਫਰਦਾਂ ਪਰਚੀਆਂ ਜੋ ਆਉਂਦੀਆਂ ਹੈਗੀਆਂ ਆੜ੍ਹਤੀਆਂ ਤੋਂ, ਤਾਂ ਜੋ ਖਰਚਾ ਹੁੰਦਾ ਨਾ ਉਹਦਾ, ਬੇਸ਼ੱਕ ਡੀਜ਼ਲ, ਪੈਸਟੀਸਾਈਡਸ, ਲੇਬਰ ਹੋ ਗਿਆ, ਟਰੈਕਟਰ, ਕੰਬਾਈਨ, ਇਹ ਸਾਰੀਆਂ ਚੀਜ਼ਾਂ ਨੇ ਕਿ ਨਾਲ ਦੀ ਨਾਲ ਆਪਣੀਆਂ ਰਸੀਟਾਂ ਰੱਖੀ ਜਾਏ, ਤਾਂ ਉਸ ਹਿਸਾਬ ਲਾਵੇ ਖਰਚਾ ਕੱਟ ਕੇ ਕਿੰਨਾ ਕੁ ਬਚਦਾ ਉਹਨਾਂ ਨੂੰ। ਫਿਰ ਜਦੋਂ ਫੋਰਮ ਭਰੋਗੇ ਨਾ, ਹੁਣ ਉਸੇ ਸਾਲ ਐਕਸਪਲੇਨ ਕਰ ਦਿਓ ਸਾਡੇ ਪਿਛਲੇ 2 ਫਸਲਾਂ ਦੀ ਨਾ ਜੋ ਸਾਲ ਦੀ ਆਮਦਨ ਆਈ ਹੈ, ਹਾਰਵੈਸਟ ਦੇ ਬਾਅਦ 'ਚ ਉਹਦਾ ਖਰਚਾ ਕੱਢ ਕੇ ਕੀ ਬਚਿਆ, ਤੇ ਫਿਰ ਜਮ੍ਹਾਂ ਕਰਿਓ ਫਾਈਲ, ਤੇ ਕਿ ਬਾਈ ਚਾਂਸ ਕਿ ਨਾ ਕਰਦੇ ਇਨਕਮ ਦੇ ਬੇਸ ਦੇ ਉੱਪਰ, ਐਜ਼ ਲੌਂਗ ਐਜ਼ ਤੁਸੀਂ ਹਰ ਇੱਕ ਡਿਪੋਜ਼ਿਟ ਬੈਂਕ ਅਕਾਊਂਟ ਦੇ ਵਿੱਚ ਜੋ ਆਇਆ ਹੈਗਾ, ਤੁਸੀਂ ਉਹਦੀ ਜੋ ਸਬੂਤ, ਉਹਦੀ ਕੋਈ ਰਸੀਟ, ਉਹਦਾ ਕੋਈ ਰੀਜ਼ਨ ਦਿਖਾ ਸਕਦੇ ਆ, ਫਿਰ ਤੁਸੀਂ ਚੈਲੰਜ ਕਰ ਸਕਦੇ ਆ। ਬਿਕੋਜ਼ ਜੋ ਖੇਤੀ ਕਰਦੇ ਆ
ਦਿੱਲੀ ਇਮੀਗ੍ਰੇਸ਼ਨ ਆਫਿਸ ਨੂੰ ਪਤਾ ਹੁੰਦਾ ਹੈਗਾ ਪੰਜਾਬ ਦੇ ਜ਼ਿਮੀਂਦਾਰ ਜੋ ਫਾਰਮਰਸ ਹੈਗੇ ਆ ਉਹ ਕਿੱਦਾਂ ਕਮਾਈ ਉਹਨਾਂ ਦੀ ਹੁੰਦੀ ਹੈ, ਕਿੱਥੋਂ ਖਰਚੇ ਉਹਨਾਂ ਦੇ ਹੁੰਦੇ ਆ ਅਤੇ ਕਿੱਦਾਂ ਉਹਨਾਂ ਦੀ ਬੱਚਤ ਹੁੰਦੀ ਹੈ। ਬਿਕੋਜ਼ ਉਹ ਮੰਥਲੀ ਨਹੀਂ ਹੁੰਦੀ ਹੈਗੀ, ਬਿਕੋਜ਼ ਐਪਲੀਕੇਸ਼ਨ ਫਾਰਮ ਦੇ ਵਿੱਚ ਉਹ ਪੁੱਛਦੇ ਆ ਤੁਹਾਡੀ ਮੰਥਲੀ ਇਨਕਮ, ਤਾਂ ਤੁਸੀਂ ਸਿਰਫ 6 ਮੰਥਲੀ ਜਾਂ ਸਾਲ ਦੀ ਐਵਰੇਜ ਹੀ ਕਰ ਸਕਦੇ ਆ। ਠੀਕ ਆ ਭਾਜੀ, ਠੀਕ ਆ ਜੀ, ਬਹੁਤ ਧੰਨਵਾਦ ਜੀ। ਪੰਜਾਬ ਰੇਡੀਓ ਜੀ ਆਇਆਂ ਨੂੰ ਜੀ, ਕਰੋ ਜੀ ਗੱਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ, ਐਕਚੁਅਲੀ ਮੈਂ ਤੇ ਮੇਰੀ ਵਾਈਫ ਹੈਗੇ ਇੰਡੈਫੀਨਿਟ ਜੀ, ਤੇ ਮੇਰੀ ਵਾਈਫ ਇੰਡੈਫੀਨਿਟ ਹੋਈ ਹੈ ਮੇਰੇ ਬੱਚੇ ਦੇ ਬਿਹਾਫ ਤੇ, ਜਦੋਂ 7 ਸਾਲ ਉਹਦੇ ਪੂਰੇ ਹੋ ਗਏ ਸੀ। ਜਦੋਂ ਬੱਚਾ ਪਹਿਲੇ ਵਾਈਫ ਦੀ ਕੀ ਨੈਸ਼ਨੈਲਿਟੀ ਜਾਂ ਕੀ ਸਟੇਟਸ ਸੀ ਪਹਿਲਾਂ? ਇੰਡੀਅਨ ਸੀ ਜੀ। ਤਾਂ ਕਿਹਦੇ ਬੇਸ ਤੇ ਉਹਨੂੰ ਸਟੇ ਮਿਲੀ ਸੀ ਪਹਿਲਾਂ? ਮੇਰੇ ਬੇਟੇ ਦੇ ਸਿਰ ਤੇ, ਪਰ ਅਸੀਂ ਲੀਗਲ ਨਹੀਂ ਹੋਏ ਕਦੇ ਵੀ। ਮੈਨੂੰ ਮਿਲੀ ਸੀ 10 ਈਅਰ ਦੇ ਟਰੈਕ ਤੇ। ਹਾਂ, ਮੈਂ ਉਹੀ ਕਹਿੰਦਾ ਭਾਜੀ, ਉਹ ਫਿਰ ਉਹਦੀ ਕੈਟੇਗਰੀ ਵੱਖਰੀ ਹੋਣੀ, ਉਹ ਬੱਚੇ ਦੇ 7 ਸਾਲ ਦੇ ਬੇਸ ਤੇ ਨਹੀਂ ਮਿਲੀ ਹੋਣੀ। ਨਹੀਂ, ਮੈਨੂੰ ਮਿਲੀ ਸੀ ਐਕਚੁਅਲੀ 10 ਸਾਲ ਦੇ ਉਸ ਤੇ। ਠੀਕ ਹੈ ਜੀ। ਹਾਂਜੀ, ਤੇ ਮੈਂ 10 ਸਾਲ ਪੂਰੇ ਕਰ ਲਏ ਸੀ ਲੀਗਲ, ਤਾਂ ਮੈਨੂੰ ਆਟੋਮੈਟਿਕਲੀ ਇਹਨਾਂ ਨੇ 2.5 ਸਾਲ ਦਾ ਵੀਜ਼ਾ ਦਿੱਤਾ ਸੀ ਪਹਿਲਾਂ, ਤੇ ਫਿਰ ਮੈਨੂੰ ਦੇ ਦਿੱਤਾ ਸੀ ਨਾ ਇੰਡੈਫੀਨਿਟ ਜੀ। ਠੀਕ ਹੈ ਜੀ। ਤੇ ਹੁਣ ਮੇਰੇ ਬੇਟੇ ਦਾ ਇਹ ਸੀ 7 ਸਾਲ ਬਾਅਦ ਉਹਨੂੰ 2.5 ਸਾਲ ਦਾ ਵੀਜ਼ਾ ਮਿਲਿਆ ਸੀ, ਤੇ ਉਹ ਵੀ ਬਿਲਕੁਲ ਲੀਗਲ, ਮਤਲਬ ਕਦੇ ਲੀਗਲ ਨਹੀਂ ਰਿਹਾ ਸੀ। ਬੇਟਾ ਤੁਹਾਡਾ ਯੂਕੇ ਚ ਉਹਦਾ ਜਨਮ ਹੋਇਆ ਸੀ? ਨਹੀਂ, ਇੰਡੀਆ ਹੋਇਆ ਸੀ। ਓਕੇ ਜੀ, ਠੀਕ ਹੈ ਜੀ। ਤੇ ਹੁਣ ਦੁਬਾਰਾ ਫੇਰ ਉਹਨੂੰ 2.5 ਸਾਲ ਦਾ ਵੀਜ਼ਾ ਮਿਲਿਆ। ਤਾਂ ਬੱਚੇ ਨੂੰ ਹੁਣ 7 ਸਾਲ ਹੋ ਗਏ ਯੂਕੇ ਚ ਰਹਿੰਦੇ ਨੂੰ? 7 ਤੋਂ ਤਾਂ ਜ਼ਿਆਦਾ ਹੋ ਗਈ। 7 ਸਾਲ ਬਾਅਦ ਉਹਨੂੰ 2.5 ਸਾਲ ਦਾ ਵੀਜ਼ਾ ਮਿਲਿਆ। ਜਿਹਦੇ ਹੁਣ ਨਵੇਂ ਅਪੈਂਡਿਕਸ ਰੂਲਸ ਨਿਕਲੇ ਰਹੇ ਆ ਨਾ, ਤਾਂ ਉਹਨੂੰ ਉਸ ਬੇਸ ਦੇ ਉੱਪਰ ਇੰਡੈਫਿਨਿਟ ਲੀਵ ਦਾ ਹੱਕ ਹੈਗਾ ਉਹਨੂੰ, ਯਾਨੀ ਕਿ ਉਹਦੇ 10 ਸਾਲ ਤੋਂ ਉੱਪਰ ਹੋ ਗਏ ਹੁਣ ਜੀ। 2011 ਚ ਆਇਆ ਸੀ ਭਾਜੀ। ਉਹ ਗੱਲ ਵੱਖਰੀ ਹੈਗੀ ਆ, ਪਰ ਨਵਾਂ ਵੀ ਕਾਨੂੰਨ ਵੀ ਹੈਗਾ, ਤਾਂ ਤੁਹਾਡੇ ਓਬਵੀਅਸਲੀ 10 ਸਾਲ ਹੈਗੇ ਉਹ ਵੀ ਹੈਗਾ ਆ, ਸੋ ਤੁਹਾਡੇ ਕੋਲ ਦੋਵੇਂ ਆਪਸ਼ਨ ਹੋਣੇ ਆ। ਓਕੇ, ਤੇ ਮੈਂ ਪਹਿਲਾਂ ਜਿਹੜਾ ਸੋਲਿਸਿਟਰ ਸੀ ਮੇਰਾ ਪਹਿਲਾਂ, ਉਹਨੇ ਜਦ ਕਿ ਦੂਜਿਆਂ ਨੇ ਕਿਹਾ ਸੀ ਕਿ ਉਹਦੀ ਨੈਚੁਰਲਾਈਜੇਸ਼ਨ ਅਪਲਾਈ ਕਰ ਸਕਦੇ ਹੋ ਕਿਉਂਕਿ ਬਿਫੋਰ 18 ਈਅਰ। ਭਾਜੀ ਬਿਫੋਰ 18 ਉਹਨੂੰ ਨੈਚੁਰਲਾਈਜੇਸ਼ਨ ਨਹੀਂ ਕਹਿੰਦੇ, ਉਹਨੂੰ ਰਜਿਸਟ੍ਰੇਸ਼ਨ ਕਹਿੰਦੇ ਆ, ਉਹਦਾ ਰੂਲਸ ਵੱਖਰੇ ਆ। ਓਕੇ, ਤੇ ਹੁਣ ਉਹਦੀ ਅਸੀਂ ਇੰਡੈਫੀਨਿਟ ਅਪਲਾਈ ਕਰ ਸਕਦੇ ਹਾਂ ਜਾਂ ਹਲੇ ਹੋਰ ਸਾਨੂੰ 2.5 ਸਾਲ ਦਾ ਲੈਣਾ ਪੈਣਾ? ਨਹੀਂ ਜੀ, ਨਵੇਂ ਰੂਲਸ ਦੇਖੋ ਨਾ। ਹਾਂਜੀ, ਤਾਂ ਪੁਰਾਣੇ ਵੀ ਦੇਖੋ ਤੁਸੀਂ, ਦੋਵੇਂ ਤੁਸੀਂ ਆਪਸ਼ਨ ਤੁਹਾਡੀ ਹੈਗੀ। 10 ਸਾਲ ਦਾ ਵੀ ਰੂਟ ਹੈਗਾ ਤਾਂ 7 ਸਾਲ ਦਾ ਵੀ ਹੁਣ ਹੈਗਾ। ਓਕੇ, ਠੀਕ ਹੈ, ਠੀਕ ਹੈ ਭਾਜੀ ਜੀ, ਬਹੁਤ ਧੰਨਵਾਦ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਪਿੱਛੇ ਕਿਹਾ ਸੀ ਨਾ ਚਾਹ ਦੇ ਕਈ ਮਤਲਬ ਆ। ਹਾਂ, ਤੁਸੀਂ ਚਾਹ ਪਾਣੀ ਕਿਹਾ। ਚਾਹ ਪਾਣੀ, ਹਾਂ, ਇੱਕ ਚਾਹ ਚੂ ਵੀ ਹੁੰਦੀ ਹੈ। ਚਾਹ ਚੂ ਹੁੰਦੀ ਆ, ਹਾਂਜੀ। ਚਾਹ ਚੂ ਤਾਂ ਜਦੋਂ ਨਹੀਂ ਕਿਸੇ ਨੂੰ ਪਿਲਾਉਣੀ ਉਹ ਚਾਹ ਚੂ ਹੁੰਦੀ ਆ। ਜਿਹੜਾ ਚਾਹ ਪਾਣੀ ਹੁੰਦਾ ਹੈ ਉਹ ਜਰਾ ਹੈਵੀ ਪੈਕਟ ਹੁੰਦਾ। ਠੀਕ ਹੈ ਜੀ, ਠੀਕ ਹੈ। ਪੰਜਾਬ ਰੇਡੀਓ ਜੀ, ਹੈਲੋ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ, ਜਦੋਂ ਮੇਰਾ ਭਰਾ ਪਹਿਲਾਂ ਇੱਥੇ ਆਇਆ ਸੀਗਾ 10 ਸਾਲ ਪਹਿਲਾਂ ਜੀ, ਤੇ ਉਦੋਂ ਉਹ ਫਿਰ 5 ਮਹੀਨੇ ਰਹਿ ਗਿਆ ਸੀ, 6 ਮਹੀਨੇ ਦਾ ਵੀਜ਼ਾ ਸੀਗਾ ਉਹਦਾ, ਫਿਰ ਉਹ ਚਲ ਗਿਆ ਸੀ। ਤਾਂ ਫਿਰ ਉਹਦੀ ਰਾਹਦਾਰੀ ਫਿਰ ਪਾਈ ਸੀ 2 ਸਾਲ ਬਾਅਦ, ਹਨਾ। ਫਿਰ ਉਹਦਾ ਰਿਫਿਊਜ਼ ਕਰਤਾ ਸੀ, ਓਬਵੀਅਸਲੀ ਉਹਨਾਂ ਨੇ ਕਿਹਾ ਤੂੰ ਜ਼ਿਆਦਾ ਰਹਿ ਲਿਆ ਪਹਿਲੀ ਵਾਰ ਉੱਥੇ। ਤਾਂ ਰੀਜ਼ਨ ਕੀ ਸੀ ਜ਼ਿਆਦਾ ਚਿਰ ਰਹਿਣ ਦਾ? ਰੀਜ਼ਨ ਨਹੀਂ ਸੀ ਕੋਈ, ਬਸ ਤੂੰ ਉਦਾਂ ਹੀ। ਤਾਂ ਫਿਰ ਵਿਹਲਾ ਰਿਹਾ ਸੀ, ਘੁੰਮਦਾ ਰਿਹਾ ਜਾਂ ਵਿੱਚੋਂ ਕੰਮ ਕਰਦਾ ਸੀ? ਓਬਵੀਅਸਲੀ ਕੰਮ ਕਰਦਾ ਸੀ, ਹਨਾ। ਇਹ ਸ਼ੱਕ ਇਮੀਗ੍ਰੇਸ਼ਨ ਨੂੰ ਵੀ ਹੁੰਦੀ ਹੈ ਜੀ। ਉਹਨਾਂ ਨੇ ਫਿਰ ਤਾਂ ਹੀ ਮਨਾ ਕਰਤਾ ਸੀ, ਕਹਿੰਦੇ ਪਹਿਲੀ ਵਾਰ 5 ਮਹੀਨੇ ਰਿਹਾ ਤੇ 1 ਮਹੀਨਾ ਕਿਹਾ ਸੀ, ਮੁੜਿਆ ਨਹੀਂ, ਹਨਾ ਜੀ। ਤੇ ਹੁਣ ਫਿਰ ਉਹ ਸਪੇਨ ਚਲ ਗਿਆ ਸੀ 16-17 ਦੇ ਵਿੱਚ, ਹਨਾ। ਤੇ ਫਿਰ ਉਹ ਉੱਥੇ ਪੱਕਾ ਹੋ ਗਿਆ ਹੁਣ, ਹਨਾ। ਤੇ ਹੁਣ ਉਹਨੇ ਇੰਡੀਆ ਜਾਣਾ ਦਸੰਬਰ ਜਾਂ ਜਨਵਰੀ ਚ। ਉਹ ਚਾਹੁੰਦਾ ਕਿ ਇੱਥੋਂ ਮੈਂ 1 ਵੀਕ 2 ਵੀਕਾਂ ਦੀ ਜਿੱਦਾਂ ਗੇੜਾ ਸਟੇ ਕਰ ਜਾਵਾਂ ਵਿੱਚ, ਫਿਰ ਇੱਥੋਂ ਇੰਡੀਆ ਨੂੰ ਚਲ ਜਾਵਾਂ। ਏਦਾਂ ਕੁਛ ਪੋਸੀਬਲ ਹੈਗਾ? ਭੈਣ ਜੀ, ਇੱਥੇ ਆਉਣ ਵਾਸਤੇ ਫਿਰ ਉਹਨੂੰ ਵਿਜ਼ਿਟ ਵੀਜ਼ੇ ਦੀ ਐਪਲੀਕੇਸ਼ਨ ਦਰਜ ਕਰਨੀ ਪਊਗੀ। ਉਹ ਬੇਸ਼ੱਕ ਸਪੇਨ ਤੋਂ ਹੀ ਕਰ ਲਵੇ, ਤੇ ਉਹਨੂੰ ਸਪੇਨ ਚ ਦਿਖਾ ਦੇ, ਹਾਂ, ਸਪੇਨ ਚ ਕੀ ਕੰਮ ਕਰਦਾ, ਉੱਥੇ ਕੀ ਇਨਕਮ ਹੈਗੀ ਆ, ਕੀ ਸੇਵਿੰਗਸ ਹੈਗੀ, ਉਹ ਦਿਖਾਉਣੀ ਪਊਗੀ। ਉਹਨੂੰ ਸਪੇਨ ਦੀ ਨੈਸ਼ਨੈਲਿਟੀ ਨਹੀਂ ਹਲੇ ਮਿਲੀ ਨਾ, ਸਿਰਫ ਪੱਕੀ ਸਟੈਂਪ ਹੀ ਮਿਲੀ ਨਾ। ਉਹ ਨਹੀਂ ਭਾਜੀ ਉੱਥੇ ਮਿਲਦੀ। ਉੱਥੇ ਜਿੱਦਾਂ 1 ਸਾਲ ਦਾ ਉਹਨੂੰ ਪਹਿਲੇ ਸਾਲ ਦਾ ਕਾਰਡ ਵਾ, ਏਦਾਂ ਉਹਨਾਂ ਨੇ ਕਾਰਡ ਬਣਾਈ ਜਾਣਾ 2 ਸਾਲ ਦਾ, ਫਿਰ 2 ਸਾਲ ਦਾ, ਏਦਾਂ। ਸੋ ਜਦੋਂ ਇੰਡੀਆ ਤੋਂ ਅਪਲਾਈ ਕੀਤਾ ਸੀ ਏਦਾਂ ਹੀ ਥੋੜਾ ਅਪਲਾਈ ਕਰਨਾ ਪਊਗਾ, ਤਾਂ ਨਾਲ ਸਮਝਾਉਣਾ ਵੀ ਪਊਗਾ ਪਿਛਲੀ ਵਾਰੀ ਜ਼ਿਆਦਾ ਚਿਰ ਕਿਉਂ ਰਿਹਾ ਸੀ। ਸੋ ਉਹਦੀ ਐਕਸਪਲੇਨੇਸ਼ਨ ਦੇਣੀ ਪਊਗੀ ਐਪਲੀਕੇਸ਼ਨ ਵਿੱਚ। ਕਿੰਨੇ ਚਿਰ ਦਾ ਵੀਜ਼ਾ ਇੱਥੇ ਵੀ ਦਿੰਦੇ ਹੁੰਦੇ ਆ? ਦਿੰਦੇ 6 ਦਾ ਜੀ, ਸ਼ੁਰੂ ਦੇ ਵਿੱਚ ਦਿੰਦੇ 6 ਦਾ ਹੀ ਹੁੰਦਾ, ਹਨਾ। ਉਹਦਾ ਚਾਂਸ ਹੈਗੇ ਆ ਕੋਈ, ਤੁਹਾਨੂੰ ਕੀ ਲੱਗਦਾ? ਚਾਂਸਿਸ ਭੈਣ ਜੀ ਹਮੇਸ਼ਾ ਹੁੰਦੇ ਆ। ਹੁਣ ਸਿਰਫ ਜਸਟੀਫਿਕੇਸ਼ਨ ਕਰਾਉਣੀ ਪਊਗੀ, ਕਿਉਂ ਜ਼ਿਆਦਾ ਚੜੇ ਅਸੀਂ, ਕੀ ਕਰਦੇ ਰਹੇ ਹੈਗੇ ਆ, ਕੋਈ ਫੰਕਸ਼ਨ ਸੀ, ਦਿਨ ਸਾਊਥ ਸੀ। ਕਹਿੰਦੇ ਸੀ ਇੱਥੇ ਇੰਗਲੈਂਡ ਦੀ ਫਲਾਈਟ ਆ, ਜਿੱਦਾਂ ਇੱਥੇ ਸਟੇ ਕਰਕੇ ਇੱਦਾਂ ਜਾ ਸਕਦੇ ਹੁੰਦੇ, ਇੱਦਾਂ ਕੁਛ ਹੈਗਾ ਵਿੱਚ ਦੀ? ਉਹ ਟ੍ਰਾਂਜ਼ਿਟ ਫਲਾਈਟ ਹੁੰਦੀ, ਹਾਂਜੀ। ਉਹ ਕਿਹੜੀ, ਉਹ ਕੀ ਹਿਸਾਬ ਕਿਤਾਬ ਹੁੰਦਾ ਭਾਜੀ? ਉਹ ਤਾਂ ਸਿਰਫ ਕਈ ਵਾਰੀ ਇੱਥੇ ਪਲੇਨ ਜੋ ਰੁਕਦਾ ਹੁੰਦਾ ਨਾ, ਤਾਂ ਕਈ ਜ਼ਿਆਦਾ ਚਿਰ ਰੁਕਦੇ ਹੈਗੇ ਆ, ਤਾਂ ਉਹਨਾਂ ਚਿਰ ਤੁਸੀਂ ਬਾਹਰ ਐਂਟਰੀ ਕਰ ਸਕਦੇ ਹੁੰਦੇ ਆ। ਐਂਟਰੀ ਕਰ ਸਕਦੇ ਹੁੰਦੇ ਬਾਹਰ ਉਹਨਾਂ ਟਾਈਮ ਤੇ? ਪਰ ਭੈਣ ਜੀ ਤੁਸੀਂ ਉਹ ਨਾ ਕਰਿਓ,
ਉਹ ਜ਼ਰੂਰੀ ਨਹੀਂ, ਕਈ ਵਾਰੀ ਨਹੀਂ ਵੀ ਆਉਣ ਦਿੰਦੇ ਗੁਰਪਾਲ ਉਹਦੇ ਚ। ਹਾਂਜੀ, ਉਹ ਨਾ 2 ਤਰੀਕੇ ਮੈਂ ਦੱਸਤਾ ਸੀ, ਕਹਿੰਦਾ ਸੀ ਪੁੱਛ ਕੇ ਦੱਸਿਓ। ਉਹ ਨਾ ਕਰਿਓ ਤੁਸੀਂ, ਜੋ ਦੂਸਰਾ ਹੈਗਾ ਨਾ ਜਿਹਨੇ ਉਹ ਕਰਿਓ। ਅੱਜ ਜੁਗਾੜ ਨਹੀਂ ਕਰਨਾ ਪਹਿਲਾਂ ਪਾ ਕੇ ਦੇ ਭਾਜੀ। ਕਿੰਨਾ ਕੁ ਟਾਈਮ ਲੱਗਦਾ ਹੁੰਦਾ? ਜਿੱਦਾਂ ਇੰਡੀਆ ਤਾਂ ਹੁਣ ਆਪਾਂ ਨੂੰ ਪਤਾ ਬਿਜ਼ੀ ਚੱਲਦਾ, ਇੱਥੇ ਫਿਰ ਜੇ ਉਹਨਾਂ ਦਸੰਬਰ ਚ ਆਉਣਾ, ਕਿੰਨਾ ਟਾਈਮ ਪਹਿਲਾਂ ਅਪਲਾਈ ਕਰੀਏ? ਤੁਸੀਂ at least 4 to 6 weeks in advance ਕਰਿਓ। 4 to 6 weeks। ਓਕੇ ਜੀ, ਓਕੇ ਠੀਕ ਹੈ ਭਾਜੀ, ਥੈਂਕ ਯੂ ਵੈਰੀ ਮਚ। ਓਕੇ ਜੀ, ਥੈਂਕ ਯੂ, ਧੰਨਵਾਦ। ਪੰਜਾਬ ਰੇਡੀਓ ਜੀ, ਜੀ ਆਇਆਂ ਨੂੰ। ਹਾਂ ਮੈਮ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਜੀ ਜ਼ਰੂਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਗੁਰਪਾਲ ਬੋਲਦਾ। ਹਾਂ, ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਨਾ ਮੈਂ 2009 ਦੇ ਵਿੱਚ ਆਇਆ ਸੀਗਾ ਨਾ ਐਜ਼ ਅ ਸਟੂਡੈਂਟ, ਹਨਾ ਇੱਥੇ। ਤੇ 2012 ਦੇ ਵਿੱਚ ਮੇਰੀ ਮੈਰਿਜ ਹੋ ਗਈ। ਠੀਕ ਹੈ ਜੀ। ਤੇ ਪਰ ਇੱਥੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਸੋਲੀਸਿਟਰ ਸਾਊਥ ਹਾਲ ਦੇ ਵਿੱਚ ਉਹਨਾਂ ਨੇ ਮੇਰਾ ਕੇਸ ਖਰਾਬ ਕਰਤਾ ਤੇ ਮੈਨੂੰ ਨਾ 2014-15 ਦੇ ਵਿੱਚ ਮੈਨੂੰ ਐਜ਼ ਏ ਪ੍ਰਾਈਵੇਟ ਫੈਮਿਲੀ ਰੂਲ ਚ ਪਾਤਾ ਸੀਗਾ ਬੱਚੇ ਦੇ ਬੇਸ ਤੇ। ਠੀਕ ਹੈ ਜੀ। ਤੇ ਪਰ ਉਹ ਮੇਰੇ ਹੁਣ ਮੇਰੇ ਆਪਣੇ ਨੀਅਰਲੀ 7.5 year ਹੋ ਗਏ ਨੇ, ਉਹਨਾਂ ਨੂੰ 3 ਰੂਟ ਮੈਂ ਲੈ ਚੁੱਕਿਆ, 4th ਮੇਰਾ ਆਉਣਾ ਆ। ਕੋਈ ਏਦਾਂ ਦਾ ਰੂਲ ਹੈ ਕਿ ਮੈਂ ਮਤਲਬ ਆਪਣੇ ਇੰਡੈਫੀਨਿਟ ਅਪਲਾਈ ਕਰ ਸਕਦਾ ਜਾਂ ਮੈਨੂੰ ਲੈਣਾ ਪੈਣਾ 2.5 ਸਾਲ ਦਾ? ਤੁਹਾਡੀ ਪਹਿਲੀ ਮਨਜ਼ੂਰੀ ਕਿਦੋਂ ਮਿਲੀ ਸੀ ਭਾਜੀ? ਮੈਂ ਪਹਿਲੀ ਮਿਲੀ ਸੀ ਮੈਨੂੰ 2015 ਦੇ ਵਿੱਚ, ਮਾਰਚ 15 of March something। 15 of March, which means ਤੁਹਾਡੇ 2025 ਦੇ ਵਿੱਚ ਤੁਹਾਡੇ 10 ਸਾਲ ਪੂਰੇ ਹੋਏ ਨੇ। ਹਾਂ, 25 ਦੇ ਵਿੱਚ ਹੋਣੇ ਨੇ। ਤਾਂ ਯੂਕੇ ਦੀ ਐਂਟਰੀ ਕਦੋਂ ਕੀਤੀ ਸੀ? ਯੂਕੇ ਦੀ ਐਂਟਰੀ ਭਾਈ 2009 ਦੇ ਵਿੱਚ ਮੈਂ ਐਜ਼ ਅ ਸਟੂਡੈਂਟ ਆਇਆ ਸੀਗਾ ਤੇ ਮੈਨੇ ਪਰ ਮੈਰਿਜ ਬੇਸ ਤੇ ਫਾਈਲ ਅਪਲਾਈ ਕੀਤੀ ਸੀ 2012 9th ਜੁਲਾਈ ਤੋਂ ਪਹਿਲਾਂ ਜਿਹੜੇ ਰੂਲ ਚੇਂਜ ਹੋਏ ਤੇ ਪਰ ਇਹਨਾਂ ਨੇ ਮੇਰੇ ਸੋਲੀਸਿਟਰਾਂ 2-3 ਹੈਗੇ ਨੇ। ਪਰ ਭਾਜੀ ਤੁਹਾਡੇ ਵਿੱਚ ਵਿਚਾਲੇ ਜਦੋਂ ਤੁਸੀਂ ਐਕਸਟੈਂਸ਼ਨ ਕਰਦੇ ਸੀ, ਕਦੇ ਤੁਹਾਡੇ 28 ਦਿਨ ਤੋਂ ਟੱਪੇ ਸੀ ਐਕਸਟੈਂਸ਼ਨਾਂ ਕਰਾਉਂਦਿਆਂ ਚ? ਭਾਜੀ ਪਤਾ ਕੀ ਚੱਕਰ ਹੋਇਆ ਭਾਜੀ, ਆਪਣਾ ਇੱਥੇ ਇੱਕ ਬਹੁਤ ਵੱਡੀ ਫਰਮ, ਚਲੋ ਆਪਾਂ ਨਾਂ ਨਾ ਲਿਓ, ਉਦਾਂ ਮੈਂ ਨਹੀਂ ਮੈਂ ਨਾਂ ਲੈਂਦਾ, ਉਹ ਹੁਣ ਬਲੈਕ ਲਿਸਟ ਹੋ ਗਏ ਨੇ। ਉਹਨਾਂ ਨੇ ਪਤਾ ਕੀ ਕਰਿਆ, ਮੇਰੇ ਕੋਲ ਰਾਈਟ ਸੀਗਾ ਕਿ ਮੈਂ ਸਟੇਟ ਵੇ ਮੇਰੀ ਫਾਈਲ ਪਾ ਸਕਦਾ ਸੀਗਾ, ਜੀ ਉਹਨੇ ਜਿਹੜੀ ਰਿਸ਼ਵ ਚ ਪਾਤੀ ਹੋਣੀ ਆ, ਜਾਂ ਉਹਨਾਂ ਨੇ ਨਾ ਪਤਾ ਨਹੀਂ ਕੀ ਕੀਤਾ, ਮੇਰੇ ਤੋਂ ਪੈਸੇ ਲੈ ਕੇ ਨਾ ਫਾਈਲ ਰੱਖੀ ਹੋਈ ਆ। ਤੇ ਉਹ ਹੁਣ ਪਤਾ ਨਹੀਂ ਉਹ ਜਿਹੜੇ ਮਤਲਬ 2-3 ਮਹੀਨੇ ਯਾਨੀ ਕਿ 12 ਵੀਕ ਦੀ ਹੈਗੀ ਆ ਕਿ ਉਹ ਸ਼ਾਇਦ ਉਹਨਾਂ ਨੇ ਉੱਥੇ ਮੈਨੂੰ ਲੱਗਦਾ ਮੈਨੂੰ ਬੇਵਕੂਫ ਬਣਾ ਕੇ ਉਹਨਾਂ ਨੇ ਪੈਸੇ ਲੈ ਕੇ ਰੱਖ ਲਈ ਤੇ ਉਹ 12 ਵੀਕ ਮਤਲਬ ਸ਼ਾਇਦ ਹੋ ਸਕਦਾ ਕਿ ਇਨਲੀਗਲ ਹੋ ਸਕਿਆ ਹੋਊਗਾ। ਬਾਕੀ ਮੇਰੀ ਫਾਈਲ ਚੱਲਦੀ ਰਹੀ ਹੈ 2009 ਤੋਂ ਲੈ ਕੇ ਹੁਣ ਤੱਕ, ਬਟ ਉਹ 12 ਵੀਕ ਦਾ ਪ੍ਰੋਬਲਮ ਲੱਗਦੀ। ਭਾਜੀ ਤੁਸੀਂ ਇੱਕ ਕੰਮ ਕਰਿਓ, ਤੁਹਾਡੇ 10 ਪਾਉਂਡ ਲੱਗਣੇ ਹੈਗੇ ਆ, ਤੁਸੀਂ ਆਨਲਾਈਨ ਜਾ ਕੇ ਨਾ ਇੱਕ ਸਬਜੈਕਟ ਐਕਸੈਸ ਰਿਕੁਐਸਟ ਹੁੰਦੀ ਹੈ ਹੋਮ ਆਫਿਸ ਨੂੰ। ਮੈਂ ਕੀਤਾ ਸੀਗਾ ਬਟ ਉਹਨਾਂ ਨੇ ਕੋਈ ਰਿਪਲਾਈ ਨਹੀਂ ਕੀਤਾ, ਪਤਾ ਨਹੀਂ ਕੀ ਚੱਕਰ ਆ। ਮੈਂ 2009 ਦੇ ਵਿੱਚ ਕੀਤਾ ਸੀਗਾ। ਭਾਜੀ ਦੁਬਾਰਾ ਫੇਰ ਕਰ ਲਿਓ, 10 ਪਾਉਂਡ ਹੀ ਹੈ ਨਾ। ਹਨਾ ਪਰ ਉਹ ਭਾਜੀ ਉਹ ਮੰਗਦੇ ਨੇ, ਉਹ ਕੀ ਕਹਿੰਦੇ ਨੇ ਉਹਨੂੰ, ਆਪਣਾ ਦੂਜਾ ਇੱਕ ਆਪਣੇ 2-3 ਰੈਫਰੈਂਸ ਮੰਗਦੇ ਤੇ ਭਾਜੀ। ਨਹੀਂ ਭਾਜੀ, ਸਬਜੈਕਟ ਐਕਸੈਸ ਰਿਕੁਐਸਟ ਨਹੀਂ ਹੁੰਦੇ ਹੈਗੇ, ਉਹ ਫੇਰ ਵੀ ਇੱਕ ਵਾਰੀ ਕਰਕੇ ਦੇਖ ਲਓ, ਤੁਹਾਨੂੰ ਕਮ ਸੇ ਕਮ ਇੱਕ ਤਸੱਲੀ ਹੋ ਜੂਗੀ ਹਰ ਇੱਕ ਬੰਦਾ ਜੋ ਫਾਈਲ ਦੇਖਦਾ ਹੈ। ਅਪਾਰਟ ਫਰਮ ਦੈਟ ਭਾਜੀ, ਅੱਗੇ ਤੁਸੀਂ ਚਾਹੁੰਦੇ ਕਿ ਤੁਹਾਡੇ ਪਾਰਟਨਰ ਬ੍ਰਿਟਿਸ਼ ਆ, ਹਾਂਜੀ, ਤੁਸੀਂ ਸਵਿਚ ਕਰ ਲਓ ਟੂ ਦ 5 year ਰੂਟ। ਉਹਦੇ ਵਾਸਤੇ ਭਾਜੀ ਮਤਲਬ ਬੱਚਿਆਂ ਦਾ ਮੈਂ ਸੁਣਿਆ ਕੋਈ ਨਵਾਂ ਰੂਟ ਨਹੀਂ ਕਹਿੰਦੇ ਆਫਟਰ 5 year ਇੰਡੈਫੀਨਿਟ ਏਦਾਂ ਕੁਝ ਹੈ ਨਹੀਂ ਭਾਜੀ? ਹੈਗਾ ਪਰ ਸਵਿਚ ਕਰਨਾ ਪਊਗਾ ਨਾ ਵੱਲੋਂ ਤੁਹਾਨੂੰ, ਤੁਸੀਂ ਕੈਟੇਗਰੀ ਜੋ ਹੈਗੀ ਦੇਖੇ ਜਾਇਆ ਚੇਂਜ ਕਰਨਾ ਪਊ। ਤੁਸੀਂ ਹਲੇ 10 ਸਾਲ ਦੇ ਕੈਟੇਗਰੀ ਚ ਨਾ ਹਲੇ। ਓਕੇ, ਪਰ ਉਹ ਤਾਂ ਫਿਰ ਆਪਾਂ ਸਿੱਧੇ ਆਪਾਂ ਕਹਿ ਦਈਏ ਕਿ ਫਿਰ ਮੈਨੂੰ 2.5 ਸਾਲ ਦਾ ਹੋਰ ਲੈਣਾ ਹੀ ਪੈਣਾ ਹਨਾ ਮਤਲਬ। ਯੈਸ, ਪਰ ਅੱਗੇ ਤੁਸੀਂ ਸਵਿਚ ਕਰ ਸਕਦੇ ਹੈਗੇ ਆ, ਨਵੇਂ ਰੂਲਸ ਦੇ ਕਹਿੰਦੇ ਹੈਗੇ ਆ, ਤੁਸੀਂ ਜੋ ਪੁਰਾਣਾ ਟਾਈਮ ਸਮਾਂ ਹੈਗਾ ਉਹ ਵੀ ਤੁਸੀਂ ਗਿਣਤੀ ਚ ਪਾ ਸਕਦੇ ਹੈਗੇ ਆ। ਸੋ ਹਲੇ ਦੇਖਣ ਵਾਲੇ ਹੈਗੇ ਰੂਲਸ। ਇਨਫੈਕਟ ਮੈਂ ਆਪਣੇ ਵੱਲੋਂ ਵੀ ਦੇਖਾਂ ਐਜ਼ ਅ ਲਾਇਰ, ਮੈਂ ਹਾਲੇ ਵੀ ਅਨਕਲੀਅਰ ਹੈਗਾ ਜਿਹਨੇ ਇਹਨਾਂ ਨੇ ਕਿਹਾ ਹੈਗਾ ਤੁਸੀਂ ਸਵਿਚ ਕਰਕੇ ਤੁਸੀਂ ਪੁਰਾਣਾ ਸਮਾਂ ਵਿੱਚ ਕੇ ਕਰ ਸਕਦੇ ਹੈਗੇ ਆ। ਉਹ 5 ਸਾਲ ਤੇ 10 ਸਾਲ ਨੂੰ ਦੋਵਾਂ ਨੂੰ ਲਾਗੂ ਹੈਗਾ ਜਾਂ ਸਿਰਫ 10 ਸਾਲ ਦਾ ਰੂਟ? ਰਹਿੰਦੇ ਕਿੱਥੇ ਤੁਸੀਂ? ਮੈਂ ਸਾਊਥ ਹਾਲ। ਤਾਂ ਤੁਸੀਂ ਮੇਲ ਹੀ ਲਓ ਇਹਨਾਂ ਨੂੰ ਜਿੱਦਾਂ ਸਾਊਥ ਹਾਲ ਹੁੰਦੀ। ਤੁਸੀਂ ਕਿਤੇ ਵੀ ਟਾਈਮ ਹੈ ਨਾ, ਤੁਸੀਂ ਆਪਣੀ ਸਬਜੈਕਟ ਐਕਸੈਸ ਰਿਕੁਐਸਟ ਅਪਲਾਈ ਕਰਾ ਕੇ ਬਾਜੀ ਜਦੋਂ ਤੁਹਾਡੀ ਆ ਗਈ ਨਾ ਰੁਪਏ ਉਹ ਲੈ ਕੇ ਆ ਜਿਓ, ਆਪਾਂ ਇਕੱਠੇ ਦੇਖ ਲਵਾਂਗੇ ਪੜ੍ਹ ਕੇ ਕੀ ਲਿਖਿਆ ਵਿੱਚ। ਓਕੇ, ਤੇ ਠੀਕ ਆ, ਮੈਂ ਕਰਦਾ ਸਬਜੈਕਟ ਮੈਂ ਕੀਤੀ ਸੀ ਅਪਲਾਈ ਲਾਸਟ ਟਾਈਮ, ਉਹਨਾਂ ਮੈਨੂੰ ਈਮੇਲ ਕੀਤੀ ਸੀ ਬੈਕ, ਕਹਿੰਦੇ ਨੇ ਕਿ ਸਾਨੂੰ 2 ਰੈਫਰੈਂਸ ਚਾਹੀਦੇ। ਨਹੀਂ ਭਾਜੀ, ਉਹਦੇ ਰੈਫਰੀ ਨਹੀਂ ਚਾਹੀਦੇ ਹੁੰਦੇ ਹੈਗੇ, ਉਹਨੂੰ ਸਿਰਫ ਤੁਹਾਡਾ ਐਡਰੈਸ ਪ੍ਰੂਫ ਮੰਗਦੇ ਤੇ ਜਿੱਥੇ ਰਹਿੰਦੇ ਨੇ ਹੈਗੇ ਆ, ਤੁਹਾਡਾ ਨਾਂ, ਡੇਟ ਆਫ ਬਰਥ, ਤਾਂ ਹੋਮ ਆਫਿਸ ਰੈਫਰੈਂਸ ਤਾਂ ਤੁਸੀਂ ਹੈਗਾ ਹੀ ਆ, ਤਾਂ ਉਹ ਵਿੱਚ ਐਡ ਕਰ ਦਿਓ ਵਿੱਚ। ਠੀਕ ਆ ਜੀ। ਤੇ ਭਾਈ ਸਾਊਥ ਹਾਲ ਤੁਸੀਂ ਕਦੋਂ ਆਉਂਦੇ ਹੋ ਜੀ? ਐਵਰੀ ਥਰਸਡੇ ਭਾਜੀ। ਓਕੇ, ਤੇ ਭਾਜੀ ਵਨ ਮੋਰ ਹਨਾ ਪਲੀਜ਼। ਮੈਂ ਨਾ ਫਸਟ ਟਾਈਮ ਮੰਮਾ ਦਾ ਕੀਤਾ ਸੀਗਾ ਤੇ ਸੈਕਿੰਡ ਟਾਈਮ ਮੰਮਾ ਡੈਡਾ ਦੋਨਾਂ ਦਾ ਕੀਤਾ ਸੀਗਾ। ਦੋਨੇ ਟਾਈਮ ਉਹਨਾਂ ਨੇ ਨਾ ਐਜ਼ ਏ ਇਨਕਮ ਨੂੰ ਲੈ ਕੇ ਉੱਥੇ ਰਿਫਿਊਜ਼ਲ ਕਰਤੀ ਹਨਾ। ਤੇ ਨਾ ਦਾ ਕਾਰਨ ਕੀ ਸੀ? ਨਾ ਦਾ ਕਾਰਨ ਸੀਗਾ ਕਿ ਮਤਲਬ ਇਨਕਮ ਨਹੀਂ ਕੀ ਪ੍ਰੋਪਰ ਸ਼ੋ ਕੀਤੀ ਇੰਡੀਆ ਚ, ਏਦਾਂ ਕੁਛ ਕੀਤਾ ਸੀ ਕਿਹਾ ਸੀ ਉਹਨਾਂ ਨੇ। ਏਦਾਂ ਕੁਛ ਨਾ, ਪਹਿਲਾਂ ਆਪਾਂ ਐਗਜ਼ੈਕਟਲੀ ਦੇਖੀਏ ਕੀ ਲਿਖਿਆ ਹਨਾ, ਤਾਂ ਉਹਦਾ ਫਿਰ ਹੱਲ ਦੇਖੀਏ ਕੀ ਹੈ। ਬਿਕਾਜ਼ ਦੇਖੋ ਇਮੀਗ੍ਰੇਸ਼ਨ ਆਫਿਸ ਜਦੋਂ ਵੀ ਨਾ ਕਰਦਾ ਉਹਨੂੰ ਨਾ ਦਾ ਬਹਾਨਾ ਚਾਹੀਦਾ ਹੁੰਦਾ ਹੈ ਜੀ। ਤਾਂ ਸਭ ਤੋਂ ਸੌਖਾ ਬਹਾਨਾ ਪਤਾ ਕੀ ਹੁੰਦਾ ਹੈ, ਜਦੋਂ ਤੁਹਾਡੇ ਐਪਲੀਕੇਸ਼ਨ ਫਾਰਮ 'ਚ ਪੁੱਛਦੇ ਆ ਤੁਹਾਡੀ ਮਹੀਨੇ ਦੀ ਆਮਦਨ ਕੀ ਹੈ,
ਤੁਹਾਡੇ ਮਹੀਨੇ ਦੇ ਖਰਚੇ ਕੀ ਆ, ਖਰਚੇ ਕੱਢ ਕੇ ਮਹੀਨਾ ਕੀ ਬਚਦਾ ਆ, ਉਹਨੇ ਉੱਤੇ ਫਿਰ ਹਿਸਾਬ ਲਾਉਣਾ ਹੁੰਦਾ ਤੁਸੀਂ ਯੂਕੇ ਦੇ ਆਉਣ ਦਾ ਆਪਣਾ ਆਉਣ ਜਾਣ ਦਾ ਕਿਰਾਇਆ ਤੇ ਇੱਥੇ ਰਹਿਣ ਦਾ ਖਰਚਾ ਕਰ ਲਓਗੇ। ਨਹੀਂ ਜੇ ਆਪਾਂ ਸ਼ੋਅ ਕਰਦੀ ਫਿਰ ਉਹ ਨਹੀਂ ਹੁੰਦਾ ਕਿ ਪੇਰੈਂਟਸ ਨੇ ਕਿ ਮੈਂ ਸਾਰਾ ਕੁਝ ਤੁਸੀਂ ਹੁਣ ਸਵਾਲ ਕਰਨਾ ਪੈਂਦਾ ਨਾ, ਤੁਸੀਂ ਹੁਣ ਸਵਾਲ ਬਦਲਤਾ ਭਾਜੀ ਜੀ। ਸ਼ੁਰੂਆਤ ਮੈਂ ਫੇਰ ਕਹਿੰਦਾ ਉਹਨੇ ਇਹ ਦੇਖਣਾ ਤੁਹਾਡੀ ਮਹੀਨੇ ਦਾ ਆਮਦਨ ਕੀ ਆ, ਤੁਹਾਡੇ ਖਰਚੇ ਕੀ, ਬਚਦਾ ਕੀ ਆ ਜੀ। ਉਹਨੇ ਫਿਰ ਤੁਹਾਡੀ ਬੈਂਕ ਦੀਆਂ ਐਂਟਰੀਆਂ ਮੇਰਾ ਦੇਖਣਾ ਕਿ ਪੇਰੈਂਟਸ ਨਹੀਂ ਜੀ, ਦੇਖਿਆ ਤੁਸੀਂ ਫੇਰ ਸਵਾਲ ਬਦਲਦਾ ਨਾ ਪੇਰੈਂਟ ਦਾ ਦੇਖਣਾ। ਸ਼ੁਰੂਆਤ ਐਪਲੀਕੈਂਟ ਦਾ ਹੁੰਦਾ, ਜਿਹਨੇ ਆਉਣਾ ਉਹਨੇ ਪਹਿਲਾਂ ਦੇਖਣੇ ਹੁੰਦੇ ਤੁਹਾਡੇ ਵਾਪਸ ਜਾਣ ਦੇ ਫਾਈਨੈਂਸ਼ੀਅਲ ਤੇ ਇਮੋਸ਼ਨਲ ਰੂਟਸ ਕੀ ਆ, ਤੁਹਾਡੀ ਖਿੱਚ ਕੀ ਹੈਗੀ ਆ ਜੀ, ਹਨਾ। ਹਾਂ ਇਹ ਤਾਂ ਆਪਾਂ ਕਹਿ ਸਕਦੇ ਸਪਾਂਸਰ ਨੇ ਖਰਚਾ ਕਰਨਾ ਹੈਗਾ, ਇੱਥੇ ਆ ਕੇ ਰਹਿਣ ਦੀ ਰਿਹਾਇਸ਼ ਟਿਕਟ ਵੀ, ਇਹ ਤਾਂ ਫਿਰ ਫਾਈਨੈਂਸ਼ੀਅਲ ਹੋ ਗਿਆ ਨਾ, ਤਾਂ ਵਿਦਆਊਟ ਰਿਕੋਰਸ ਟੂ ਪਬਲਿਕ ਫੰਡਸ ਇੱਥੇ ਆ ਕੇ ਸਰਕਾਰ ਦੇ ਬੋਝ ਨਹੀਂ ਪਓਗੇ। ਪਰ ਵਾਪਸ ਜਾਣ ਦੀ ਕੀ ਉਮੀਦ ਆ? ਤੇ ਭਾਜੀ ਜਿੱਦਾਂ ਉਹਨਾਂ ਦੇ ਉੱਥੇ ਪ੍ਰਾਪਰਟੀਆਂ ਨੇ ਤੇ ਸਾਡਾ ਕੰਮ ਵੀ ਹੈਗਾ, ਰੈਸਟੋਰੈਂਟ ਵਗੈਰਾ ਹੈਗਾ ਤੇ ਉਹਦੀ ਇਨਕਮ ਵਗੈਰਾ ਹੁਣ ਜਾਂਦੀ ਆ ਬੈਂਕ ਅਕਾਊਂਟ। ਤੁਸੀਂ ਨਾ ਮਿਲ ਕੇ ਹੀ ਮੈਨੂੰ ਲੱਗਦਾ ਤੁਹਾਡੀ ਗੱਲ ਹੋਣੀ ਆ ਤੇ ਪਰ ਵਨਸ ਅਗੇਨ ਤੁਸੀਂ ਜੋ ਗੱਲ ਕਹੀ ਨਾ ਇਹ ਕਹਿਣਾ ਸੌਖਾ ਆ ਪਰ ਸਾਬਤ ਵੀ ਨਾਲ ਕਰਨਾ ਪੈਂਦਾ ਆ। ਤੁਸੀਂ ਨਾ ਸਹੀ ਸਲਾਹ ਲਵੋ ਮਿਲ ਕੇ ਇਹਨਾਂ ਨੂੰ। ਠੀਕ ਆ ਭਾਜੀ, ਠੀਕ ਹੈ ਜੀ। ਕਦੋਂ ਮਿਲ ਸਕਦਾ ਤੁਹਾਨੂੰ ਭਾਜੀ? ਤੁਸੀਂ ਫੇਰ ਪੁੱਛ ਲਿਆ ਐਵਰੀ ਥਰਸਡੇ ਇਨ ਸਾਊਥ ਹਾਲ ਵੀ ਹਰ ਵੀਰਵਾਰ ਸਾਊਥ ਹਾਲ ਹੁੰਦੇ ਹੋ, ਮੈਨੂੰ ਫੋਨ ਕਰ ਲਿਓ, ਆਪਾਂ ਬਣਾ ਕੇ ਮਿਲ ਲਵਾਂਗੇ। ਓਕੇ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਪੰਜਾਬ ਰੇਡੀਓ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ, ਮੈਂ ਮੈਕਪ੍ਰੀਤ ਕੌਰ ਗੱਲ ਕਰਦੀ ਪਈ ਹਾਂ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਸਵਾਲ ਤੁਹਾਡੇ ਕੋਲ ਇਹ ਆ ਕਿ ਮੇਰੇ ਨੌਨ ਦੇ ਵਿੱਚ ਨੇ ਕੋਈ ਤੇ ਉਹ ਇੱਥੇ ਇਕੱਲੇ ਰਹਿੰਦੇ ਆ ਕਾਉਂਸਲ ਦੇ ਘਰ ਦੇ ਵਿੱਚ ਤੇ ਉਹ ਬੁਲਾਉਣਾ ਚਾਹੁੰਦੇ ਆ ਆਪਣੇ। ਕਿਹਨੂੰ ਬੁਲਾਉਣਾ ਚਾਹੁੰਦੇ ਹੋ? ਹਾਂਜੀ ਉਹ ਆਪਣੀ ਡਾਟਰ ਨੂੰ ਬੁਲਾਉਣਾ ਚਾਹੁੰਦੇ ਆ ਇੰਡੀਆ ਤੋਂ, ਉਹ ਇਕੱਲੇ ਰਹਿੰਦੇ ਆ, ਉਹਨਾਂ ਦਾ ਆਪਦਾ ਹੀ ਘਰ ਆ। ਤਾਂ ਇੱਥੇ ਪੱਕੇ ਹੋ? ਹਾਂਜੀ ਉਹ ਇੱਥੇ ਪੱਕੇ ਆ। ਪੱਕੇ ਕਿੱਦਾਂ ਹੋਏ ਸੀ? ਉਹ ਕਾਫੀ ਟਾਈਮ ਪਹਿਲਾਂ ਦੇ ਆਏ ਹੋਏ ਆ। ਤਾਂ ਬੇਟੀ ਦੀ ਉਮਰ ਕਿੰਨੀ ਹੈ ਜੋ ਆਉਣਾ ਚਾਹੁੰਦੀ ਹੁਣ? ਜਿਹੜੇ ਆਉਣਾ ਚਾਹੁੰਦੇ ਉਹਨਾਂ ਦੀ ਏਜ 35 ਸਮਥਿੰਗ। 35 ਆ ਤਾਂ ਉਹ ਵਿਆਹੇ ਹੋਣੇ ਆ? ਹਾਂਜੀ। ਤਾਂ ਹਸਬੈਂਡ ਕੰਮ ਕਰਦਾ ਹੋਊਗਾ? ਹਾਂਜੀ। ਹਾਂ ਫਿਰ ਉਹਨੂੰ ਇੱਕ ਸਪਾਂਸਰ ਲੈਟਰ ਤਿਆਰ ਕਰਨੀ ਪਊਗੀ। ਤਾਂ ਸਪਾਂਸਰ ਲੈਟਰ ਦੇ ਨਾਲ ਉਹਨੂੰ ਸਿਰਫ ਆਪਣੇ ਪਾਸਪੋਰਟ ਦੀ ਕਾਪੀ ਤਾਂ ਕੋਈ ਇੱਕ ਐਡਰੈਸ ਪ੍ਰੂਫ ਹੈਗਾ, ਐਡਰੈਸ ਪ੍ਰੂਫ ਦੀ ਚਿੱਠੀ ਨਾਲ ਲਾ ਦਿਓ ਤਾਂ ਦਿਖਾ ਦਿਓ ਇੱਥੇ ਉਹ ਸਪਾਂਸਰ ਕਰਾ ਕੇ ਇੱਥੇ ਵਿਜ਼ਿਟ ਸੱਦਣਾ ਚਾਹੁੰਦੇ ਆ। ਤੇ ਇੰਡੀਆ ਦੇ ਵਿੱਚ ਉਹਨੂੰ ਦਿਖਾਉਣਾ ਪਊਗਾ ਉਹ ਤੇ ਉਹਦੇ ਹਸਬੈਂਡ ਦੀ ਉੱਥੇ ਦੀ ਆਈ ਚਲਾਈ, ਉੱਥੇ ਉਹਦਾ ਖਰਚਾ ਕੀ ਹੈਗਾ। ਤਾਂ ਮੋਰ ਇੰਪੋਰਟੈਂਟਲੀ ਇੱਥੇ ਆਉਣ ਦਾ ਆਪਣਾ ਕਿਰਾਇਆ ਉਹ ਪੂਰਾ ਕਰ ਲਓਗੇ। ਠੀਕ ਹੈ ਠੀਕ ਹੈ ਨਾ, ਉਹਦੇ ਬੇਸ ਤੇ ਫਿਰ ਅਪਲਾਈ ਕਰ ਸਕਦੇ। ਸਪਾਂਸਰਸ਼ਿਪ ਤਿਆਰ ਕਰਨੀ ਪੈਣੀ ਹੈ ਨਾ ਚਿੱਠੀ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ ਸੋ ਮਚ। ਹਾਂਜੀ ਇਹ ਸੀ ਕਿ ਪੰਜਾਬ ਰੇਡੀਓ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਗੁਰਪਾਲ ਭਾਜੀ ਨਾਲ ਗੱਲ ਕਰਨੀ ਜੀ। ਜੀ ਕਰੋ ਜੀ ਗੱਲ। ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ ਠੀਕ ਹੋ? ਠੀਕ ਠਾਕ ਜੀ। ਭਾਜੀ ਇੱਕ ਸਲਾਹ ਚਾਹੀਦੀ ਸੀ ਜੀ। ਮੇਰਾ ਇੱਥੇ ਰਿਸ਼ਤੇਦਾਰ ਹੈ, ਉਹਦੇ ਕੋਲ ਬ੍ਰਿਟਿਸ਼ ਨੈਸ਼ਨਲ ਹੈ ਜੀ ਤੇ ਉਹਦੀ ਜਨਵਰੀ 'ਚ ਮੈਰਿਜ ਹੋਈ ਸੀ ਇੰਡੀਆ ਐਂਡ ਉਹਦੀ ਜਿਹੜੀ ਵਾਈਫ ਹੈ ਸ਼ੀ ਇਜ਼ BSc ਨਰਸਿੰਗ। ਠੀਕ ਹੈ ਜੀ। ਤਾਂ ਉਹਨਾਂ ਨੂੰ ਇੱਥੇ ਆਉਣ ਵਾਸਤੇ ਕੋਈ ਇੰਗਲਿਸ਼ ਟੈਸਟ ਕਰਨਾ ਪਏਗਾ? ਭਾਜੀ ਇਹ BSc ਨਰਸਿੰਗ ਦੀ ਡਿਗਰੀ ਹੈਗੀ ਨਾ, ਉਹ ਡਿਗਰੀ ਨੂੰ ਨਾ ਤੁਸੀਂ ਉਹਨੂੰ ਐਕਟਸ ਨਾੜ ਕੇ ਕਹਿੰਦੇ ਹੈਗੇ ਆ, ਉਹਦੀ ਤੁਸੀਂ ਸਰਟੀਫਿਕੇਟ ਆਫ ਕੰਪੈਟੇਬਿਲਿਟੀ ਮਤਲਬ ਕਹਿਣ ਅਸੀਂ UK ਦੇ ਕਿਹਦੇ ਡਿਗਰੀ ਦੇ ਬਰਾਬਰ ਹੈਗੀ ਆ। ਤਾਂ ਕਿ BSc ਹੈਗੀ ਉਹਨੇ ਇੰਗਲਿਸ਼ 'ਚ ਕੀਤੀ ਹੋਣੀ ਹੈਗੀ ਆ, ਸੋ ਹੋਪਫੁਲੀ ਉਹ UK ਦੇ ਡਿਗਰੀ ਦੇ ਬਰਾਬਰ ਹੈਗੀ ਆ। ਤਾਂ ਉਹ C1 ਮਿਨੀਮਮ ਹੋਣੀ ਆ ਮੇਰੇ ਹਿਸਾਬ ਨਾਲ, ਜਿਹਦੇ ਵਿੱਚ ਨਾ ਉਹਨੂੰ ਫਿਰ ਇੰਗਲਿਸ਼ ਟੈਸਟ ਕਰਨ ਦੀ ਲੋੜ ਨਹੀਂ ਪਊਗੀ। ਬਾਕੀ ਲੜਕੇ ਨੂੰ 98,600 ਦੀ ਆਮਦਨ ਦਿਖਾਉਣੀ ਪਊਗੀ, ਆਪਣੇ ਘਰ ਹੈਗਾ ਰਹਿਣ ਵਾਸਤੇ, ਇੱਕ ਦੂਜੇ ਨੂੰ ਟੈਲੀਫੋਨ ਕਰਦੇ ਆ, ਫੋਟੋਗ੍ਰਾਫਸ, ਮੈਰਿਜ ਸਰਟੀਫਿਕੇਟ ਉਹ ਅਲੱਗ ਫਿਰ ਦਿਖਾਉਣੀ ਪਊਗੀ। ਓਕੇ ਸੋ ਫॉर ਜੇ ਜੋਬ ਇੱਥੇ ਆ ਕੇ ਕਰਨਾ ਚਾਹਣ ਉਹ ਫਿਰ ਕੋਈ ਆਈਲੈਟ ਵਗੈਰਾ ਉਹ ਸੇਮ ਹੀ ਚੀਜ਼ ਹੈ? ਨਹੀਂ ਪਰ ਅਗੇ ਹਸਬੈਂਡ ਬ੍ਰਿਟਿਸ਼ ਹੈਗੇ ਆ ਤਾਂ ਫਿਰ ਉਹਦੇ ਬੇਸ ਤੇ ਆਉਗੇ ਨਾ ਵੇ। ਹਾਂਜੀ ਉਹਦੇ ਬੇਸ ਤੇ ਆਉਣਗੇ। ਹਾਂ ਤਾਂ ਅੱਗੇ ਇੱਥੇ ਆ ਕੇ ਨਰਸ ਦੇ ਰੂਪ 'ਚ ਉਹਨੇ ਕੰਮ ਕਰਨਾ, ਇੱਥੇ ਆ ਕੇ ਇੱਕ ਨਰਸਿੰਗ ਮਿਡਵਾਈਫਰੀ ਕਾਉਂਸਲ ਹੈਗੀ ਉਹਨੂੰ, ਉਹਦੇ ਨਾਲ ਉਹਦੀ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਪਊਗੀ। ਪਰ ਉਹਨਾਂ ਨੇ ਵੀ ਘੱਟ ਤੋਂ ਘੱਟ 7 ਬੈਂਡ ਆਈਲੈਟਸ ਮੰਗਣੇ ਆ। ਓਕੇ ਠੀਕ ਹੈ ਨਾ। ਠੀਕ ਹੈ ਸੋ ਪਹਿਲਾਂ ਇੰਡੀਆ ਤੋਂ ਕਰਕੇ ਜਾਣ ਜਿਹਦੀ ਟ੍ਰਾਂਸਲੇਸ਼ਨ ਹੈਗੀ ਆ ਜਿਹੜੀ ਐਕਟਰਸ ਦੀ ਉੱਥੋਂ ਹੀ ਕਰਾ ਕੇ ਆਇਆ। ਹਾਂਜੀ ਓਕੇ ਜੀ ਬਹੁਤ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਰੇਡੀਓ ਜੀ। ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਅੰਕਲ ਜੀ ਨਾਲ ਗੱਲ ਕਰਨੀ ਸੀ ਜੀ। ਕਰ ਲਓ ਜੀ। ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ। ਜਿੱਦਾਂ ਮੈਂ ਪੁੱਛ ਰਹੀ, ਜਿੱਦਾਂ ਮੇਰੀ ਮੰਮੀ ਦੇ ਜਿੱਦਾਂ ਅੰਕਲ ਆਂਟੀ ਆਏ, ਜਿੱਦਾਂ ਉਹ ਆਪਣੀ ਡਾਟਰ ਨੇ ਉਹਨੂੰ ਮੰਗਾਇਆ ਸੀ ਜਿਹੜੀ ਯੂਰੋਪੀਅਨ ਸੈਟਲਮੈਂਟ ਨਹੀਂ ਹੁੰਦੀ ਜੀ, ਉਹਦੇ ਕੋਲ ਜਿੱਦਾਂ ਆਪਣਾ BRP ਹੈਗਾ ਇੱਥੇ ਤਾਂ ਉਹ ਐਕਚੁਅਲੀ ਉਹ ਕੈਨੇਡਾ ਜਾਣਾ ਚਾਹੁੰਦੇ ਆ ਵਿਆਹ ਦੇਖਣ, ਜਿੱਦਾਂ ਆਪਣੇ ਸਤੰਬਰ 'ਚ। ਠੀਕ ਹੈ ਜੀ। ਜਿਹੜੇ ਨੇ ਜਾਣੀ ਕਿ ਉਹਨੇ ਵਿਆਹ ਦੇਖਣਾ, ਉਹਨੇ ਰਿਸਪੌਂਡਰਸ਼ਿਪ ਪਾਈ ਆ ਉਹਨੂੰ, ਤਾਂ ਉਹ ਉੱਥੋਂ ਕੀ ਪ੍ਰੋਸੈਸ ਆ, ਉਹ ਇੱਥੋਂ ਅਪਲਾਈ ਕਰ ਸਕਦੇ ਵੀਜ਼ੇ ਲਈ? ਜਿੱਦਾਂ ਹੈਗੇ ਇੰਡੀਅਨ ਪਾਸਪੋਰਟ ਹੋਲਡਰ ਹੈਗੇ ਆ
ਤਾਂ ਕਿ ਕੈਨੇਡਾ ਜਾਣਾ ਹੈਗਾ ਤਾਂ ਫਿਰ ਕੈਨੇਡਾ ਦਾ ਵੀਜ਼ਾ ਹੀ ਲੈ ਕੇ ਜਾਣਾ ਪਊਗਾ। ਸੋ ਉਹ ਕੈਨੇਡੀਅਨ ਹਾਈ ਕਮਿਸ਼ਨ 'ਤੇ ਐਪਲੀਕੇਸ਼ਨ ਦਰਜ ਕਰਨੀ ਪਊਗੀ। ਕੈਨੇਡਾ ਤੋਂ ਸਪੋਂਸਰਸ਼ਿਪ ਮੰਗਾ ਲਿਓ। ਇੱਥੇ ਕੰਮ ਕਰਦੇ ਆਪਣੇ ਪਿਛਲੇ 3 ਮਹੀਨੇ ਦੀਆਂ ਪੇ ਸਲਿੱਪਾਂ, ਬੈਂਕ ਸਟੇਟਮੈਂਟਾਂ, ਅੱਗੇ ਹੋਰ ਵੀ ਫੈਮਿਲੀ ਮੈਂਬਰਸ ਇੱਥੇ ਰਹਿੰਦੇ ਹੈਗੇ, ਉਹਨਾਂ ਦਾ ਵੀ ਸਬੂਤ ਨਾਲ ਐਡ ਕਰਾ ਕੇ ਨਾ ਤਾਂ ਆਪਣੀ ਟਰੈਵਲ ਇੰਸ਼ੋਰੈਂਸ, ਆਪਣੀ ਜੋ ਫਲਾਈਟ ਪ੍ਰੋਵੀਜ਼ਨ ਬੁਕਿੰਗ ਅੱਗੇ ਹੈਗੀ ਉਹ ਕਰਾ ਕੇ ਅਪਲਾਈ ਕਰ ਲਵੇ। ਠੀਕ ਹੈ। ਪਰ ਜਿੱਦਾਂ ਉਹ ਜਿਹੜੀ ਆਂਟੀ ਹੈ, ਜਿੱਦਾਂ ਉਹਨੂੰ ਤਾਂ ਚੱਲ ਕਾਫੀ ਚਿਰ ਹੋ ਗਿਆ ਜਿੱਦਾਂ ਆਏ ਨੂੰ। ਜਿਹੜਾ ਅੰਕਲ ਹੈ ਜਿੱਦਾਂ ਉਹਨੂੰ ਹਲੇ ਕਾਫੀ ਇੱਕ ਮਹੀਨਾ ਹੀ ਹੋਇਆ ਇੱਥੇ ਆਏ ਨੂੰ, ਜਿੱਦਾਂ ਹਲੇ ਜਾਣੀ ਕਿ ਰੀਸੈਂਟਲੀ ਉਹਨੂੰ ਮਿਲੀ ਆ ਹਾਂ BRP ਜਿੱਦਾਂ, ਤਾਂ ਉਹ ਫਾਈਲ ਲਾ ਸਕਦੇ ਆ ਜਾਂ ਨਹੀਂ? ਲਾ ਸਕਦੇ, ਪਰ ਘੱਟ ਤੋਂ ਘੱਟ 6 ਮਹੀਨੇ ਤਾਂ ਲੱਗੇ ਹੀ ਹੋਣੇ ਇੱਥੇ ਆਏ ਨੂੰ। ਹਾਲੇ ਉਹਨੂੰ ਜਿੱਦਾਂ ਥੋੜੀ ਚਿਰ ਹੋਇਆ, ਜਿੱਦਾਂ ਆਂਟੀ ਉਹ ਜੋ ਆ ਗਈ ਸੀਗੀ, ਜਿੱਦਾਂ ਉਹ ਇੱਥੇ ਰਹਿ ਗਈ ਸੀ ਜਦੋਂ ਹਾਲੇ ਇਸ਼ੂ ਨਹੀਂ ਹੋਏ ਸੀ, ਤਾਂ ਉਹ ਅੰਕਲ ਮੁੜ ਕੇ ਚੱਲ ਗਈ ਸੀ ਇੰਡੀਆ ਜਿੱਦਾਂ, ਕਿਉਂਕਿ ਉਹਨਾਂ ਦੇ ਨਿਆਣੇ ਆ ਪਿੱਛੇ ਜਿੱਦਾਂ। ਚਲੋ ਫੇਰ ਵੀ ਨਾ ਦੇਖੀ ਸਬੂਤ ਉਹੀ ਦਿਖਾਉਣਾ ਪਊਗਾ, ਪਰ ਦੋਵੇਂ ਇਕੱਠੇ ਦਿਖਾ ਦਿਓ ਨਾ ਫਿਰ। ਠੀਕ ਹੈ ਜੀ। ਸੋ ਘਰ ਦਾ ਜੋ ਵੀ ਫਾਈਨੈਂਸ਼ੀਅਲ ਸਟੇਟਸ ਹੈਗਾ, ਜੋ ਵੀ ਤੁਹਾਡਾ ਅੱਗੇ ਤੁਸੀਂ ਕਿਰਾਏ 'ਤੇ ਰਹਿੰਦੇ, ਬੇਟੇ ਨਾਲ ਰਹਿੰਦੇ ਹੈਗੇ ਆ, ਉਹਨਾਂ ਦੀ ਇਨਕਮ, ਸੇਵਿੰਗਸ, ਪੇਪਰ ਵਰਕ ਹੈਗਾ, ਜਿਹੜੀ ਚਿੱਠੀ ਆਈ ਹੋਣੀ EU ਸੈਟਲ ਸਟੇਟਸ, ਪ੍ਰੀ ਸੈਟਲ ਸਟੇਟਸ ਦੀ, ਆਪਣੇ ਪਾਸਪੋਰਟ ਦੋਵਾਂ ਦੇ ਅੱਗੇ ਬੱਚੇ ਇੱਥੇ ਰਹਿੰਦੇ ਹੈਗੇ, ਉਹਨਾਂ ਦੇ ਵੀ ਤੁਸੀਂ ਸਬੂਤ ਨਾਲ ਐਡ ਕਰ ਦਿਓ ਵਿੱਚ। ਠੀਕ ਹੈ। ਤਾਂ ਫਿਰ ਕਿੱਦਾਂ ਮੈਂ ਅਪਲਾਈ ਕਰ ਸਕਦਾ? ਆਪਣੇ ਆਨਲਾਈਨ ਥਰੂ ਹੁੰਦਾ ਭਾਜੀ? ਹਾਂ ਆਨਲਾਈਨ ਹੀ ਭਾਜੀ, ਅਮਰੀਕਾ ਕੈਨੇਡਾ ਦੋਵੇਂ ਆਨਲਾਈਨ ਲੈਣੀ ਪੈਂਦੀ ਹੈ। ਠੀਕ ਹੈ ਜੀ। ਆਪਣੀ ਕਿਹੜੀ ਵੈਬਸਾਈਟ? ਕੈਨੇਡੀਅਨ ਇਮੀਗ੍ਰੇਸ਼ਨ? ਗੋ ਟੂ ਦ ਕੈਨੇਡੀਅਨ ਹਾਈ ਕਮਿਸ਼ਨ ਲੰਡਨ। ਓਕੇ ਜੀ, ਬਹੁਤ ਧੰਨਵਾਦ ਜੀ। ਠੀਕ ਹੈ। ਓਕੇ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਪੰਜਾਬ ਰੇਡੀਓ ਜੀ, ਜੀ ਆਇਆਂ ਨੂੰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਪੁੱਛਣਾ ਸੀਗਾ, ਜਿੱਦਾਂ ਮੇਰੀ ਸਿਸਟਰ ਨੇ GNM ਕੀਤੀ ਹੈ ਤੇ ਉਹਦਾ 5 ਸਾਲ ਦਾ ਗੈਪ ਹੈ ਜੀ। ਗੁਰਪਾਲ ਨੂੰ ਪੁੱਛੋ। ਹਾਂਜੀ ਜੀ, ਹਾਂਜੀ ਐਕਸਪਰਟ ਜੀ। ਤਾਂ ਤੁਸੀਂ ਕਹਿੰਦੇ GNM ਕੀਤੀ ਹੈ ਤਾਂ 5 ਸਾਲ ਦਾ ਗੈਪ ਹੈ ਜਾਂ 5 ਸਾਲ ਕੰਮ ਕਰਦੀ ਰਹੀ ਹੈ? 5 ਸਾਲ ਦਾ ਗੈਪ ਹੈ। ਹਾਂਜੀ, ਉਹ ਬੱਚਾ ਮੈਰਿਜ ਹੋ ਗਈ ਸੀ ਤੇ ਬੱਚਾ ਉਹਨਾਂ ਕੋਲੇ ਬੱਚੀ ਜਾਂਦੀ ਜੀ, ਹਾਊਸ ਵਾਈਫ ਹੈ ਜੀ। ਉਹਨਾਂ ਦਾ ਕੁਝ ਹੋ ਸਕਦਾ ਤੇ ਇੰਡੀਆ ਇਸ ਵਕਤ? ਹਾਂਜੀ ਭਾਜੀ UK ਦੇ ਵਿੱਚ ਨਾ ਨਰਸਾਂ ਦਾ ਵੀ ਡਿਮਾਂਡ ਹੈਗਾ, ਕੇਅਰ ਵਰਕਰ, ਸੀਨੀਅਰ ਕੇਅਰ ਵਰਕਰਸ ਦੀ ਵੀ ਡਿਮਾਂਡ ਬਹੁਤ ਜ਼ਿਆਦਾ ਹੈਗਾ ਆ। ਮਗਰ ਇੱਥੇ ਅੱਛੇ ਕੈਂਡੀਡੇਟ ਵਾਸਤੇ ਨਾ ਉਹਨਾਂ ਨੂੰ ਇੱਕ ਤਾਂ ਇੰਗਲਿਸ਼ ਬਹੁਤ ਜ਼ਰੂਰੀ ਆਉਣ ਵਾਸਤੇ, ਤਾਂ ਨਾਲ ਉਹਨੂੰ ਐਕਸਪੀਰੀਅੰਸ ਦੀ ਵੀ ਲੋੜ ਹੈਗੀ। ਅਦਰਵਾਈਜ਼ ਇੱਥੇ ਸ਼ਾਇਦ ਕੇਅਰ ਕੰਪਨੀਆਂ ਜਾਂ ਕੇਅਰ ਹੋਮਸ, ਨਰਸਿੰਗ ਹੋਮਸ ਐਕਸੈਪਟ ਨਹੀਂ ਕਰੋਗੇ। ਸੋ ਤੁਹਾਡੀ ਗੱਲਾਂ 'ਚ ਇੱਦਾਂ ਲੱਗਦਾ ਸ਼ਾਇਦ ਓਪਰਚੁਨਿਟੀ ਉਨੀ ਨਹੀਂ ਹੋਊਗੀ ਉਹਦੇ ਵਾਸਤੇ ਜਿੰਨੀ ਹੋਣੀ ਚਾਹੀਦੀ ਹਾਲੀ। ਜੀ ਉਹ ਕੰਮ ਨਹੀਂ ਮਤਲਬ ਜਾਂਦੀ ਉਹਨਾਂ ਨੇ ਕੀਤਾ ਨਾ, ਮਤਲਬ ਹਾਊਸ ਵਾਈਫ ਆ ਬੱਚਾ। ਭਾਜੀ ਦੇਖ ਲਓ, ਤੁਹਾਡੀ ਗੱਲਾਂ 'ਚ ਇੱਦਾਂ ਲੱਗਦਾ ਸ਼ਾਇਦ ਕਿ ਇੰਗਲਿਸ਼ 'ਚ ਵੀ ਕਮਜ਼ੋਰੀ ਹੋਣੀ ਆ ਤਾਂ ਐਕਸਪੀਰੀਅੰਸ ਵੀ ਨਹੀਂ ਹੈਗੀ। ਸੋ ਆਈ ਥਿੰਕ ਡਿਫਿਕਲਟ ਹੋਣਾ ਭਾਜੀ ਉਹਦੇ ਵਾਸਤੇ। ਹਾਂਜੀ, ਨਰਸਿੰਗ ਕੀਤੀ, ਦੂਜਾ ਉਹ ਆਈਲੈਟਸ ਦੀ ਲੋੜ ਹੈ ਉਹਨਾਂ ਨੂੰ ਜੇ ਅਪਲਾਈ ਕਰਨਾ? ਲੋੜ ਹੈਗੀ, ਪਰ ਭਾਜੀ ਜਿਹਨੇ 5 ਸਾਲ ਕੰਮ ਹੀ ਨਹੀਂ ਕੀਤਾ ਨਾ ਤਾਂ ਉਹਨੂੰ ਮੁਸ਼ਕਿਲ ਪੈਣੀ ਆ। ਅੱਛਾ ਜੀ, ਤੁਹਾਡੇ ਉੱਥੇ ਇੰਡੀਆ ਹੈਗੇ ਕੋਈ ਮਤ ਜਾਂਦੀ ਜਿਨ੍ਹਾਂ ਨਾਲ ਉੱਥੇ ਗੱਲ ਕਰ ਸਕਦੇ? ਕੋਈ ਗਰਤੇਜ ਵੀ ਹਲੇ ਇੰਡੀਆ ਹੈਗਾ, ਉਹ ਵੀ 3-4 ਦਿਨ ਹੋਰ ਉੱਥੇ ਰਹੇਗਾ ਆ। ਤੁਸੀਂ ਜਲੰਧਰ ਆਫਿਸ ਵੀ ਜਾ ਕੇ ਤੁਸੀਂ ਸਲਾਹ ਕਰ ਸਕਦੇ, ਪਰ ਮੈਂ ਭਾਜੀ ਉੱਦਾਂ ਤੁਹਾਨੂੰ ਕਹਿ ਰਿਹਾ ਹੈਗਾ ਫਾਇਦਾ ਨਹੀਂ ਹੈ ਤੁਹਾਨੂੰ। ਠੀਕ ਹੈ ਜੀ, ਠੀਕ ਹੈ, ਥੈਂਕ ਯੂ। ਪੰਜਾਬ ਰੇਡੀਓ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਬੇਬੀ ਦੇ ਬੇਸ ਤੇ ਜਿੱਦਾਂ ਅਪਲਾਈ ਕਰਨਾ ਸੀ, ਤੇ ਕੀ ਡਾਕੂਮੈਂਟ ਚਾਹੀਦੇ ਮੇਰੀ ਤੇ ਮੇਰੀ ਵਾਈਫ ਦੇ? ਤੁਸੀਂ ਕਿਹਦੇ ਬੇਸ ਤੇ ਅਪਲਾਈ ਕਰਨਾ? ਬੇਬੀ ਦੇ ਬੇਸ ਤੇ। ਬੇਬੀ ਇੱਥੇ ਬ੍ਰਿਟਿਸ਼ ਆ? 7 ਸਾਲ ਹੋ ਗਈ? ਹਾਂਜੀ, ਮੇਰੀ ਵਾਈਫ ਤੇ ਮੇਰਾ ਬੇਬੀ ਹੈ। ਓਕੇ, ਅਗੇ ਬੱਚਾ ਬ੍ਰਿਟਿਸ਼ ਹੈਗਾ ਤਾਂ ਫਿਰ ਬੱਚੇ ਦਾ ਪਾਸਪੋਰਟ, ਬੱਚੇ ਦੀ ਬਰਥ ਸਰਟੀਫਿਕੇਟ, ਤੁਸੀਂ ਇਕੱਠੇ ਰਹਿੰਦੇ ਰਹੇ ਹੈਗੇ ਆ, ਤੁਹਾਡੀ ਟੈਨਸੀ ਐਗਰੀਮੈਂਟ ਹੈਗੀ ਉਹ ਦਿਖਾ ਦਿਓ, ਫੋਟੋਆਂ ਹੈਗੀਆਂ, NHS ਦੀਆਂ ਚਿੱਠੀਆਂ ਹੋ ਗਈਆਂ, ਰੈੱਡ ਬੁੱਕ ਹੈਗੀ ਆ, ਉਹ ਸਭ ਕੁਝ ਦਿਖਾ ਦਿਓ। ਭਾਜੀ ਪਾਸਪੋਰਟ ਨਹੀਂ ਹੈਗਾ ਹਜੇ, ਹੁਣੇ ਹੋਇਆ ਜਦੋਂ ਬੇਬੀ ਵੀਕ ਹੋਈ ਆ। ਤੁਸੀਂ ਉਹਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਤੁਹਾਡੀ ਹੋਣੀ ਆ? ਹਾਂਜੀ, ਬਰਥ ਸਰਟੀਫਿਕੇਟ ਹੈਗਾ। ਹਾਂ, ਫਿਰ ਪਾਸਪੋਰਟ ਅਪਲਾਈ ਕਰ ਦਿਓ, ਆ ਜਾਂਦਾ ਤਕਰੀਬਨ 2-3 ਹਫ਼ਤਿਆਂ 'ਚ। ਜਿੱਦਾਂ ਮੇਰਾ ਪਾਸਪੋਰਟ ਨਹੀਂ, ਪਹਿਲਾਂ ਬੱਚੇ ਦਾ ਲੈ ਆਓ, ਫਿਰ ਤੁਸੀਂ ਆਪਣਾ ਤਾਂ ਲੋੜ ਪਊਗੀ ਤੁਹਾਡੀ ਹੈ ਨਾ, ਪਰ ਬੱਚੇ ਦਾ ਵੀ ਕਰ ਲਓ ਅਪਲਾਈ। ਪਰ ਤੁਸੀਂ ਸਰਟੀਫਿਕੇਟ ਅੱਗੇ ਹੈਗੀ ਹੈ ਨਾ, ਉਹਦੇ ਉੱਪਰ ਵੀ ਕਰ ਸਕਦੇ ਹਾਂ। ਹਾਂਜੀ, ਬੱਚੇ ਦੀ ਇੱਕ ਸਰਟੀਫਿਕੇਟ ਹੈਗੀ ਉਹਦੇ ਵਿੱਚ ਵੀ ਕਰ ਸਕਦੇ ਕਿ ਬ੍ਰਿਟਿਸ਼ ਆ। ਅਦਰਵਾਈਜ਼ ਤੁਹਾਨੂੰ ਆਪਣਾ ਪਾਸਪੋਰਟ ਤਾਂ ਚਾਹੀਦਾ ਹੀ ਚਾਹੀਦਾ ਆ, ਬੱਚੇ ਦਾ ਬੇਸ਼ੱਕ ਨਾ ਵੀ ਹੋਏ। ਭਾਜੀ ਕਿੰਨੀ ਫੀਸ ਲੱਗਦੀ ਸਾਰੀ ਟੋਟਲ ਹੋਮ ਦੀ ਬੱਚੇ ਐਮਐਸ ਦੇ ਪਾਸ? ਅੱਗੇ ਤੁਸੀਂ ਰਲ ਮਿਲਾ ਕੇ ਦੇਖੋਗੇ, ਆਪਾਂ 1 ਡੇ 'ਚ ਕਰਦੇ ਹਾਂ ਐਪਲੀਕੇਸ਼ਨ ਤਾਂ 3500 ਪਾਉਂਡ ਹੋਊਗੀ ਇਕੱਲੇ ਦੀ। 3500 ਪਾਉਂਡ ਭਾਜੀ ਵਿੱਚੇ ਵਨਡੇ ਫਾਰਸ ਪਾ ਕੇ? ਜੀ ਹਾਂਜੀ। ਅੱਛਾ ਜੀ ਭਾਜੀ, ਬਾਕੀ ਤੁਹਾਡੀ ਫੀਸ ਲੱਗ ਗਿਆ ਨਾ ਭਾਜੀ? ਜੀ ਹਾਂਜੀ। ਠੀਕ ਆ ਭਾਜੀ, ਮੈਂ ਜੀ ਤੁਹਾਨੂੰ ਕਾਲ ਕਰੂਗਾ, ਫਿਰ ਤੁਸੀਂ ਇਹਨਾਂ ਦੱਸ ਦਿਓ ਆਪਣਾ ਹੈ ਨਾ ਪ੍ਰਾਈਵੇਟ ਹੈ ਨਾ। ਠੀਕ ਹੈ ਜੀ। ਜੀ ਬਹੁਤ ਧੰਨਵਾਦ ਜੀ। ਠੀਕ ਆ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਤਾਂ ਹੈ, ਫੀਸ ਤਾਂ ਲੱਗਣੀ ਆ, ਕਿਉਂਕਿ ਜਦੋਂ ਤੁਸੀਂ ਕੋਈ ਕੰਮ ਪ੍ਰੋਪਰ ਕਰੋ ਨਾ ਤੇ ਉਹ ਪੈਸੇ ਬਿਨਾਂ ਤਾਂ ਕੁਛ ਨਹੀਂ। ਪੰਜਾਬ ਰੇਡੀਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੋਪਾਲ ਭਾਜੀ ਨਾਲ ਗੱਲ ਕਰਨੀ ਕਰ ਲਓ ਜੀ ਗੱਲ। ਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ
ਸ਼੍ਰੀ ਅਕਾਲ ਜੀ ਭਾਜੀ। ਮੇਰੇ ਨਾਲ 2 ਕੁਐਸਚਨ ਆ ਭਾਜੀ। ਇੱਕ ਤੇ ਅਸੀਂ ਸੀ ਵੇਵਰ ਸਾਨੂੰ ਮਿਲ ਗਿਆ ਸੀਗਾ ਜੀ, ਤੇ ਅਕਤੂਬਰ 'ਚ ਅਸੀਂ ਲਾਏ ਸੀਗੇ ਪੇਪਰ ਨਾ ਜੀ, ਉਹ ਹਾਲੇ ਤੱਕ ਸਾਡੇ ਆਏ ਨਹੀਂ ਹੈਗੇ ਪੇਪਰ। ਭਾਜੀ ਅਕਤੂਬਰ ਤੋਂ ਹੁਣ ਲੱਗੇ ਦੇਖੀਏ ਗਿਣਤੀ ਤਕਰੀਬਨ 8 ਮਹੀਨੇ ਹੋ ਗਏ ਨਾ। ਹਾਂਜੀ ਹਾਂਜੀ। ਤੁਸੀਂ ਤਕਰੀਬਨ 6 ਮਹੀਨੇ ਹੋਰ ਵੇਟ ਕਰ ਲਓ। 6 ਮਹੀਨੇ ਹੋਰ ਵੇਟ ਕਰਨੀ ਪਏਗੀ ਭਾਜੀ। ਤਕਰੀਬਨ 12 to 14 ਮੰਥਸ ਲੱਗ ਰਹੇ ਡਿਸੀਜਨ ਓਨਲੀ। ਭਾਜੀ ਫਿਰ ਤਾਂ ਕੰਮ ਕਰਦਾ ਤਾਂ ਔਖਾ ਹੋ ਜਾਂਦਾ ਬਹੁਤ, ਤਾਂ ਕਿੱਦਾਂ ਕਰੂਗਾ ਬੰਦਾ ਫਿਰ? ਜੀ ਭਾਜੀ, ਅਦਰਵਾਈਜ਼ ਦੂਸਰੀ ਆਪਸ਼ਨ ਇਹ ਸੀ ਤੁਸੀਂ 1 ਡੇ ਐਪਲੀਕੇਸ਼ਨ 1 ਡੇ 'ਚ ਪਾਉਂਦੇ ਨਾ। ਫੀ ਵੇਵਰ ਵਾਲਿਆਂ ਨੇ ਤੁਹਾਨੂੰ ਦੇਣੇ ਸੀ, ਸਾਨੂੰ ਫੀ ਵੇਵਰ 'ਚ 1 ਡੇ 'ਚ ਪਾਉਂਦੇ ਭਾਜੀ। ਫਿਰ ਵੇਟ ਕਰ ਲਓ ਚਾਹੀਦਾ ਹੁਣ। ਹਾਂਜੀ। ਤੇ ਦੂਸਰਾ ਭਾਜੀ ਅਸੀਂ ਨਾਲ ਹੀ ਜਦੋਂ ਮੇਰੇ ਕੋਲ ਸੀਗੇ ਉਦੋਂ 2-3 ਮਹੀਨੇ ਦਾ ਮੇਰੇ ਕੋਲ ਪਿਆ ਸੀਗਾ ਲੀਵ ਟੂ ਰਿਮੇਨ ਜੀ, ਤੇ ਮੈਂ ਨਾਲ ਹੀ ਜਬਰਾਨੂ ਜਦੋਂ ਫਸਟ ਟਾਈਮ ਤੁਸੀਂ ਦੱਸਿਆ ਸੀਗਾ ਲੋਕਾਂ ਨੂੰ ਕਿ ਭਾਜੀ ਇਹ ਤੁਹਾਡੀ ਫਰਸਟ ਐਕਸਟੈਂਸ਼ਨ ਹੈ ਸੈਕੰਡ ਐਕਸਟੈਂਸ਼ਨ? ਇਹ ਸੈਕੰਡ ਐਕਸਟੈਂਸ਼ਨ ਆ ਭਾਜੀ ਲੀਵ ਟੂ ਰਿਮੇਨ। ਸੋ ਵਿਚ ਮੀਨਸ ਜਿੰਨਾ ਵੀ ਹੁਣ ਟਾਈਮ ਅੱਗੇ ਨਿਕਲਦਾ ਵੀ ਹੈ ਨਾ ਵਿੱਚ, ਹਾਂਜੀ, ਇਹ ਸਾਰੀ ਤੁਹਾਡੀ ਗਿਣਤੀ 'ਚ ਹੀ ਆ। ਜਿਹੜਾ ਭਾਜੀ ਸਾਨੂੰ ਵੀਜ਼ਾ ਆਏਗਾ ਉਹ ਕਿੰਨੇ ਉਹ ਪਿਛਲੇ ਤੋਂ ਸ਼ੁਰੂ ਹੋਏਗਾ ਕਿ ਹੁਣ ਜਿਹੜਾ ਨਵਾਂ ਜਦੋਂ ਇਸ਼ੂ ਹੋਏਗਾ ਉਦੋਂ ਇਸ਼ੂ ਹੋਏਗਾ? ਭਾਜੀ ਫੀ ਵੇਵਰ ਦਾ ਵੀ ਟਾਈਮ ਤੋਂ ਬਾਅਦ 'ਚ ਹੁਣ ਤੁਸੀਂ ਐਕਸਟੈਂਸ਼ਨ ਅਪਲਾਈ ਕੀਤੀ, ਜੋ ਹੁਣ ਤੁਸੀਂ ਵੇਟ ਕਰਦੇ ਹੈਗੇ ਆ, ਇਹ ਸਭ ਕੁਝ ਗਿਣਤੀ 'ਚ ਹੀ ਹੋਊਗਾ ਤੁਹਾਡੇ। ਠੀਕ ਹੈ। ਜਿੱਦਾਂ ਵੀ ਅਗਲਾ 2.5 ਸਾਲ ਦਾ ਹੀ ਗਾਂ ਦੇਣਗੇ ਕਿ ਸਾਨੂੰ 1.5 ਸਾਲ ਦੇਣਾ? ਭਾਜੀ ਦੇਣਾ 2.5 ਸਾਲ ਦਾ ਹੀ ਹੈ, ਪਰ ਉਹ ਸ਼ੁਰੂ ਪਿਛਲੇ ਟਾਈਮ ਤੋਂ ਹੋਏਗਾ ਜੋ ਤੁਸੀਂ ਐਪਲੀਕੇਸ਼ਨ ਪਹਿਲੀ ਦਰਜ ਕੀਤੀ ਸੀ ਨਾ ਉਸ ਦਿਨ ਤੋਂ। ਓਕੇ। ਤੇ ਜਿਹੜਾ ਜਬਰਾਨੋ ਦਾ ਭਾਜੀ ਅਸੀਂ ਨਾਲ ਹੀ ਜਬਰਾਨੋ ਦਾ ਵੀ ਅਸੀਂ ਨਾਲ ਹੀ ਪਾ ਦਿੱਤਾ ਸੀਗਾ 2 ਮਹੀਨੇ ਪਹਿਲਾਂ ਉਤੋਂ, ਮੇਰਾ ਵੀਜ਼ਾ ਖਤਮ ਹੋਣ ਤੋਂ ਪਹਿਲਾਂ। ਪਰ ਉਹਨਾਂ ਨੇ ਮੈਨੂੰ ਹੁਣ ਜਿੱਦਾਂ ਉਹਨਾਂ ਨੇ ਮੈਨੂੰ ਲੈਟਰ ਪਾਈ ਸੀਗੀ ਜਬਰਾਨੋ ਵਾਲਿਆਂ ਨੇ ਵੀ ਤੇਰਾ ਸਾਡੇ ਕੋਲ ਕੋਈ ਸਟੇਟਸ ਨਹੀਂ ਹੈਗਾ ਕਿਉਂਕਿ ਤੇਰਾ ਐਕਸਪਾਇਰ ਹੋ ਚੁੱਕਾ ਵਾ, ਜਿਹੜਾ ਬਾਇਓਮੈਟ੍ਰਿਕ ਤੋਂ ਭੇਜੇ ਸੀਗੇ ਤੇ ਸਾਨੂੰ ਤੋਂ ਆਪਣਾ ਰੀਅਲ ਆਈਡੀ ਕੋਈ ਭੇਜ ਸੀ। ਮੈਂ ਉਹਨਾਂ ਨੂੰ ਪਾਸਪੋਰਟ ਭੇਜਿਆ ਵਾ ਉਹਨਾਂ ਨੂੰ ਹੁਣ, ਤੇ ਹੁਣ ਗਾਂ ਉਹਦਾ ਕੋਈ ਹੋ ਸਕਦਾ ਫਰਦਰ ਹਾਲੇ ਕਿ ਨਹੀਂ, ਹਾਲੇ ਕੋਈ ਡਿਸੀਜਨ ਨਹੀਂ ਹੈਗਾ। ਭਾਜੀ ਤੁਹਾਡੇ ਫਿੰਗਰਪ੍ਰਿੰਟਸ ਹੋਏ ਸੀ? ਹਾਂਜੀ ਫਿੰਗਰ ਹੋ ਗਏ ਸੀ ਭਾਜੀ, ਉੱਥੇ ਹੋਏ ਸੀਗੇ ਕ੍ਰੋਇਡਨ 'ਚ। ਠੀਕ ਹੈ ਭਾਜੀ। ਹੁਣ ਤੁਹਾਡਾ ਡਿਸੀਜਨ ਹੋਣਾ ਆ, ਸੋ ਡਿਸੀਜਨ ਦੀ ਵੇਟ ਕਰਕੇ ਦੇਖ ਲਓ ਡਿਸੀਜਨ 'ਚ ਕੀ ਕਹਿੰਦੇ ਹੈਗੇ ਆ। ਜਿਹੜਾ ਕਾਨੂੰਨ ਨਵਾਂ ਪਾਲਿਸੀ ਜਿਹਨੇ ਸਰਕਾਰ ਨੇ ਅਨਾਊਂਸ ਕੀਤੀ ਹੈਗੀ ਉਹਦੇ ਵਿੱਚ ਤਾਂ ਕਹਿੰਦੇ ਹੈਗੇ ਕਿ ਤੁਹਾਡੇ ਕੋਲ ਆਲਰੇਡੀ ਸਟੇ ਹੈਗੀ 2.5 ਸਾਲ ਦਾ ਵੀਜ਼ਾ, ਫਿਰ ਤੁਸੀਂ ਹੱਕਦਾਰ ਨਹੀਂ ਹੋਗੇ। ਫਿਰ ਮੋੜੇ ਦੇਖਣਾ ਪਊਗਾ ਅਪੀਲ ਦਾ ਹੱਕ ਦਿੰਦੇ ਹੈਗੇ ਆ ਜਾਂ ਹੋਰ ਕੋਈ ਤੁਹਾਡੇ ਮੋੜੇ ਜਿਹਨੂੰ ਰਿਫਿਊਜ਼ਲ ਹੋਏਗੀ ਉਹ ਅਪੀਲ ਕਰਦਾ ਨਹੀਂ ਕਰਦਾ। ਠੀਕ ਹੈ ਕਿ ਰਿਫਿਊਜ਼ਲ ਹੋ ਸਕਦਾ ਵਾ ਭਾਜੀ ਅੱਜ ਦੇ ਵਕਤ ਕਿ ਦੇਖੇ ਜਾ ਜਿਹਦੇ ਹਿਸਾਬ ਨਾਲ ਕਿ ਡਿਸੀਜਨ ਨੇ ਕਿ ਸਰਕਾਰ ਨੇ ਦਿੱਤਾ ਹੈਗਾ ਪ੍ਰੀਤੀ ਪਟੇਲ ਨੇ, ਤਾਂ ਯੈਸ। ਠੀਕ ਹੈ ਜੀ, ਬਹੁਤ ਧੰਨਵਾਦ ਜੀ। ਓਕੇ ਬਾਈ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਜਾਬ ਰੇਡੀਓ ਜੀ, ਜੀ ਆਇਆਂ ਨੂੰ। ਭਾਜੀ ਮੈਂ ਪੁੱਛਣਾ ਸੀਗਾ ਜਿੱਦਾਂ ਵੀਜ਼ੇ ਬਾਰੇ, ਜਿੱਦਾਂ ਸਟੱਡੀ ਬੇਸ ਤੇ ਆ। ਸਟੱਡੀ ਬੇਸ ਤੇ? ਹਾਂਜੀ ਸਟੱਡੀ ਬੇਸ ਤੇ ਜਿੱਦਾਂ ਆਉਂਦੇ ਆ, ਉਹ ਛੋਟੇ ਬੱਚੇ ਵੀ ਆ ਸਕਦੇ ਜਿੱਦਾਂ ਡਿਪੈਂਡੈਂਟ ਆ ਸਕਦੇ ਹੈਗੇ ਅੱਗੇ ਜੋ ਮੇਨ ਐਪਲੀਕੈਂਟ ਹੈਗੇ ਇੱਥੇ ਮਾਸਟਰ ਦੀ ਪੜ੍ਹਾਈ ਲਈ ਆ ਰਹੇ ਆ। ਨਹੀਂ ਜਿੱਦਾਂ ਛੋਟੇ ਇੱਦਾਂ ਸਟੱਡੀ ਲਈ ਨਹੀਂ ਆ ਸਕਦੇ, ਜਿੱਦਾਂ ਪ੍ਰਾਇਮਰੀ ਸਕੂਲ ਲਈ ਜਾਂ ਤੁਸੀਂ ਤਾਂ ਕਰਦੇ ਹੈਗੇ ਅੰਡਰ ਏਜ ਸਟੱਡੀਜ਼ ਹੈ ਨਾ ਜੋ ਸਕੂਲ ਤੋਂ ਤੱਕ ਹੁੰਦੀ ਪੜ੍ਹਾਈ। ਹਾਂਜੀ ਉਹ ਵੀ ਆ ਸਕਦੇ ਹੈਗੇ, ਪਰ ਉਹਦੇ ਵਾਸਤੇ 2 ਚੀਜ਼ਾਂ ਦੀ ਲੋੜ ਪਊਗੀ। ਇੱਕ ਤਾਂ ਤੁਹਾਨੂੰ ਇੰਗਲਿਸ਼ ਬੱਚੇ ਨੂੰ ਆਉਣੀ ਚਾਹੀਦੀ ਹੈਗੀ ਆ, ਤਾਂ ਨੰਬਰ 2 ਇੱਥੇ ਤੁਹਾਨੂੰ ਐਡਮਿਸ਼ਨ ਚਾਹੀਦੀ ਹੈ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਜਿਹਨਾਂ ਕੋਲ ਸਪਾਂਸਰ ਲਾਇਸੈਂਸ ਹੈਗਾ। ਓਕੇ ਠੀਕ ਹੈ ਨਾ। ਤਾਂ ਐਵਰੇਜ ਪੜ੍ਹਾਈ ਦਾ ਖਰਚਾ ਕਿ ਦੇਖੀਏ ਤਾਂ ਪ੍ਰਾਈਵੇਟ ਜੋ ਬੱਚੇ ਸਾਡੇ ਅੱਗੇ ਸਰੋਤੇ ਵੀ ਅੱਗੇ ਬੱਚੇ ਜਾਂਦੇ ਹੈਗੇ ਤੁਹਾਡੇ ਪ੍ਰਾਈਵੇਟ ਸਕੂਲ, ਉਹੀ ਫੀਸਾਂ ਲਾਗੂ ਹੋਣੀਆਂ। ਸੋ ਐਨੀਥਿੰਗ ਜੀ ਫਰਮ 8,000 to 15,000 pound a year। ਸੋ ਕਿ 5 ਸਾਲ ਪੜੋਗੇ ਤਾਂ ਤੁਸੀਂ ਹਿਸਾਬ ਆਪ ਹੀ ਲਾ ਲਓ ਕਿੰਨਾ ਖਰਚਾ ਪੈ ਜਾਣਾ। ਨਹੀਂ ਉਹ ਤਾਂ ਜੇ ਮੇਰੇ ਬ੍ਰਦਰ ਨਾਲ ਡਿਪੈਂਡੈਂਟ ਆ ਸਕਦੇ ਫਿਰ ਤਾਂ ਠੀਕ ਆ। ਡਿਪੈਂਡੈਂਟ ਨਾ ਪੇਰੈਂਟ ਨਾਲ ਆ ਸਕਦਾ ਅਪ ਅੰਟਿਲ ਦੀ ਏਜ ਆਫ 12 ਸਾਲ ਤੱਕ, ਪਰ ਉਹਨੂੰ ਫਿਰ ਕੰਮ ਕਰਨ ਦੀ ਇਜਾਜ਼ਤ ਨਹੀਂ ਹੈਗੀ ਬਿਕਾਜ਼ ਉਹਨੂੰ ਇੰਡੀਪੈਂਡੈਂਟ ਦਿਖਾਉਣਾ ਪਊਗਾ, ਆਪਣਾ ਖਰਚਾ ਖੁਦ ਸਹਿ ਸਕਦੇ ਜੇ ਨਾ ਆਉਂਗੇ ਇੱਥੇ। ਨਹੀਂ ਸਰ ਜਿੱਦਾਂ ਮੇਰੇ ਬ੍ਰਦਰ ਨਾਲ ਹੋਣਗੇ ਉਹ ਕੰਮ ਨਹੀਂ ਕਰ ਸਕਦੇ ਹੈ? ਨਹੀਂ ਜੀ, ਉਹ ਇੰਡੀਪੈਂਡੈਂਟ ਹੋਣਾ ਪਊਗਾ ਉਹਨਾਂ ਨੂੰ। ਤੇ ਫਿਰ ਉਹ ਕਾਹਦੇ ਲਈ ਆ ਰਹੇ ਨਾਲ ਜੇ ਉਹਨਾਂ ਨੇ ਹੈਲਪ ਨਹੀਂ ਕਰਨੀ ਕੁਛ ਤਾਂ? ਬੱਚੇ ਦੀ ਸਕੂਲੇ ਚੱਕਣਾ ਛੱਡਣਾ ਉਹਦੀ ਦੇਖਭਾਲ ਕਰਨ ਵਾਸਤੇ। ਓਕੇ ਤੁਸੀਂ ਉਹਨਾਂ ਨੂੰ ਵੀਜ਼ਾ ਮਿਲੂਗਾ ਪਰ ਉਹਨਾਂ ਨੂੰ ਕੰਮ ਦੀ ਪਰਮਿਸ਼ਨ ਨਹੀਂ ਮਿਲੂਗੀ ਹੈ? ਇੰਡੀਪੈਂਡੈਂਟ ਦਿਖਾਉਣਾ ਪਊਗਾ ਨਾ, ਤੁਸੀਂ ਆਪਣਾ ਖਰਚਾ ਖੁਦ ਕਰ ਸਕਦੇ ਆ। ਓਕੇ ਤੁਸੀਂ ਆਪਣੇ ਪੈਸੇ ਖੁਦ ਲੈ ਕੇ ਆਣੇ ਆ। ਓਕੇ ਜੇ ਇਦਾਂ ਆਪਾਂ 5 ਸਾਲ ਕੰਟੀਨਿਊ ਰੱਖਦੇ ਆ ਸਟੱਡੀ ਬੱਚੇ ਦੀ ਜੀ ਤੇ ਫਿਰ ਇਨਡੈਫੀਨਿਟ ਹੋ ਜਾਂਦੀ ਬੱਚੇ ਦੀ? ਨਹੀਂ ਜੀ। ਹਾਂਜੀ ਕੋਈ ਇਦਾਂ ਹੈ ਕਿ ਬਾਅਦ ਚ ਇਨਡੈਫੀਨਿਟ ਹੋਣ? ਭਾਜੀ ਤੁਸੀਂ ਇਹਨੂੰ ਸਟੱਡੀ ਬੇਸ ਦੇ ਵਿੱਚ ਸੋਚਣਾ, ਇਦਾਂ ਨਾ ਸੋਚੇ, ਉਹਦੇ ਵਾਸਤੇ ਨਹੀਂ ਹੈਗਾ। ਹਾਂਜੀ ਠੀਕ ਹੈ ਨਾ। ਨਹੀਂ ਜਿੱਦਾਂ ਬੱਚਾ ਆ ਰਿਹਾ ਗਾ ਉਹਦਾ ਕੋਈ ਚਾਂਸ ਹੈ ਕਿ ਗਾਂ ਡੈਫੀਨਿਟ ਤੱਕ ਜਾਂਦੇ ਜਾਂ ਕੋਈ ਨਹੀਂ? ਬੱਚਾ ਕੀ ਰਹੂਗਾ ਸਮੇਂ ਦੇ ਨਾਲ, ਯੈਸ ਇੱਥੇ ਆਊਗਾ GCSE ਦੇ ਬਾਅਦ A ਲੈਵਲ ਦੇ ਬਾਅਦ ਡਿਗਰੀ ਦੇ ਬਾਅਦ ਆਪਣੇ PSW ਦੇ ਬਾਅਦ ਵਰਕ ਪਰਮਿਟ 10 ਸਾਲ ਰਹਿ ਲੈਂਦਾ ਹੈਗਾ ਅੱਗੇ। ਚਲੋ ਅੰਡਰ ਅੱਗੇ 18 ਸੀ 7 ਸਾਲ, ਸੋ ਉਹ ਤਾਂ ਹੈ, ਪਰ ਤੁਸੀਂ ਇੰਨਾ ਪੈਸਾ ਕਿਉਂ ਖਰਚੋਗੇ? ਨਹੀਂ ਜਿੱਦਾਂ ਬੱਚੇ ਦੀ ਏਜ ਹੈਗੀ 9 year old
ਭਾਜੀ ਤੁਸੀਂ ਇਹਨੂੰ 5 ਸਾਲ ਪਹਿਲਾਂ A ਲੈਵਲ ਤੱਕ ਪੜਾਉਂਗੇ ਪਹਿਲਾਂ ਨਾ? ਹਾਂਜੀ ਹਨਾ, ਪਹਿਲਾਂ ਸੌਰੀ GCSE ਆ, ਸੋ GCSE ਹੁੰਦੀ ਅਪ ਟੂ ਦੀ ਏਜ ਆਫ 13, ਫਿਰ A ਲੈਵਲ। ਭਾਜੀ ਤੁਸੀਂ ਦੇਖ ਲਓ ਕਿ ਤੁਸੀਂ 7 ਸਾਲ ਵੀ ਪੜਾਉਣੇ, ਤੁਹਾਨੂੰ ਕਰੋੜ ਤੋਂ ਉੱਪਰ ਲੱਗ ਗਿਆ ਨਾ, 1 ਲੱਖ ਪਾਉਂਡ। ਕਾਫੀ ਪੈਸਾ। ਨਹੀਂ ਜੇ ਆਪਣੇ ਇੰਨਾ ਜਿੱਦਾਂ 1 ਕਰੋੜ ਲੱਗਦਾ ਮੰਨ ਲਓ, ਠੀਕ ਹੈ ਜੀ, 1 ਕਰੋੜ ਲਾ ਕੇ ਫਿਰ ਉਹ ਇੰਡੈਫੀਨਿਟ ਤੱਕ ਜਾ ਸਕਦੇ ਜਾਂ ਨਹੀਂ? ਬੱਚਾ ਜਾ ਸਕਦਾ, ਯੈਸ। ਤੇ ਜਦ ਬਾਅਦ ਚ ਪੇਰੈਂਟਸ ਨਹੀਂ, ਤਾਂ ਫਿਰ ਜਦੋਂ ਉਹਨਾਂ ਦੇ ਬੱਚੇ ਦੀ ਇੰਡੈਫੀਨਿਟ ਭਾਜੀ ਮਦਰ ਫਾਦਰ 12 ਸਾਲ ਦੀ ਉਮਰ ਤੱਕ ਹੀ ਜਾ ਸਕਦਾ। ਓਕੇ, ਜਦੋਂ ਬੱਚਾ 12 ਤੋਂ ਓਵਰ ਹੋ ਗਿਆ ਫਿਰ ਨਹੀਂ, ਤਾਂ ਉਹਨੂੰ ਵਾਪਸ ਜਾਣਾ ਪਊਗਾ। ਅੱਛਾ, ਫਿਰ ਬੱਚਾ ਇੱਥੇ 12 ਸਾਲ ਦੀ ਏਜ ਦਾ ਫਿਰ ਭਾਜੀ ਇੰਡੀਆ ਦੇ ਵਿੱਚ ਨਾ ਆਪਾਂ ਬੱਚੇ ਨੂੰ ਕਈ ਬੋਰਡਿੰਗ ਸਕੂਲ ਪਾਈਦਾ ਆ, ਡਲਹੌਜ਼ੀ ਹੋ ਗਿਆ ਜਾਂ ਆਪਾਂ ਸ਼ਿਮਲਾ ਹੋ ਗਿਆ ਨਾ, ਇਹ ਉਦਾਂ ਸੋਚੋ ਇਹ ਓਕੇ ਬੋਰਡਿੰਗ ਸਕੂਲ। ਹਾਂ, ਇਹ ਉਸੇ ਹਿਸਾਬ ਨਾਲ ਸੋਚੋ, ਇਹ ਨਾ ਸੋਚੋ ਬੱਚੇ ਦਾ ਨਾਮ ਮਦਰ ਫਾਦਰ ਰੱਖ ਕੇ ਤੇ ਪੱਕੇ ਦਾ ਰਸਤਾ ਨਿਕਲੂਗਾ, ਇਦਾਂ ਨਹੀਂ ਭਾਜੀ ਹੈ, ਜੁਗਾੜ ਨਹੀਂ। ਜਿੱਦਾਂ ਫਿਰ ਜੇ ਬੱਚਾ 12 ਸਾਲ ਦਾ, ਫਿਰ ਬੱਚੇ 12 ਸਾਲ ਦਾ ਇਹਨੂੰ ਵੀ ਮਾਂ ਪਿਓ ਤੇ ਚਾਹੀਦੇ ਆ ਲੁੱਕ ਆਫਟਰ ਲਈ ਕਿ ਨਹੀਂ? ਫਿਰ ਘੁੰਮਣ ਫਿਰ ਲਈ ਆ ਸਕਦੇ ਆ। ਓਕੇ ਹਾਂਜੀ, ਬਹੁਤ ਧੰਨਵਾਦ ਜੀ। ਤੁਸੀਂ ਦੇਖੋ ਨਾ ਕਈ ਐਕਟਰ ਵੀ ਹੈਗੇ ਇੰਡੀਆ ਦੇ, ਸ਼ਾਹਰੁਖ ਖਾਨ ਤੱਕ ਲੈ ਕੇ ਦੇਖ ਲਓ ਨਾ, ਉਹਨੇ ਬੱਚੇ ਵੀ ਇੱਥੇ ਪੜ੍ਹਨ ਹੁੰਦੇ ਹੈਗੇ ਆ ਜੀ, ਪਰ ਇਹ ਨਹੀਂ ਹੈਗਾ ਉੱਥੇ ਆ ਕੇ ਫਿਰ ਨਾਲ ਮਾਂ ਪਿਓ ਵੀ ਆ ਕੇ ਤੇ ਪੱਕੇ ਰਹਿ ਲੈਂਦੇ ਹੈਗੇ ਆ, ਤੇ ਅੱਗੇ ਆਉਂਦੇ ਕਿ ਫਿਰ ਮਿਲਣ ਲਈ ਆਉਂਦੇ ਹੈਗੇ ਆ। ਜਿੱਦਾਂ ਕਈ ਬੱਚੇ ਇੰਡੀਆ ਜਾ ਕੇ ਵੀ ਆਪਾਂ ਬੋਰਡਿੰਗ ਸਕੂਲ ਪਾ ਲਈਦੇ ਹੈਗੇ ਆ, ਸ਼ਿਮਲਾ ਹੋ ਗਿਆ, ਡਲਹੌਜ਼ੀ ਹੋ ਗਿਆ ਨਾ, ਸੋ ਇੱਦਾਂ ਸੋਚੇ ਭਾਜੀ ਜੋ ਬੱਚੇ ਦੀ ਪੜ੍ਹਾਈ ਹੈਗੀ ਆ, ਇਹ ਉੱਦਾਂ ਮਦਰ ਫਾਦਰ ਨੇ ਆਉਣਾ ਹੈਗਾ ਕਿ ਪੜ੍ਹੇ ਲਿਖੇ ਹੈਗੇ ਤਾਂ ਵਰਕ ਪਰਮਿਟ ਦੇ ਰਸਤੇ ਹੈਗੇ ਆ, ਚਲੋ ਇਨਵੈਸਟਮੈਂਟ ਹਾਲੇ ਬੰਦ ਕਰ ਚੁੱਕੇ ਹੈਗੇ ਆ, ਬਾਕੀ ਪਾਲਿਸੀਆਂ ਜੋ ਨਿਕਲੂਗੀਆਂ ਉਸੇ ਹਿਸਾਬ ਨਾਲ ਦੇਖਿਓ ਜੀ। ਬਹੁਤ ਧੰਨਵਾਦ ਜੀ। ਓਕੇ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਹੁਣ ਥੋੜੇ ਜਿਹੇ ਮਿੰਟ ਰਹਿ ਗਏ ਆ ਤੇ ਆਪਣੀ ਕਾਲ ਥੋੜੀ ਜੀ ਛੋਟੀ ਰੱਖਿਓ ਜੀ। ਪੰਜਾਬ ਰੇਡੀਓ ਜੀ, ਹੈਲੋ। ਇਹ ਤਾਂ ਮੈਨੂੰ ਲੱਗਦਾ ਕਿਤੇ ਲਾਈਨ ਲਾ ਕੇ ਚਲੇ ਗਏ ਲੱਗਦੇ ਆ, ਏਦਾਂ ਨਾ ਕਰਿਆ ਕਰੋ, ਬਹੁਤ ਹੀ ਕੀਮਤੀ ਸਮਾਂ ਹੈ ਇਹ। ਪੰਜਾਬ ਰੇਡੀਓ ਜੀ, ਹਾਂਜੀ ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਕੁਐਸਚਨ ਹੈ ਇੱਕ ਨਾ, ਉਹੀ ਜਿੱਦਾਂ ਆਪਾਂ ਸਟੇਟਲੈਸ ਬੇਸ ਤੇ ਆਪਣਾ ਸੈਕੰਡ ਐਕਸਟੈਂਸ਼ਨ ਹੋ ਗਈ ਆ ਜੀ, ਤੇ ਆਪਾਂ ਸਵਿਚ ਕਰ ਸਕਦੇ 5 ਸਾਲਾਂ ਦੇ ਰੂਟ ਚ ਕਿ ਨਹੀਂ? ਆਪਾਂ ਨੂੰ ਹੈ ਨਹੀਂ ਭਾਜੀ ਸਵਿਚ ਕਰਨ ਵਾਸਤੇ ਤੁਹਾਨੂੰ 2 ਚੀਜ਼ਾਂ ਦਿਖਾਉਣੀਆਂ ਪਊ, ਜਾਂ ਤੁਸੀਂ ਸਿੰਗਲ ਪੇਰੈਂਟ ਆ ਜਾਂ ਤੁਹਾਡਾ ਪਾਰਟਨਰ ਬ੍ਰਿਟਿਸ਼ ਹੈਗਾ ਆ, ਜਾਂ ਇੰਡੈਫਿਨਿਟ, ਤਾਂ ਤੁਸੀਂ ਸਵਿਚ ਕਰ ਸਕਦੇ ਹੋ। ਕੁਝ ਵੀ ਨਹੀਂ ਹੈਗਾ ਜੀ? ਨਹੀਂ ਭਾਜੀ ਫਿਰ ਨਹੀਂ ਜੀ, 10 ਸਾਲਾਂ ਦਾ ਹੀ ਚੱਲੂਗਾ ਨਾ ਜੀ? ਹਾਂਜੀ ਹਾਂਜੀ ਜੀ, ਠੀਕ ਹੈ, ਚਲੋ ਬਹੁਤ ਧੰਨਵਾਦ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਾਰਾ ਸੈਮੀਨਾਰ ਵੀ ਹੋਇਆ ਸੀ, ਮੈਨੂੰ ਪਤਾ ਕਾਫੀ ਕੇਅਰ ਵਰਕਰਸ ਨਰਸਿਸ ਵੀ ਆਏ ਸੀ। ਮੈਂ ਸਿਰਫ ਕਹੂੰਗਾ ਹਾਲੇ ਵੀ ਕਿਸੇ ਨੇ ਆਪਣੇ ਫਾਈਲ ਅੱਗੇ ਦਿਖਾਉਣਾ ਚਾਹੁੰਦੇ, ਗੁਰਤੇਜ ਹਲੇ ਉੱਥੇ 2-3 ਦਿਨ, ਪਰ ਅੱਗੇ ਪਿੱਛੇ ਤੁਸੀਂ ਦਫ਼ਤਰ ਵੀ ਜਾ ਕੇ ਦਿਖਾ ਸਕਦੇ। ਪਰ ਮਗਰ ਮੇਰੀ ਸਿਰਫ ਇੱਕ ਬੇਨਤੀ ਹੈ, ਸਿਰਫ ਤਾਂ ਹੀ ਜਾਓ ਕਿ ਤੁਹਾਨੂੰ ਇੱਕ ਇੰਗਲਿਸ਼ ਬੋਲਣੀ ਆਉਂਦੀ ਹੈਗੀ ਜਿੱਦਾਂ ਆਪਾਂ ਇੱਥੇ ਬੋਲਦੇ ਹੈਗੇ ਆ। ਬਿਲਕੁਲ, ਜੇ ਨੌਲੇਜ ਹੈਗੀ ਅੰਗਰੇਜ਼ੀ ਦੀ, ਨਾਲ ਅੱਗੇ BSc ਦੇ ਨਾਲ ਅੱਗੇ GNM ਕਿ ਤੁਸੀਂ ਨਰਸਿੰਗ ਘੱਟ ਤੋਂ ਘੱਟ 3 ਸਾਲ ਦੀ ਐਕਸਪੀਰੀਅੰਸ ਹੈਗੀ ਆ ਜੀ। ਤਾਂ ਇੰਗਲਿਸ਼ ਜਦੋਂ ਭਾਜੀ ਮੈਨੂੰ ਕਹਿ ਦਿੰਦਾ ਕਿ ਤੋਤੇ ਵਾਂਗੂ ਤੁਸੀਂ ਇੰਗਲਿਸ਼ ਬੋਲ ਸਕਦੇ ਹੈਗੇ ਆ, ਬਿਕੋਜ਼ ਯੂ ਗੋਟ ਬੀ ਏਬਲ ਟੂ ਫਲੂਐਂਟਲੀ ਸਪੀਕ ਐਂਡ ਅੰਡਰਸਟੈਂਡ ਐਂਡ ਹਾਊ ਟੂ ਕਨਵਰਸੇਸ਼ਨ ਇੰਗਲਿਸ਼। ਸੋ ਇੰਗਲਿਸ਼ ਵੀਕ ਆ, ਫਾਇਦਾ ਨਹੀਂ ਹੈਗਾ। ਮੈਨੂੰ ਪਤਾ ਜਿਹਦੀ ਆਈਲੈਟਸ ਦੀ ਰਿਕੁਆਇਰਮੈਂਟ ਸਿਰਫ 4 ਬੈਂਡ ਹੀ ਆ, ਮਗਰ ਇੱਥੇ ਇੰਪਲੋਈਜ਼ ਜੋ ਹੈਗੇ ਆ ਜਿਹੜੇ ਕੇਅਰ ਹੋਮਸ ਆ, ਨਰਸਿੰਗ ਹੋਮਸ ਆ, ਉਹਨੇ ਸਿਰਫ ਤਾਂ ਹੀ ਤੁਹਾਨੂੰ ਐਕਸੈਪਟ ਕਰਨਾ ਹੈਗਾ ਕਿ ਤੁਸੀਂ ਇੱਥੇ ਆ ਕੇ ਗੋੜਿਆਂ 'ਚ ਰਹਿ ਕੇ ਗੋੜਿਆਂ 'ਚ ਕੰਮ ਕਰ ਸਕਦੇ ਹੈਗੇ ਆ, ਉਹਨਾਂ ਦੀ ਅੰਡਰਸਟੈਂਡਿੰਗ ਤੁਹਾਡੇ ਕੇ ਹੋਊਗੀ। ਸੋ ਅੰਡਰਸਟੈਂਡਿੰਗ knowledge of English is going to be very important. Opportunities ਬਹੁਤ ਆ ਰਹੇ ਹੈਗੇ ਆ, 94 ਆ ਰਹੇ ਹੈਗੇ ਸਾਨੂੰ। ਬੇਸਿਕਲੀ ਕੇਅਰ ਕੰਪਨੀਆਂ ਹੈਗੀਆਂ ਸਾਨੂੰ ਕਈ ਵਾਰੀ ਅਪਰੋਚ ਕਰਾ ਲੈਂਦੀਆਂ, ਕਹਿਣ ਵਾਸਤੇ ਦੱਸੋ ਕਿ ਤੁਹਾਡੇ ਕੋਈ ਨਾ ਕੋਈ ਕੈਂਡੀਡੇਟਸ ਹੈਗੇ ਆ। ਸੋ ਆਪਾਂ ਰੈਫਰ ਕਰਦੇ ਜਿਹੜੇ ਸਾਡੇ ਹੈਗੇ ਸੀ, ਆਈ ਥਿੰਕ ਸਾਰੇ ਹੁਣ ਫੁੱਲ ਹੋ ਚੁੱਕੇ ਆ ਜੀ। ਸੋ ਸਾਡੇ ਨੋਟਿੰਗਮ ਤੇ ਸੀ, ਉਹਨੇ ਵੀ ਸਾਨੂੰ ਰਿਕੁਐਸਟ ਪਾਈ ਸੀ, ਸਾਡੇ 2 ਹੋਰ ਵੀ ਸੀ। ਸੋ ਸਾਰੇ ਪੋਜੀਸ਼ਨ ਐਸ ਵੈਲ ਸਾਰੇ ਵੈਸੇ ਫੁੱਲ ਹੋ ਚੁੱਕੇ ਆ ਜੀ, ਮਗਰ ਜੇ ਤੁਸੀਂ ਨਾ ਐਡ ਕਰਨਾ ਚਾਹੁੰਦੇ ਆ ਤੁਸੀਂ ਜਾ ਕੇ ਕਰਾ ਸਕਦੇ ਫੋਰ ਮੇਬੀ ਫਿਊਚਰ ਐਪਲੀਕੈਂਟਸ ਲਈ। ਤੇ ਤੁਹਾਡਾ ਬਹੁਤ ਧੰਨਵਾਦ ਗੁਰਪਾਲ। On AM, TV, digital radio and online, this is Punjab Radio.